ਅਧਿਆਇ 16। ਵਕਤ ਬੀਤਦਾ ਜਾ ਰਿਹਾ ਸੀ। ਕਲਾਸਾਂ ਮੁਕਾ ਕੇ ਇੱਥੋਂ ਜਾਣਾ ਪੈਣਾ ਸੀ। ਸੁਮੀਤ ਨੂੰ ਇਹ ਗੱਲ ਬੇਆਰਾਮ ਕਰ ਰਹੀ ਸੀ। ਪ੍ਰੋਫੈਸਰ ਚੌਹਾਨ ਦੀਆਂ ਦਿੱਤੀਆਂ ਮਾਰਕਸਵਾਦ ਵਾਲੀਆਂ ਪੁਸਤਕਾਂ ਤੇ ਪੈਂਫਲੇਟ ਸਭ ਪੜ੍ਹ ਲਏ ਸਨ, ਸਮਝ ਲਏ ਸਨ। ਪ੍ਰੋਫੈਸਰ ਚੌਹਾਨ ਦੇ ਕਮਰੇ 'ਚੋਂ ਉਹਨੂੰ ਮੋੜਨ ਲਈ ਚਲੀ ਗਈ। ਤੂੰ ਰੱਖ ਲੈਣੀਆਂ ਸੀ, ਇਹ ਕਿਹੜਾ ਮਹਿੰਗੀਆਂ ਨੇ, ਪ੍ਰੋਫੈਸਰ ਨੇ ਆਖਿਆ। ਜ਼ਰੂਰੀ ਮੈਂ ਆਪਣੀਆਂ ਖਰੀਦ ਲਈਆਂ ਨੇ, ਸੁਮੀਤ ਨੇ ਦੱਸਿਆ। ਕੁਝ ਸਮਝ ਲੱਗੀ? ਪ੍ਰੋਫੈਸਰ ਨੇ ਪੁੱਛਿਆ। ਸਮਝ? ਇਹ ਤਾਂ ਬੰਦੇ ਦਾ ਦਿਮਾਗ ਹੀ ਭੁਆ ਦਿੰਦੀਆਂ ਨੇ। ਮੁੜ ਕੇ ਬੰਦਾ ਉਹ ਨਹੀਂ ਰਹਿ ਜਾਂਦਾ ਜੋ ਇਹਨਾਂ ਨੂੰ ਪੜ੍ਹਨ ਤੋਂ ਪਹਿਲਾਂ ਹੁੰਦਾ ਹੈ। ਇਹਨਾਂ ਵਿੱਚੋਂ ਖਾਸ ਗੱਲ ਕੀ ਸਮਝ ਲੱਗੀ ਹੈ? ਪ੍ਰੋਫੈਸਰ ਨੇ ਉਸਤਾਦਾਂ ਵਾਂਗ ਹੀ ਪੁੱਛਿਆ। ਇਹੀ ਕਿ ਸਾਰਾ ਸੰਸਾਰ ਹੀ ਦੋ ਵਰਗਾਂ 'ਚ ਵੰਡਿਆ ਹੋਇਆ ਹੈ, ਇੱਕ ਦਲਿਤ ਵਰਗ ਤੇ ਦੂਜਾ ਹਾਵੀ ਵਰਗ। ਦਲਿਤ ਵਰਗ ਮਿਹਨਤ ਕਰਦਾ ਹੈ ਤੇ ਹਾਵੀ ਵਰਗ ਉਸ ਮਿਹਨਤ ਦਾ ਫਲ ਖਾਂਦਾ ਹੈ। ਜ਼ਿੰਦਗੀ 'ਚ ਤੂੰ ਕਿਸ ਵਰਗ ਦਾ ਸਾਥ ਦੇਣਾ ਚਾਹੇਂਗੀ? ਪ੍ਰੋਫੈਸਰ ਚੌਹਾਨ ਨੇ ਹੱਸ ਕੇ ਪੁੱਛਿਆ। ਜਿਸ ਵਰਗ 'ਚ ਤੁਸੀਂ ਹੋਵੋਗੇ, ਸੁਮੀਤ ਨੇ ਵੀ ਉਸੇ ਤਰ੍ਹਾਂ ਹੱਸ ਕੇ ਜਵਾਬ ਦਿੱਤਾ। ਭਾਵੁਕ ਹੋ ਕੇ ਅਜਿਹੀਆਂ ਗੱਲਾਂ ਕਰ ਸਕਣੀਆਂ ਹੋਰ ਗੱਲ ਹੁੰਦੀ ਹੈ। ਸੁਮੀਤ ਇਹਦੇ ਉਲਟ ਅਸਲੀਅਤ ਵਿੱਚ ਇਉਂ ਜੀ ਸਕਣਾ ਹੋਰ ਗੱਲ। ਪ੍ਰੋਫੈਸਰ ਚੌਹਾਨ ਨੇ ਸੀਰੀਅਸ ਹੋ ਕੇ ਆਖਿਆ। ਨਹੀਂ, ਇਤਬਾਰ ਤੱਕ ਕਦੇ ਇਮਤਿਹਾਨ ਲੈ ਲੈਣਾ। ਵੈਰੀ ਗੁੱਡ। ਅੱਛਾ, ਮੈਂ ਦਿੱਲੀ ਬੁੱਕ ਫੇਅਰ ਤੋਂ ਤੇਰੇ ਲਈ ਪੋਇਟਰੀ ਦੀ ਕਿਤਾਬ ਲੈ ਕੇ ਆਂਦੀ ਹੈ। ਆਖਦਿਆਂ ਪ੍ਰੋਫੈਸਰ ਚੌਹਾਨ ਨੇ ਆਪਣੇ ਕਮਰੇ ਅੰਦਰ ਪਈ ਗੋਦਰੇਜ ਦੀ ਅਲਮਾਰੀ ਚਾਬੀ ਲਾ ਕੇ ਖੋਲ੍ਹੀ ਤੇ ਵਿੱਚੋਂ ਬੜੀ ਖੂਬਸੂਰਤ ਜਿਲਦ ਵਾਲੀ ਕਿਤਾਬ ਕੱਢ ਕੇ ਉਹਨੂੰ ਦਿੱਤੀ। ਸੁਮੀਤ ਖੁਸ਼ ਹੋ ਕੇ ਧਿਆਨ ਨਾਲ ਉਸ ਕਿਤਾਬ ਨੂੰ ਦੇਖ ਰਹੀ ਸੀ ਕਿ ਪ੍ਰੋਫੈਸਰ ਚੌਹਾਨ ਬੋਲਿਆ, ਮੈਨੂੰ ਇਹ ਕਿਤਾਬ ਤੇਰੇ ਜਿੰਨੀ ਹੀ ਚੰਗੀ ਲੱਗੀ ਸੀ। ਕਿਆ ਜੁਰਤ ਵਿੱਚ ਲਿਖਦੀ ਹੈ ਕੁੜੀ। ਕਿਤਾਬ ਲੈ ਕੇ ਥੈਂਕਸ ਕਰਕੇ ਸੁਮੀਤ ਉੱਥੋਂ ਆ ਗਈ। ਕਿਤਾਬ ਦੇ ਵਰਕੇ ਫਰੋਲਦਿਆਂ ਉਹਨੂੰ ਤਸੱਲੀ ਹੋਈ ਕਿ ਪ੍ਰੋਫੈਸਰ ਚੌਹਾਨ ਨੇ ਇਸ ਉੱਪਰ ਕਿਧਰੇ ਕੁਝ ਨਹੀਂ ਸੀ ਲਿਖਿਆ, ਆਪਣਾ ਨਾਮ ਵੀ ਨਹੀਂ ਤਾਂ ਉਹਨੂੰ ਇਹ ਕਿਤਾਬ ਲੁਕਾ ਕੇ ਰੱਖਣੀ ਪੈਣੀ ਸੀ। ਇਹ ਗਜ਼ਲਾਂ ਦੀ ਕਿਤਾਬ ਸੀ। ਉਸ ਕਿਤਾਬ ਵਿੱਚੋਂ ਸ਼ੇਅਰ ਪੜ੍ਹਦਿਆਂ ਉਹਨੂੰ ਲੱਗਦਾ ਉਹ ਸਭ ਗੱਲਾਂ ਜੋ ਉਹਨੇ ਆਖਣੀਆਂ ਸਨ, ਇਹਨਾਂ ਸ਼ੇਅਰਾਂ 'ਚ ਆਖੀਆਂ ਹੋਈਆਂ ਸਨ। ਇਹ ਸ਼ੇਅਰ ਉਹਨੇ ਅਨੇਕਾਂ ਵਾਰ ਪੜ੍ਹੇ ਸਨ ਤੇ ਹੁਣ ਜਿਵੇਂ ਉਹਦੇ ਖੂਨ 'ਚ ਸੁਲਗਣ ਲੱਗ ਪਏ ਸਨ, ਉਹਦੇ ਸਾਹਾਂ 'ਚ ਮਹਿਕਣ ਲੱਗ ਪਏ ਸਨ। ਇਹਨਾਂ ਸ਼ੇਅਰਾਂ ਦੇ ਨਾਲ ਤੁਰਦੀ, ਘੁੰਮਦੀ ਤੇ ਭਟਕਦੀ ਉਹ 2 ਕੁ ਮਹੀਨਿਆਂ ਵਿੱਚ ਹੀ ਪਤਾ ਨਹੀਂ ਕਿੰਨੇ ਦਿਨ, ਮਹੀਨੇ, ਵਰ੍ਹੇ ਤੇ ਉਮਰਾਂ ਲੰਘ ਆਈ ਸੀ। ਇਸ ਕਿਤਾਬ ਦੇ ਅੰਗ ਸੰਗ ਵਿਚਰਦੀ ਮਨ ਹੀ ਮਨ ਉਹ ਪ੍ਰੋਫੈਸਰ ਚੌਹਾਨ ਨੂੰ ਜਿਵੇਂ ਕਿੰਨੀਆਂ ਹੀ ਗੱਲਾਂ ਕਹਿ ਸੁਣ ਚੁੱਕੀ ਸੀ। ਹੌਲੀ ਹੌਲੀ ਇਹ ਵੀ ਭੁੱਲ ਗਈ ਕਿ ਉਹ ਮਨ ਹੀ ਮਨ ਕਿੰਨੀ ਦੂਰ ਲੰਘ ਆਈ ਸੀ। ਸੋਚਾਂ ਦੀ ਧੁੰਦ ਜਿਹੀ 'ਚ ਵਿਚਰਦੀ ਨੇ ਇੱਕ ਦਿਨ ਉਸਨੇ ਉਹ ਕਿਤਾਬ ਬਾਰੇ ਕਿਰਨ ਤੋਂ ਪੁੱਛਿਆ ਕਿ ਤੂੰ ਪੜ੍ਹੀ ਹੈ? ਹਾਂ, ਅਜਿਹੀਆਂ ਕਿਤਾਬਾਂ ਹੀ ਤਾਂ ਲੋਕਾਂ ਨੂੰ ਗੁੰਮਰਾਹ ਕਰਦੀਆਂ ਨੇ, ਕਿਰਨ ਨੇ ਆਖਿਆ। ਗੁੰਮਰਾਹ? ਉਹ ਕਿਵੇਂ? ਸੁਮੀਤ ਨੇ ਹੈਰਾਨ ਹੋ ਕੇ ਪੁੱਛਿਆ। ਤਾਰਿਆਂ ਵੱਲ ਝਾਕਦੇ ਲੋਕ ਹੀ ਹੇਠਾਂ ਖੂਹਾਂ 'ਚ ਡਿੱਗਦੇ ਨੇ, ਕਿਰਨ ਨੇ ਸਿਆਣਿਆਂ ਵਾਂਗ ਆਖਿਆ। ਸਾਡੇ ਸਕੂਲ 'ਚ ਇੱਕ ਮਾਸਟਰ ਹੁੰਦਾ ਸੀ ਜੋ ਆਖਦਾ ਹੁੰਦਾ ਸੀ ਕਿ ਮੈਨੂੰ ਸਮਝ ਨਹੀਂ ਲੱਗਦੀ ਕਿ ਲੋਕ ਫੁੱਲ ਕਿਉਂ ਬੀਜਦੇ ਨੇ। ਨਾ ਇਹ ਖਾਣ ਦੇ ਕੰਮ, ਨਾ ਪੀਣ ਦੇ ਕੰਮ। ਖਿੜਦੇ ਨੇ ਤੇ ਮੁਰਝਾ ਜਾਂਦੇ ਨੇ। ਇਹੋ ਜਿਹੀ ਹੀ ਗੱਲ ਤੂੰ ਕਰ ਦਿੱਤੀ ਕਿ ਤਾਰਿਆਂ ਵੱਲ ਝਾਕਦੇ ਲੋਕ ਖੂਹ 'ਚ ਜਾ ਡਿੱਗਦੇ ਨੇ। ਇਹਦਾ ਮਤਲਬ ਹੈ ਤਾਰੇ ਬੁਝਾ ਦੇਣੇ ਚਾਹੀਦੇ ਨੇ? ਸੁਮੀਤ ਨੇ ਮਜ਼ਾਕ ਵਾਂਗ ਪੁੱਛਿਆ। ਕੋਈ ਵੀ ਗੱਲ ਗੱਲਾਂ ਨਾਲ ਨਹੀਂ ਸਮਝ ਆਉਂਦੀ। ਜਿਸ ਦਿਨ ਖੂਹ 'ਚ ਡਿੱਗੀ ਫੇਰ ਲੱਗੂ ਪਤਾ। ਖੂਹ 'ਚ ਤੂੰ ਡਿੱਗੇਂਗੀ ਜ਼ਰੂਰ, ਇਹ ਮੈਨੂੰ ਪਤਾ ਹੈ, ਕਿਰਨ ਨੇ ਉੱਤਰ ਦਿੱਤਾ। ਤੈਨੂੰ ਕਿਵੇਂ ਪਤਾ? ਸੁਮੀਤ ਨੇ ਹੱਸ ਕੇ ਪੁੱਛਿਆ। ਚੌਹਾਨ ਸਰ ਕਹਿੰਦੇ ਨਹੀਂ ਹੁੰਦੇ ਕਿ ਕੁੜੀਆਂ ਬਹੁਤ ਬੇਵਕੂਫ ਹੁੰਦੀਆਂ ਨੇ, ਕਿਰਨ ਨੇ ਉੱਤਰ ਦਿੱਤਾ। ਤੈਨੂੰ ਮੈਂ ਬੇਵਕੂਫ ਲੱਗਦੀ ਹਾਂ? ਲੱਗਦੀ ਨਹੀਂ, ਹੈ ਹੀ ਬੇਵਕੂਫ, ਆਖਦੀ ਕਿਰਨ ਹੱਸਦੀ ਉੱਥੋਂ ਲਾਇਬ੍ਰੇਰੀ ਵੱਲ ਨੂੰ ਚਲੀ ਗਈ। ਕੱਲ੍ਹ ਐਤਵਾਰ ਸੀ। ਸੁਮੀਤ ਦਾ ਮਨ ਕੀਤਾ ਉਹ ਚੌਹਾਨ ਸਰ ਨੂੰ ਆਖ ਦੇਵੇ ਕਿ ਕੱਲ੍ਹ ਉਹ ਲਾਇਬ੍ਰੇਰੀ ਆ ਜਾਵੇ। ਗੱਲ ਭਾਵੇਂ ਕੋਈ ਨਹੀਂ ਸੀ, ਪਰ ਉਹ ਕਿਧਰੇ ਨੇੜੇ ਤੇੜੇ ਹੋਵੇ, ਸੁਮੀਤ ਨੂੰ ਵਧੀਆ ਲੱਗਦਾ ਸੀ। ਜਦੋਂ ਸੁਮੀਤ ਉਹਦੇ ਕਮਰੇ 'ਚ ਗਈ, ਉਹ ਘਰ ਨੂੰ ਜਾ ਚੁੱਕਿਆ ਸੀ। ਅਗਲੇ ਦਿਨ ਉਹਨੇ ਵਾਲ ਨਹੀਂ ਧੋਤੇ, ਕੱਪੜੇ ਵੀ ਪ੍ਰੈਸ ਨਹੀਂ ਕੀਤੇ, ਬਾਕੀ ਰਹਿੰਦੇ ਨੋਟਸ ਵੀ ਪੂਰੇ ਨਹੀਂ ਕੀਤੇ ਤੇ ਨਾ ਘਰ ਚਿੱਠੀ ਲਿਖੀ। ਉਹ ਸਾਰੇ ਕੰਮ ਜਿਹੜੇ ਉਹ ਐਤਵਾਰ ਨੂੰ ਕਰਦੀ ਹੁੰਦੀ ਸੀ, ਅੱਜ ਨਹੀਂ ਕੀਤੇ। ਬਹੁਤ ਦੇਰ ਨਾਲ ਬਿਸਤਰੇ 'ਚੋਂ ਉੱਠੀ, ਨਹਾ ਧੋ ਕੇ ਤਿਆਰ ਹੋ ਗਈ। ਇੱਕ ਮਨ ਹੋਇਆ ਲਾਇਬ੍ਰੇਰੀ ਚਲੀ ਜਾਵੇ, ਫਿਰ ਮਨ ਬਦਲ ਗਿਆ। ਸੋਚਾਂ ਜਿਹੀਆਂ ਚੁਲਝੀ ਉਹ ਪ੍ਰੋਫੈਸਰ ਚੌਹਾਨ ਦੇ ਫਲੈਟ ਵੱਲ ਚਲੀ ਗਈ। ਪ੍ਰੋਫੈਸਰ ਚੌਹਾਨ ਜਿਵੇਂ ਉਹਨੂੰ ਉਡੀਕ ਹੀ ਰਹੇ ਸਨ, ਜਿਵੇਂ ਉਹਨੂੰ ਪਤਾ ਹੀ ਨਹੀਂ, ਯਕੀਨ ਸੀ ਕਿ ਸੁਮੀਤ ਆਏਗੀ। ਉਹਨੇ ਸੁਮੀਤ ਨੂੰ ਦੂਰੋਂ ਹੀ ਸਕੂਟਰ ਰਿਕਸ਼ਾ ਤੋਂ ਉਤਰਦੀ ਨੂੰ ਦੇਖ ਲਿਆ ਸੀ। ਉਹ ਪਹਿਲਾਂ ਹੀ ਫਲੈਟ ਤੋਂ ਬਾਹਰ ਆ ਗਿਆ। ਸਰ, ਮੈਂ ਤੁਹਾਡੇ ਵੱਲ ਹੀ ਆਈ ਸੀ, ਸੁਮੀਤ ਨੇ ਝੱਕਦੇ ਹੋਏ ਆਖਿਆ। ਮੈਂ ਤੁਹਾਡੇ ਕੋਲੋਂ ਕੁਝ ਪੁੱਛਣਾ ਸੀ, ਸੁਮੀਤ ਨੇ ਇਉਂ ਆਖਿਆ ਜਿਵੇਂ ਉਹ
ਜਮਾਤ 'ਚ ਸਵਾਲ ਪੁੱਛ ਰਹੀ ਹੋਵੇ। ਉਹ ਵੀ ਮੈਨੂੰ ਪਤਾ ਹੈ। ਪ੍ਰੋਫੈਸਰ ਚੌਹਾਨ ਨੇ ਹੋਰ ਵੀ ਵੱਧ ਮੁਸਕਰਾਉਂਦਿਆਂ ਆਖਿਆ। ਸਰ, ਸੁਮੀਤ ਕੁਝ ਆਖਣ ਹੀ ਲੱਗੀ ਸੀ ਕਿ ਪ੍ਰੋਫੈਸਰ ਚੌਹਾਨ ਵਿੱਚੋਂ ਹੀ ਗੱਲ ਟੋਕ ਕੇ ਆਖਣ ਲੱਗਿਆ, ਮੈਂ ਸੋਚਦਾ ਆਪਾਂ ਕੈਫੇਟੇਰੀਏ 'ਚ ਚੱਲਦੇ ਹਾਂ। ਇਹਨਾਂ ਫਲੈਟਾਂ ਵਾਲੇ ਲੋਕ ਆਪਣੇ ਗੈਸਟਾਂ ਨੂੰ ਇੱਥੇ ਹੀ ਲੈ ਕੇ ਜਾਂਦੇ ਨੇ। ਉਂਝ ਵੀ ਇਹ ਇੱਕ ਰਿਸਪੈਕਟੇਬਲ ਥਾਂ ਹੈ। ਪ੍ਰੋਫੈਸਰ ਚੌਹਾਨ ਨੇ ਸੜਕ ਦੇ ਪਰਲੇ ਪਾਸੇ ਵੱਡੇ ਸਾਰੇ ਲੌਨ 'ਚ ਬਣੇ ਛੋਟੇ ਜਿਹੇ ਸਾਫ਼ ਸੁਥਰੇ ਕੈਫੇਟੇਰੀਏ ਵੱਲ ਹੱਥ ਕਰਕੇ ਉੱਧਰ ਨੂੰ ਤੁਰਦਿਆਂ ਆਖਿਆ, ਸੰਖ ਵਿੱਚ ਤੁਹਾਡੀ ਉਸੇ ਸ਼ਾਇਰ ਦੀ ਇੱਕ ਬੜੀ ਵਧੀਆ ਕਵਿਤਾ ਛਪੀ ਹੈ। ਸੁਮੀਤ ਨੇ ਸੰਖ ਮੈਗਜ਼ੀਨ ਉਸ ਵੱਲ ਕਰਦੀ ਨੇ ਆਖਿਆ। ਪ੍ਰੋਫੈਸਰ ਚੌਹਾਨ ਨੇ ਮੈਗਜ਼ੀਨ ਫੜ ਲਿਆ, ਤੁਰੇ ਜਾਂਦੇ ਜਾਂਦੇ ਕਵਿਤਾ ਪੜ੍ਹ ਵੀ ਲਈ ਤੇ ਸੁਮੀਤ ਨੂੰ ਵਾਪਸ ਕਰਦੇ ਹੋਏ ਆਖਣ ਲੱਗੇ, ਜਜ਼ਬਾਤੀ ਗੱਲਾਂ ਬਹੁਤੀਆਂ ਹੰਢਣਸਾਰ ਨਹੀਂ ਹੁੰਦੀਆਂ, ਉਂਝ ਕਵਿਤਾ ਚੰਗੀ ਹੈ। ਕੈਫੇਟੇਰੀਏ 'ਚ ਪਹੁੰਚ ਕੇ ਬੈਰੇ ਨੂੰ 2 ਕੱਪ ਕੌਫੀ ਲਿਆਉਣ ਲਈ ਆਖ ਕੇ ਪ੍ਰੋਫੈਸਰ ਚੌਹਾਨ ਸੁਮੀਤ ਵੱਲ ਝਾਕਿਆ, ਜਿਹੜੀ ਸੂੰਗੜੀ ਜਿਹੀ ਬੈਠੀ ਸੀ। ਤੂੰ ਸੁਮੀਤ ਬਹੁਤ ਅੱਛੀ ਲੜਕੀ ਹੈ ਤੇ ਸਮਝਦਾਰ ਵੀ, ਪ੍ਰੋਫੈਸਰ ਚੌਹਾਨ ਨੇ ਸੰਜੀਦਗੀ ਨਾਲ ਆਖਿਆ। ਇਹ ਮੈਨੂੰ ਪਤਾ ਹੈ ਸਰ, ਸੁਮੀਤ ਬੋਲੀ। ਤੂੰ ਵੱਡੇ ਸਰਦਾਰਾਂ ਦੀ ਧੀ ਹੈ, ਫਿਰ ਕੀ ਹੋ ਗਿਆ? ਉਹ ਬੋਲੀ। ਫਿਰ ਜ਼ਰਾ ਕੁ ਰੁਕ ਕੇ ਪੁੱਛਣ ਲੱਗੀ, ਤੁਸੀਂ ਮੈਨੂੰ ਆਪਣੇ ਫਲੈਟ 'ਚ ਕਿਉਂ ਨਹੀਂ ਕੌਫੀ ਪਿਲਾਈ? ਆਪਣੀ ਬਦਨਾਮੀ ਤੋਂ ਡਰਦੇ ਹੋ? ਨਹੀਂ, ਮੈਂ ਆਪਣੇ ਬਾਰੇ ਨਹੀਂ ਡਰਦਾ, ਪਰ ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਤੇਰੇ ਬਾਰੇ ਕੋਈ ਬੰਦਾ ਹਲਕੀ ਗੱਲ ਕਰੇ। ਤੁਹਾਨੂੰ ਪਤਾ ਹੈ ਮੇਰੇ ਲਈ ਕਿੰਨੀਆਂ ਆਫਰਸ ਆ ਚੁੱਕੀਆਂ ਨੇ, ਸੁਮੀਤ ਨੇ ਸੰਜੀਦਗੀ ਨਾਲ ਆਖਿਆ। ਤੂੰ ਖੂਬਸੂਰਤ ਹੈ ਤੇ ਸਰਦਾਰਾਂ ਦੀ ਧੀ ਹੈ ਤਾਂ ਹੋਈ ਗਈ। ਜਿਨ੍ਹਾਂ ਨੂੰ ਨਹੀਂ ਵੀ ਪਤਾ ਮੈਂ ਕੌਣ ਹਾਂ, ਉਹਨਾਂ ਵਿੱਚੋਂ ਵੀ ਬਥੇਰੇ ਮਗਰ ਭੱਜਦੇ ਨੇ, ਆਨੀ ਬਹਾਨੀ ਨੇੜੇ ਆਉਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਤੁਸੀਂ ਹੋ ਕਿ ਮੈਂ ਆਪ ਮਿਲਣ ਆਈ ਹਾਂ। ਤੂੰ ਕਾਲਜ ਹੀ ਮਿਲ ਲੈਣਾ ਸੀ, ਇੱਥੇ ਆਉਣਾ ਬਹੁਤਾ ਠੀਕ ਨਹੀਂ। ਤੂੰ ਬੰਦਿਆਂ ਦੀ ਵਰਲਡ ਨੂੰ ਨਹੀਂ ਜਾਣਦੀ। ਉਹ ਕਿਸੇ ਵੀ ਲੜਕੀ ਨੂੰ ਮਗਰ ਲਾ ਲੈਣ 'ਚ ਆਪਣੀ ਖਾਸ ਕਿਸਮ ਦੀ ਜਿੱਤ ਸਮਝਦੇ ਨੇ। ਕੁੜੀਆਂ ਦਾ ਵੀ ਤਾਂ ਸਰ ਇਹੋ ਹਾਲ ਹੈ। ਨਹੀਂ, ਕੁੜੀਆਂ ਦਾ ਇੰਟਰਸਟ ਰਿਸ਼ਤੇ ਨੂੰ ਵਿਆਹ ਤੱਕ ਲੈ ਜਾਣਾ ਹੁੰਦਾ ਹੈ, ਪਰ ਇਹਦੇ ਉਲਟ ਲੜਕੇ ਉਸੇ ਲੜਕੀ ਨਾਲ ਸ਼ਾਦੀ ਕਰਦੇ ਨੇ ਜਿਹੜੀ ਉਂਝ ਪ੍ਰਾਪਤ ਨਾ ਹੋ ਸਕੇ। ਮੁੰਡੇ ਕੁੜੀਆਂ ਦੀ ਗੱਲ ਛੱਡੋ ਸਰ, ਤੁਸੀਂ ਆਪਣੀ ਗੱਲ ਕਰੋ, ਸੁਮੀਤ ਨੇ ਜਿਵੇਂ ਹਾਸੇ ਨਾਲ ਪੁੱਛਿਆ। ਮੇਰਾ ਪੂਰਾ ਨਾਮ ਕਮਲ ਚੌਹਾਨ ਹੈ ਤੇ ਕਮਲ ਹਮੇਸ਼ਾ ਚਿੱਕੜ ਵਿੱਚ ਉੱਗਦੇ ਨੇ। ਮੈਂ ਇਹ ਗੱਲ ਕਦੇ ਭੁੱਲ ਨਹੀਂ ਸਕਦਾ, ਪ੍ਰੋਫੈਸਰ ਚੌਹਾਨ ਨੇ ਸੁਮੀਤ ਵੱਲ ਡੂੰਘਾ ਝਾਕ ਕੇ ਆਖਿਆ। ਕਮਲ ਚਿੱਕੜ ਵਿੱਚ ਉੱਗਦਾ ਜ਼ਰੂਰ ਹੈ, ਪਰ ਸਰ ਉਹ ਚਿੱਕੜ ਦਾ ਬਣਿਆ ਹੋਇਆ ਨਹੀਂ ਹੁੰਦਾ, ਸੁਮੀਤ ਨੇ ਉੱਤਰ ਦਿੱਤਾ। ਇੱਕ ਗੱਲ ਹੋਰ ਸਰ, ਤੁਸੀਂ ਇਹਨਾਂ ਸਭ ਗੱਲਾਂ ਨਾਲ ਮੈਨੂੰ ਮੱਤਾਂ ਦੇ ਰਹੇ ਹੋ ਕਿ ਆਪਣੇ ਬਾਰੇ ਦੱਸ ਰਹੇ ਹੋ? ਦੋਵੇਂ ਗੱਲਾਂ ਕਰ ਰਿਹਾ। ਤੁਸੀਂ ਮੈਰਿਜ ਬਾਰੇ ਕੀ ਸੋਚਦੇ ਹੋ? ਸੁਮੀਤ ਨੇ ਸਵਾਲ ਜਨਰਲ ਜਿਹਾ ਬਣਾਉਂਦਿਆਂ ਪੁੱਛਿਆ। ਵਿਆਹ ਬੰਦੇ ਨੂੰ ਬਹੁਤ ਸੋਚ ਸਮਝ ਕੇ ਕਰਨਾ ਚਾਹੀਦਾ ਹੈ, ਕਿਉਂਕਿ ਵਿਆਹ ਹੁੰਦੇ ਸਾਰੀ ਕੱਚੇ ਜਜ਼ਬਾਤੀ ਰੰਗ ਸਭ ਖੁਰ ਜਾਂਦੇ ਨੇ ਤੇ ਜ਼ਿੰਦਗੀ ਖੁਰੇ ਰੰਗਾਂ ਦਾ ਰੋਲ ਘਚੋਲ ਬਣ ਕੇ ਰਹਿ ਜਾਂਦੀ ਹੈ। ਪਰ ਮੈਂ ਇਹ ਨਹੀਂ ਮੰਨਦੀ, ਤੁਹਾਡੇ ਵਰਗਾ ਇੰਟੈਲੀਜੈਂਟ ਬੰਦਾ ਜੋ ਪਹਿਲਾਂ ਹੀ ਸਭ ਸਮਝਦਾ ਹੈ, ਉਹ ਰੰਗ ਕਿਉਂ ਖੁਰਨ ਦੇਵੇਗਾ? ਕੁਝ ਜਾਣਦੇ ਹੋਣਾ ਹੋਰ ਗੱਲ ਹੁੰਦੀ ਹੈ ਤੇ ਉਸ ਜਾਣਕਾਰੀ ਅਨੁਸਾਰ ਜਿਉਂ ਸਕਣਾ ਹੋਰ ਗੱਲ। ਤੁਸੀਂ ਫਲੈਟ ਅੰਦਰ ਤਾਂ ਮੈਨੂੰ ਲੈ ਕੇ ਨਹੀਂ ਗਏ, ਪਰ ਜਿਹੜੇ ਲੋਕ ਤੁਹਾਨੂੰ ਮੇਰੇ ਨਾਲ ਇੱਥੇ ਬੈਠਿਆਂ ਦੇਖਣਗੇ ਉਹ ਸਮਝਣਗੇ ਲੜਕੀ ਸਰ ਤੋਂ ਕੁਝ ਪੁੱਛਣ ਸਮਝਣ ਆਈ ਹੈ। ਅਸੀਂ ਇੱਕ ਪਬਲਿਕ ਪਲੇਸ ਉੱਪਰ ਬੈਠੇ ਕੌਫੀ ਪੀ ਰਹੇ ਹਾਂ। ਤੁਸੀਂ ਆਪਣੀ ਰੈਪੂਟੇਸ਼ਨ ਦਾ ਬੜਾ ਖਿਆਲ ਰੱਖਦੇ ਹੋ। ਰੈਪੂਟੇਸ਼ਨ ਦੀ ਹੀ ਗੱਲ ਨਹੀਂ, ਮੈਂ ਹਾਂ ਹੀ ਬਹੁਤ ਸ਼ਰੀਫ, ਪ੍ਰੋਫੈਸਰ ਚੌਹਾਨ ਨੇ ਹੱਸ ਕੇ ਆਖਿਆ। ਸਰ, ਉਂਝ ਵੀ ਇੱਕ ਪ੍ਰੋਫੈਸਰ ਆਪਣੀ ਤੇਜ਼ ਤਰਾਰ ਬੁੱਧੀ ਨਾਲ ਕੁਝ ਵੀ ਸਿੱਧ ਕਰ ਸਕਦਾ ਹੁੰਦਾ ਹੈ। ਮੈਂ ਤਾਂ ਮੁੱਕਦੀ ਗੱਲ ਤੁਹਾਨੂੰ ਇਹ ਆਖਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਬੇਹੱਦ ਚੰਗੇ ਲੱਗਦੇ ਹੋ। ਤੂੰ ਉਂਝ ਹੀ ਭਾਵੁਕ ਹੋ ਰਹੀ ਹੈ ਸੁਮੀਤ, ਤੂੰ ਤਾਂ ਮੇਰੇ ਬਾਰੇ ਕੁਝ ਵੀ ਨਹੀਂ ਜਾਣਦੀ। ਤੇਰੇ ਪਰਿਵਾਰ ਨਾਲ ਮੇਰਾ ਕੀ ਮੁਕਾਬਲਾ? ਮੈਂ ਤਾਂ ਇੱਕ ਬਹੁਤ ਹੀ ਸਧਾਰਨ ਗਰੀਬ ਪਰਿਵਾਰ ਨੂੰ ਬਿਲੋਂਗ ਕਰਦਾ। ਫਿਰ ਕੀ ਹੋ ਗਿਆ? ਕੀ ਗਰੀਬ ਬੰਦੇ ਨਹੀਂ ਹੁੰਦੇ? ਮੈਨੂੰ ਤਾਂ ਲੱਗਦਾ ਉਹ ਬਹੁਤ ਸਾਰੀਆਂ ਗੱਲਾਂ 'ਚ ਸਗੋਂ ਬਿਹਤਰ ਬੰਦੇ ਹੁੰਦੇ ਨੇ, ਸੁਮੀਤ ਨੇ ਭਾਵੁਕ ਹੋ ਕੇ ਆਖਿਆ। ਹੁੰਦੇ ਤਾਂ ਹਨ, ਪਰ ਉਹ ਬੰਦੇ ਸਮਝੇ ਹੀ ਨਹੀਂ ਜਾਂਦੇ। ਦੂਜਿਆਂ ਲਈ ਉਹ ਸਿਰਫ ਵਰਕਰ ਹੁੰਦੇ ਨੇ। ਮੈਂ ਮੰਨਦਾ ਕਿ ਹਰ ਇੱਕ ਧਰਮ ਨੇ ਕਿਰਤ ਕਰਨ ਨੂੰ ਬਹੁਤ ਉੱਚੀ ਥਾਂ ਦਿੱਤੀ ਹੈ, ਪਰ ਅਸੀਂ ਧਰਮ ਨੂੰ ਉਸ ਤਰ੍ਹਾਂ ਸਮਝਦੇ ਹੀ ਕਿੱਥੇ ਹਾਂ, ਪ੍ਰੋਫੈਸਰ ਚੌਹਾਨ ਨੇ ਬਹੁਤ ਸੰਜੀਦਾ ਹੋ ਕੇ ਆਖਿਆ। ਪਲ ਦੋ ਪਲ ਲਈ ਸੁਮੀਤ ਚੁੱਪ ਬੈਠੀ ਰਹੀ, ਫਿਰ ਹੌਸਲਾ ਕਰਕੇ ਬੋਲੀ, ਸਰ ਤੁਸੀਂ ਜੋ ਵੀ ਹੋ, ਜਿਹੋ ਜਿਹੇ ਵੀ ਹੋ, ਮੈਨੂੰ ਬੇਹੱਦ ਪਸੰਦ ਹੋ। ਪ੍ਰੋਫੈਸਰ ਚੌਹਾਨ ਨੇ ਘੜੀ ਦੇਖੀ, ਬੈਰੇ ਨੂੰ ਬਿੱਲ ਲੈ ਕੇ ਆਉਣ ਦਾ ਇਸ਼ਾਰਾ ਕੀਤਾ ਤੇ ਬੋਲਿਆ, ਹੁਣ ਸਾਨੂੰ ਚੱਲਣਾ ਚਾਹੀਦਾ ਹੈ। ਸੁਮੀਤ ਵੀ ਉੱਠ ਖੜੀ ਹੋਈ। ਫਿਰ ਹੌਲੀ ਹੌਲੀ ਤੁਰਦੇ ਕੈਫੇਟੇਰੀਆ ਤੋਂ ਬਾਹਰ ਸੜਕ 'ਤੇ ਆ ਗਏ। ਲੰਘੇ ਜਾਂਦੇ ਸਕੂਟਰ ਰਿਕਸ਼ੇ ਨੂੰ ਰੋਕ ਕੇ ਪ੍ਰੋਫੈਸਰ ਚੌਹਾਨ ਨੇ ਸੁਮੀਤ ਨੂੰ ਵਿੱਚ ਬੈਠ ਜਾਣ ਦਾ ਇਸ਼ਾਰਾ ਕੀਤਾ। ਨਾਲ ਦੀ ਸੀਟ ਉੱਪਰ ਆਪ ਬੈਠ ਗਿਆ ਤੇ ਸਕੂਟਰ ਰਿਕਸ਼ੇ ਵਾਲੇ ਨੂੰ ਸੁਮੀਤ ਦੇ ਹੋਸਟਲ ਦਾ ਪਤਾ ਦੱਸਿਆ।
ਹੋਸਟਲ ਤੋਂ ਕਾਫੀ ਉਰਾਂ ਉਹਨੇ ਸਕੂਟਰ ਰਿਕਸ਼ਾ ਰੋਕ ਕੇ ਸੁਮੀਤ ਨੂੰ ਉਤਾਰ ਦਿੱਤਾ ਤੇ ਆਖਿਆ, ਇੱਥੋਂ ਅੱਗੇ ਪੈਦਲ ਚਲੇ ਜਾਣਾ, ਤੇ ਆਪ ਉਸੇ ਸਕੂਟਰ ਰਿਕਸ਼ੇ 'ਚ ਆਪਣੇ ਘਰ ਨੂੰ ਪਰਤ ਆਇਆ। ਅਧਿਆਇ 17। ਸੁਮੀਤ ਦੇ ਭੂਆ ਜੀ ਕੈਨੇਡਾ ਤੋਂ ਆਏ ਸਨ। ਸੁਮੀਤ ਉਹਨਾਂ ਨੂੰ ਮਿਲਣ ਘਰ ਗਈ। ਉਹ 2-3 ਦਿਨ ਤੱਕ ਪਰਤ ਆਉਣ ਲਈ ਆਖੀ ਗਈ ਸੀ, ਪਰ ਹਫ਼ਤਾ ਹੋ ਗਿਆ ਸੀ ਗਈ ਨੂੰ। ਪ੍ਰੋਫੈਸਰ ਚੌਹਾਨ ਮਨ ਹੀ ਮਨ ਬਹੁਤ ਫਿਕਰਮੰਦ ਹੋ ਰਹੇ ਸਨ। ਅੱਜ ਵਾਪਸ ਫਲੈਟ 'ਚ ਜਾ ਕੇ ਉਹਨੇ ਕਈ ਵਾਰ ਸੋਚਿਆ ਕਿ ਸੁਮੀਤ ਦੇ ਘਰ ਫੋਨ ਕਿਉਂ ਨਾ ਕਰ ਲਿਆ ਜਾਏ, ਪਰ ਹਰ ਵਾਰੀ ਉਹ ਝਿਜਕ ਗਿਆ। ਜ਼ਰਾ ਕੁ ਹਨੇਰਾ ਹੋਣ ਉੱਤੇ ਉਹਨੇ ਵੇਲੇ ਕੁ ਵੇਲੇ ਲਈ ਰੱਖੀ ਵਿਸਕੀ ਦੀ ਬੋਤਲ ਕੱਢ ਲਈ। 3 ਕੁ ਪੈਗ ਪੀਣ ਮਗਰੋਂ ਉਹਨੂੰ ਕਰਾਰ ਜਿਹਾ ਆ ਗਿਆ। ਉਹਨੇ ਸੁਮੀਤ ਦੇ ਘਰ ਫੋਨ ਕੀਤਾ। ਬਾਈ ਚਾਂਸ ਫੋਨ ਸੁਮੀਤ ਨਹੀਂ ਚੁੱਕਿਆ। ਤੂੰ ਸੁਮੀਤ, ਇੰਨੇ ਦਿਨ ਹੋ ਗਏ ਆਈ ਨਹੀਂ, ਆਈ ਮਿਸ ਯੂ। ਇੱਥੇ ਘਰ ਬੜਾ ਰਫੜ ਪਿਆ ਹੋਇਆ। ਉਹ ਕੈਨੇਡਾ ਵਾਲਾ ਇੰਜੀਨੀਅਰ ਲੜਕਾ ਭੂਆ ਜੀ ਦੇ ਨਾਲ ਹੀ ਇੰਡੀਆ ਆ ਗਿਆ। ਵੀਰੇ ਨੇ ਉਹਦੇ ਪਿੰਡ ਜਾ ਕੇ ਸਭ ਪਤਾ ਸਤਾ ਵੀ ਕਰ ਲਿਆ। ਕੱਲ੍ਹ ਉਹ ਆਇਆ ਸੀ ਤੇ ਹਾਂ ਕਰ ਗਿਆ। ਉਹਦੇ ਘਰ ਦੇ ਵਿਆਹ ਦੀ ਤਾਰੀਖ ਛੇਤੀ ਰੱਖ ਲੈਣ ਲਈ ਆਖ ਰਹੇ ਸਨ। ਸੁਮੀਤ ਇੱਕੋ ਸਾਹ ਕੇ ਨਹੀਂ ਕੁਝ ਕਹਿ ਗਈ। ਨਹੀਂ ਸੁਮੀਤ ਨਹੀਂ, ਕੱਲ੍ਹ ਹੀ ਵਾਪਸ ਆ ਜਾ, ਆਪਾਂ ਕੋਰਟ ਮੈਰਿਜ ਕਰ ਲਾਂਗੇ, ਪਰ ਫਿਰ ਕੋਈ ਕੁਝ ਨਹੀਂ ਕਰ ਸਕਦਾ, ਪਲੀਜ਼ ਸੁਮੀਤ। ਪ੍ਰੋਫੈਸਰ ਚੌਹਾਨ ਨੇ ਜਿਵੇਂ ਰੋਣ ਹਾਕਾ ਹੋ ਕੇ ਆਖਿਆ। ਕੱਲ੍ਹ ਮੈਂ ਬਾਹਰੋਂ STD ਤੋਂ ਫੋਨ ਕਰਾਂਗੀ, ਹੁਣ ਕੋਈ ਆ ਰਿਹਾ, ਆਖਦੀ ਸੁਮੀਤ ਨੇ ਫੋਨ ਰੱਖ ਦਿੱਤਾ। ਕੌਣ ਸੀ? ਸੁਮੀਤ ਦੇ ਬੀਜੀ ਨੇ ਪੁੱਛਿਆ। ਕਿਰਨ ਸੀ, ਮੇਰੀ ਸਹੇਲੀ, ਚੰਡੀਗੜ੍ਹ ਤੋਂ ਪੁੱਛ ਰਹੀ ਸੀ ਕਿ ਇੰਨੇ ਦਿਨ ਹੋ ਗਏ ਨੇ, ਆਈ ਕਿਉਂ ਨਹੀਂ। ਸੁਮੀਤ ਨੇ ਬਹਾਨਾ ਬਣਾਇਆ। ਐਵੇਂ ਨਾ ਨੁੱਕਰ ਨਹੀਂ ਕਰੀਦੀ, ਚੰਗੇ ਮੁੰਡੇ ਕਿਹੜਾ ਛੇਤੀ ਕੀਤਿਆਂ ਇੱਥੇ ਆਉਂਦੇ ਨੇ, ਨਾਲੇ ਹੁਣ ਕਿਹੜਾ ਤੇਰੇ ਪਾਪਾ ਬੈਠੇ ਨੇ ਵੀ ਇੱਕ ਨਹੀਂ ਤਾਂ ਦੂਜਾ ਲੱਭ ਲੈਣਗੇ। ਇਹ ਤਾਂ ਤੇਰੇ ਭੂਆ ਜੀ ਨੂੰ ਤੇਰਾ ਫਿਕਰ ਹੈ, ਤਾਂ ਆਪਾਂ ਸਾਰਾ ਕੁਝ ਪਤਾ ਸਤਾ ਕਰਕੇ ਅਗਲਿਆਂ ਨੂੰ ਮਨਾ ਕੇ ਮੁੰਡੇ ਨੂੰ ਨਾਲ ਲੈ ਕੇ ਆਏ ਨੇ। ਅਜੇ ਮੁੰਡੇ ਨੂੰ 20 ਆਥਣ ਨੂੰ ਸਾਕਾਂ ਵਾਲੇ ਤਿਆਰ ਹੋ ਜਾਣਗੇ। ਸੁਮੀਤ ਦੀ ਬੀਜੀ ਨੇ ਫਿਰ ਉਹੀ ਗੱਲ ਸ਼ੁਰੂ ਕਰ ਲਈ। ਮੈਂ ਤਾਂ ਇਹੀ ਆਖਿਆ ਵੀ ਅਜੇ ਕਾਹਲੀ ਕੀ ਹੈ, ਮੈਨੂੰ ਆਪਣੀ ਪੜ੍ਹਾਈ ਤਾਂ ਪੂਰੀ ਕਰ ਲੈਣ। ਸੁਮੀਤ ਜ਼ਰਾ ਕੁ ਨਾਰਾਜ਼ ਹੋ ਕੇ ਬੋਲੀ। ਇਮਤਿਹਾਨ ਤੂੰ ਵਿਆਹ ਤੋਂ ਮਗਰੋਂ ਦੇ ਲਈ, 2-4 ਮਹੀਨੇ ਤੱਕ ਕਾਗਜ਼ ਕੂਗਜ਼ ਬਣਦਿਆਂ ਵੀ ਲੱਗ ਜਾਂਦੇ ਨੇ। ਬਾਕੀ ਗੱਲ ਤਾਂ ਕਿਸੇ ਸਿਰੇ ਲੱਗੇ, ਵਿਆਹ ਹੋਵੇ, ਮੇਰੇ ਸਿਰੋਂ ਭਾਰ ਲਹੇ। ਸਾਰਾ ਦਿਨ ਇੱਕੋ ਗੱਲ ਕਰ ਕਰਕੇ ਤੁਸੀਂ ਮੇਰਾ ਸਿਰ ਦੁਖਣ ਲਾ ਦਿੱਤਾ ਹੈ, ਆਖਦੀ ਸੁਮੀਤ ਪਰਸ ਵਿੱਚੋਂ ਸਿਰ ਦੁਖਦੇ ਦੀ ਗੋਲੀ ਲੱਭਣ ਲੱਗ ਪਈ। ਅਗਲੇ ਦਿਨ ਐਤਵਾਰ ਸੀ। ਪ੍ਰੋਫੈਸਰ ਚੌਹਾਨ ਘਰ ਹੀ ਸੀ। ਸਾਰੀ ਰਾਤ ਉਹਨੂੰ ਨੀਂਦ ਨਹੀਂ ਸੀ ਆਈ। ਉਹਦਾ ਸਾਰਾ ਜਿਸਮ ਜਿਵੇਂ ਟੁੱਟ ਰਿਹਾ ਸੀ। ਉਹਨੇ ਸੁਮੀਤ ਦੇ ਘਰ ਫੋਨ ਕੀਤਾ, ਪਰ ਕਿਸੇ ਨੇ ਚੁੱਕਣ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ। 10 ਕੁ ਮਿੰਟਾਂ ਮਗਰੋਂ ਫੇਰ ਕੀਤਾ ਤੇ ਉਸੇ ਤਰ੍ਹਾਂ ਫੇਰ ਬੰਦ ਕਰ ਦਿੱਤਾ। ਆਪਣੇ ਜਾਣੇ ਉਹ ਸੁਮੀਤ ਨੂੰ ਦੱਸ ਰਿਹਾ ਸੀ ਕਿ ਮੈਂ ਤੇਰੇ ਫੋਨ ਦਾ ਇੰਤਜ਼ਾਰ ਕਰ ਰਿਹਾ। ਪਤਾ ਨਹੀਂ ਕਿਵੇਂ ਸੱਚਮੁੱਚ ਹੀ ਸੁਮੀਤ ਉਹਦੀ ਗੱਲ ਸਮਝ ਗਈ। ਬੀਜੀ, ਮੈਂ ਗੁਰਦੁਆਰੇ ਮੱਥਾ ਟੇਕ ਕੇ ਆਉਣਾ ਚਾਹੁੰਦੀ ਹਾਂ। ਤਿਆਰ ਹੋ ਕੇ ਜਦੋਂ ਸੁਮੀਤ ਨੇ ਆਖਿਆ ਤਾਂ ਮਾਂ ਉਹਦੀ ਸਗੋਂ ਖੁਸ਼ ਹੋ ਗਈ। ਛੇਤੀ ਆ ਜਾਈ, ਨਾਲੇ ਛੋਟੀ ਗੱਡੀ ਲੈ ਕੇ ਜਾ, ਵੱਡੀ ਕਾਕੇ ਨੇ ਲੈ ਕੇ ਜਾਣੀ ਹੋਊ। ਸੁਮੀਤ ਗੁਰਦੁਆਰੇ ਆ ਗਈ, ਮੱਥਾ ਟੇਕ ਕੇ ਆਈ ਤੇ ਫਿਰ ਸਾਹਮਣੀ ਦੁਕਾਨ ਅੰਦਰ STD ਤੋਂ ਪ੍ਰੋਫੈਸਰ ਚੌਹਾਨ ਨੂੰ ਫੋਨ ਕਰਨ ਚਲੀ ਗਈ। ਸਰ, ਮੈਂ ਬੋਲਦੀ ਹਾਂ, ਸੁਮੀਤ, ਉਹਨੇ ਕੈਬਿਨ ਦਾ ਬੂਹਾ ਬੰਦ ਕਰਦੀ ਨੇ ਦੱਸਿਆ। ਹਾਂ ਸੁਮੀਤ, ਤੂੰ ਬਸ ਮੇਰੇ ਕੋਲ ਆ ਜਾ। ਸਰ, ਮੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਕਰਾਂ। ਕੁਝ ਨਾ ਕਰ, ਬਸ ਮੇਰੇ ਕੋਲ ਆ ਜਾ, ਹਮੇਸ਼ਾ ਹਮੇਸ਼ਾ ਲਈ। ਸਰ, ਤੁਸੀਂ ਕੋਰਟ ਮੈਰਿਜ ਦਾ ਸਭ ਇੰਤਜ਼ਾਮ ਕਰ ਲਓਗੇ? ਨਹੀਂ ਤਾਂ ਮੇਰੇ ਬ੍ਰਦਰ ਨੇ ਮੈਨੂੰ ਵੀ ਤੇ ਤੁਹਾਨੂੰ ਵੀ ਗੋਲੀ ਮਾਰ ਦੇਣੀ ਹੈ। ਹਾਂ, ਕਰ ਰੱਖਾਂਗਾ ਤੇਰੇ ਲਈ ਸੁਮੀਤ, ਮੈਂ ਮਰਨ ਨੂੰ ਵੀ ਤਿਆਰ ਹਾਂ। ਇੰਤਜ਼ਾਮ ਕਰਕੇ ਫੋਨ ਕਰ ਦੇਣਾ, ਬਸ ਇੰਨਾ ਹੀ ਆਖਣਾ ਕਿ ਫਲਾਣੀ ਤਰੀਕ ਨੂੰ ਇਮਤਿਹਾਨ ਸ਼ੁਰੂ ਹੈ, ਮੈਂ ਸਮਝ ਜਾਵਾਂਗੀ। ਪੱਕੀ ਗੱਲ ਹੈ ਨਾ ਸੁਮੀਤ, ਤੂੰ ਆ ਜਾਏਂਗੀ, ਪਰ ਛੇਤੀ ਕਰਨਾ ਸਰ, ਨਾਲੇ ਕਿਸੇ ਨੂੰ ਪਤਾ ਨਾ ਲੱਗੇ। ਤੂੰ ਪਰਵਾਹ ਨਾ ਕਰ। ਆਈ ਲਵ ਯੂ ਸੁਮੀਤ। ਥੈਂਕ ਯੂ ਵੈਰੀ ਮਚ ਸਰ। ਅੱਛਾ ਬਾਈ, ਆਖਦੀ ਸੁਮੀਤ ਨੇ ਫੋਨ ਰੱਖ ਦਿੱਤਾ। ਪੈਸੇ ਦੇ ਕੇ ਮੁੜ ਕਾਰ 'ਚ ਬੈਠੀ, ਸੋਚਾਂ ਜਿਹੀਆਂ 'ਚ ਘਿਰੀ ਉਹ ਘਰ ਪਹੁੰਚ ਗਈ। ਘਰ ਪਹੁੰਚੀ ਤਾਂ ਉਹਦੀ ਮਾਂ ਨੇ ਦੱਸਿਆ, ਸੁਮੀਤ, ਤੇਰੇ ਭੂਆ ਜੀ ਦਾ ਫੋਨ ਆਇਆ ਸੀ ਕਿ 21 ਤਰੀਕ ਦਾ ਵਿਆਹ ਰੱਖ ਲੈਂਦੇ ਹਾਂ, ਅੱਜ 2 ਹੋਈ ਹੈ, ਜਿਵੇਂ ਮਰਜ਼ੀ ਕਰੋ। ਸੁਮੀਤ ਨੇ ਰੁੱਖਾ ਜਿਹਾ ਉੱਤਰ ਦਿੱਤਾ। ਇਉਂ ਨਹੀਂ ਕਰੀਦਾ, ਵਿਆਹ ਸ਼ਾਦੀਆਂ ਤਾਂ ਸੁੱਖ ਮਨਾ ਕੇ ਸ਼ਗਨਾਂ ਨਾਲ ਕਰੀਦੀਆਂ ਨੇ, ਇਹ ਦਿਨ ਕੋਈ ਨਿਤ ਆਉਂਦੇ ਨੇ, ਬੀਜੀ ਆਖ ਰਹੇ ਸਨ। ਅਗਲੇ ਦਿਨ ਆਥਣੇ ਪ੍ਰੋਫੈਸਰ ਚੌਹਾਨ ਦਾ ਫੋਨ ਆ ਗਿਆ। ਫੋਨ ਸੁਮੀਤ ਦੇ ਭਰਾ ਨੇ ਚੁੱਕਿਆ। ਮੈਂ ਡਿਪਾਰਟਮੈਂਟ ਦਾ ਕਲਰਕ ਬੋਲ ਰਿਹਾ ਵੀ, ਬਸ ਸੁਮੀਤ ਨੂੰ ਇਮਤਿਹਾਨ ਬਾਰੇ ਦੱਸਣਾ ਸੀ। ਪ੍ਰੋਫੈਸਰ ਚੌਹਾਨ ਨੇ ਬਹਾਨਾ ਬਣਾਇਆ। ਸੁਮੀਤ, ਤੇਰਾ ਫੋਨ, ਆ ਕੇ ਉਹਨੇ ਫੋਨ ਸੁਮੀਤ ਨੂੰ ਫੜਾ ਦਿੱਤਾ ਤੇ ਆਪ ਬਾਹਰ ਚਲਾ ਗਿਆ। ਹੈਲੋ, ਸੁਮੀਤ ਬੋਲੀ। ਤੁਹਾਡਾ ਇਮਤਿਹਾਨ ਸੋਮਵਾਰ ਨੂੰ 9 ਤਰੀਕ ਸਵੇਰੇ 10 ਵਜੇ ਸ਼ੁਰੂ ਹੋਏਗਾ, ਟਾਈਮ ਸਿਰ ਪਹੁੰਚ ਜਾਣਾ। ਮੈਂ ਐਤਵਾਰ ਸ਼ਾਮ ਤੱਕ ਹੋਸਟਲ ਆ ਜਾਵਾਂਗੀ। ਇਤਲਾਹ ਦੇਣ ਲਈ ਧੰਨਵਾਦ, ਆਖਦੀ ਸੁਮੀਤ ਨੇ ਫੋਨ ਰੱਖ ਦਿੱਤਾ।
ਬੁੱਧਵਾਰ ਤੋਂ ਐਤਵਾਰ ਤੱਕ ਦੇ ਦਿਨ ਸੁਮੀਤ ਲਈ ਤੌਖਲੇ, ਘਬਰਾਹਟ, ਫਿਕਰ, ਬੇਚੈਨੀ ਦੇ ਦਿਨ ਸਨ। ਵਿਆਹ ਦੀ ਤਾਰੀਖ 21 ਹੀ ਰੱਖ ਲਈ ਗਈ ਸੀ, ਪਰ ਸੁਮੀਤ ਨੇ ਆਖਿਆ ਕੁਝ ਦਿਨ ਤਾਂ ਮੇਰੇ ਟੈਸਟਾਂ ਨੂੰ ਹੀ ਲੱਗ ਜਾਣਗੇ। ਮੈਂ ਸੋਮਵਾਰ ਨੂੰ ਹੈੱਡ ਨੂੰ ਪੁੱਛ ਕੇ ਦੱਸ ਦਿਆਂਗੀ ਕਿ ਮੈਨੂੰ ਬਾਕੀ ਪੇਪਰਾਂ ਤੋਂ ਛੁੱਟੀ ਮਿਲ ਸਕਦੀ ਹੈ ਕਿ ਨਹੀਂ। ਉਸ ਹਿਸਾਬ ਨਾਲ ਡੇਟ ਰੱਖ ਲੈਣਾ, ਸੁਮੀਤ ਨੇ ਖਿੱਚ ਕੇ ਆਖਿਆ। ਚਲੋ ਵਿਆਹ ਲਈ ਤਾਂ ਮੰਨੀ, ਡੇਟ ਅੱਗੇ ਪਿੱਛੇ ਵੀ ਹੋ ਜਾਊ ਤਾਂ ਕੀ ਏ। ਮਾਂ ਉਹਦੀ ਨੇ ਸੋਚਿਆ ਤੇ ਉਹਦੀ ਭੂਆ ਨੂੰ ਫੋਨ ਕਰ ਦਿੱਤਾ ਕਿ 9 ਤਰੀਕ ਨੂੰ ਦੱਸ ਦਿਆਂਗੇ ਡੇਟ ਕਿਹੜੀ ਰੱਖੀਏ। ਫਿਰ ਦਿਨ ਥੋੜ੍ਹੇ ਨਾ ਰਹਿ ਜਾਣਗੇ ਤਿਆਰੀ ਲਈ, ਉਹਦੀ ਭੂਆ ਨੇ ਆਖਿਆ ਸੀ। ਤਿਆਰੀ ਦਾ ਅੱਜ ਕੱਲ੍ਹ ਕੀ ਹੈ, ਪੈਸੇ ਹੋਣੇ ਚਾਹੀਦੇ ਨੇ, ਸਭ ਕੁਝ ਤਿਆਰ ਮਿਲ ਜਾਂਦਾ ਹੈ। ਕਿਸਮਤ ਵਾਲੀ ਹੈ ਸੁਮੀਤ, ਨਹੀਂ ਇਹੋ ਜਿਹੇ ਮੁੰਡੇ, ਇਹੋ ਜਿਹਾ ਪਰਿਵਾਰ, ਇਹੋ ਜਿਹਾ ਘਰ ਕਿਤੇ ਧਰੇ ਪਏ ਨੇ। ਸੁਮੀਤ ਦੇ ਭੂਆ ਜੀ ਆਖ ਰਹੇ ਸਨ। ਚਲੋ ਤੁਹਾਡੇ ਸਹਾਰੇ ਨਾਲ ਇਹ ਕੰਮ ਹੋ ਜੂ ਤੇ ਮੇਰੇ ਸਿਰੋਂ ਭਾਰ ਲਹੂ। ਇਹਦੇ ਪਾਪਾ ਹੁੰਦੇ ਫੇਰ ਨਹੀਂ ਸੀ ਮੈਨੂੰ ਕੋਈ ਫਿਕਰ। ਆਖੇ ਡੁੱਬੀ ਤਾਂ ਜੇ ਸਾਹ ਨਾ ਆਇਆ, ਇਸੇ ਗੱਲ ਦਾ ਤਾਂ ਦੁੱਖ ਹੈ। ਆਪਣੀ ਧੀ ਨੂੰ ਆਪਣੇ ਹੱਥੀਂ ਤੋਰਦਾ, ਅਸੀਂ ਕਾਹਨੂੰ ਫਿਕਰ ਕਰਦੇ ਫਿਰਦੇ। ਪਰ ਉਸ ਵਿਚਾਰੇ ਦੇ ਵੀ ਕੀ ਅਖਤਿਆਰ ਸੀ, ਮਰਜ਼ੀ ਹੈ ਰੱਬ ਦੀ, ਭੂਆ ਜੀ ਰੋਣ ਹਾਕੇ ਹੋ ਕੇ ਆਖ ਰਹੇ ਸਨ। ਘਰ ਵਿੱਚ ਵਿਆਹ ਦੇ ਕੰਮਾਂ ਖਰਚਿਆਂ ਬਾਰੇ ਗੱਲਾਂ ਹੋ ਰਹੀਆਂ ਸਨ। ਵੱਡੀ ਭੈਣ ਨੂੰ ਟੈਲੀਫੋਨ ਉੱਪਰ ਦੱਸ ਦਿੱਤਾ ਸੀ ਤੇ ਮਾਮਿਆਂ ਨੂੰ ਵੀ ਕਾਰਡ ਪਸੰਦ ਕਰ ਲਏ ਗਏ ਸਨ, ਸਿਰਫ ਡੇਟ ਦੱਸਣੀ ਸੀ। ਗਹਿਣੇ ਕੱਪੜੇ ਸਭ 4 ਦਿਨਾਂ 'ਚ ਤਿਆਰ ਹੋ ਜਾਣੇ ਸਨ। ਐਤਵਾਰ ਨੂੰ 3 ਵਜੇ 2 ਸੂਟ ਤੇ 2,000 ਰੁਪਏ ਲੈ ਕੇ ਸੁਮੀਤ ਚੰਡੀਗੜ੍ਹ ਚਲੀ ਗਈ। ਗੱਡੀ ਉਹਨੇ ਵਾਪਸ ਭੇਜ ਦਿੱਤੀ ਕਿ ਇੱਕ ਅੱਧੇ ਦਿਨ ਵਿੱਚ ਜਦੋਂ ਆਉਣਾ ਹੋਇਆ ਫੋਨ ਕਰ ਦਿਆਂਗੀ। ਹੋਸਟਲ ਪਹੁੰਚ ਕੇ ਉਹਨੇ ਪ੍ਰੋਫੈਸਰ ਚੌਹਾਨ ਨੂੰ ਫੋਨ ਕਰ ਦਿੱਤਾ। ਉਹ ਉਸੇ ਵੇਲੇ ਮਿਲਣ ਆ ਗਿਆ। ਅਧਿਆਇ 18। ਕਿਸੇ ਨੂੰ ਪਤਾ ਵੀ ਨਾ ਲੱਗਿਆ 9 ਤਰੀਕ ਨੂੰ ਪ੍ਰੋਫੈਸਰ ਚੌਹਾਨ ਦੀ ਸੁਮੀਤ ਨਾਲ ਕੋਰਟ ਮੈਰਿਜ ਹੋ ਗਈ। ਉਸੇ ਦਿਨ ਆਥਣੇ ਪ੍ਰੋਫੈਸਰ ਚੌਹਾਨ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਛੋਟੀ ਜਿਹੀ ਪਾਰਟੀ ਦਿੱਤੀ। ਪ੍ਰੋਫੈਸਰ ਚੌਹਾਨ ਦੇ ਦੋਸਤਾਂ ਮਿੱਤਰਾਂ ਵਿੱਚੋਂ ਕਈਆਂ ਨੇ ਪਾਰਟੀ ਵੇਲੇ ਸੁਮੀਤ ਨੂੰ ਭਾਬੀ ਜੀ ਕਰਕੇ ਸੰਬੋਧਨ ਕੀਤਾ। ਪਤਾ ਨਹੀਂ ਕਿਉਂ ਸੁਮੀਤ ਨੂੰ ਇਹ ਸਭ ਅਜੀਬ ਲੱਗ ਰਿਹਾ ਸੀ। ਸਭ ਤੋਂ ਅਜੀਬ ਗੱਲ ਤਾਂ ਸੁਮੀਤ ਨੂੰ ਇਹ ਲੱਗੀ ਕਿ ਇਸ ਪਾਰਟੀ ਵੇਲੇ ਪ੍ਰੋਫੈਸਰ ਚੌਹਾਨ ਨੇ ਆਪਣੇ ਘਰਦਿਆਂ 'ਚੋਂ ਕੋਈ ਵੀ ਨਹੀਂ ਸੀ ਸੱਦਿਆ ਹੋਇਆ। ਸੁਮੀਤ ਦੇ ਘਰਦਿਆਂ ਨੇ ਤਾਂ ਭਲਾ ਆਉਣਾ ਹੀ ਕੀ ਸੀ। ਪਾਰਟੀ ਵੇਲੇ ਓਪਰਾ ਹੱਸਦੀ, ਓਪਰਾ ਮੁਸਕਰਾਉਂਦੀ, ਰਾਤ ਤੀਕ ਜਿਵੇਂ ਉਹ ਥੱਕ ਗਈ ਸੀ। ਉਹ ਠੰਡੇ ਪਾਣੀ ਨਾਲ ਨਹਾ ਕੇ ਸੌਂ ਜਾਣਾ ਚਾਹੁੰਦੀ ਸੀ। ਜੋ ਕੁਝ ਵੀ ਉਹਨੇ ਕੀਤਾ ਸੀ ਜਾਂ ਉਸ ਨਾਲ ਜੋ ਕੁਝ ਵੀ ਵਾਪਰਿਆ ਸੀ, ਉਹ ਸਭ ਕਾਸੇ ਨੂੰ ਕਈ ਭੁੱਲ ਜਾਣਾ ਚਾਹੁੰਦੀ ਸੀ। ਉਹਨੂੰ ਆਪਣੀ ਮਾਂ ਯਾਦ ਆਈ ਰੋਂਦੀ ਹੋਈ, ਭਰਾ ਯਾਦ ਆਇਆ ਗੁੱਸੇ ਦਾ ਭਰਿਆ ਪੀਤਾ, ਦਾਦਾ ਯਾਦ ਆਇਆ ਨਿੰਮੋਂ ਝੂਣਾ ਬੈਠਾ ਹੋਇਆ, ਪਿਓ ਦੀ ਤਾਂ ਸ਼ਾਇਦ ਇਸ ਘੜੀ ਮੜੀ ਵੀ ਤਪਦੀ ਹੋਊ। ਉਹ ਨਹਾਉਣ ਚਲੀ ਗਈ। ਨਹਾ ਕੇ ਆਈ ਤਾਂ ਪ੍ਰੋਫੈਸਰ ਚੌਹਾਨ ਨੇ ਉਹਦਾ ਹੱਥ ਫੜ ਕੇ ਕੋਲ ਬਿਠਾ ਲਿਆ। ਸੁਮੀਤ, ਮੈਂ ਤੈਨੂੰ ਫਸਾ ਲਿਆ, ਸਰਦਾਰਾਂ ਦੀ ਧੀ ਨੂੰ। ਪ੍ਰੋਫੈਸਰ ਚੌਹਾਨ ਨੇ ਕੁਝ ਹਾਸੇ ਤੇ ਕੁਝ ਸੰਜੀਦਗੀ ਨਾਲ ਥਿੜਕਦੀ ਆਵਾਜ਼ ਨਾਲ ਆਖਿਆ। ਸੁਮੀਤ ਕੁਝ ਨਹੀਂ ਬੋਲੀ, ਸਿਰਫ ਉਸ ਵੱਲ ਝਾਕਦੀ ਰਹੀ। ਸੁਮੀਤ, ਤੂੰ ਮੈਨੂੰ ਨਹੀਂ ਜਾਣਦੀ। ਮੈਂ ਉਹ ਨਹੀਂ ਜੋ ਤੂੰ ਮੈਨੂੰ ਸਮਝਦੀ ਹੈ, ਪ੍ਰੋਫੈਸਰ ਚੌਹਾਨ ਨੇ ਬੜਾ ਅਧੀਰ ਹੋ ਕੇ ਆਖਿਆ। ਤੁਸੀਂ ਜੋ ਵੀ ਹੋ, ਹੁਣ ਮੇਰੇ ਪਤੀ ਹੋ। ਹਾਂ, ਮੈਂ ਤੇਰਾ ਪਤੀ ਹਾਂ, ਪਤੀ ਪਰਮੇਸ਼ਰ। ਬਹੁਤੀ ਪੀ ਗਏ ਲੱਗਦੇ ਹੋ, ਸੁਮੀਤ ਨੇ ਹੱਥ ਛੁਡਾਉਂਦਿਆਂ ਹੱਸ ਕੇ ਆਖਿਆ। ਮੇਰਾ ਇੱਕ ਮਿੱਤਰ ਹੈ, ਉਹਨੇ ਆਪਣੀ ਵਹੁਟੀ ਪਹਿਲੀ ਰਾਤ ਮਗਰੋਂ ਹੀ ਛੱਡ ਦਿੱਤੀ। ਉਹ ਚੰਗੀ ਨਹੀਂ ਸੀ। ਤੈਨੂੰ ਸੁਮੀਤ ਮੇਰੇ ਕੋਲੋਂ ਡਰ ਨਹੀਂ ਲੱਗਦਾ? ਪ੍ਰੋਫੈਸਰ ਚੌਹਾਨ ਸੁਮੀਤ ਵੱਲ ਨੂੰ ਉਲਰਦਾ ਪੁੱਛਣ ਲੱਗਾ। ਕਿਉਂ, ਮੈਨੂੰ ਕਿਸ ਗੱਲ ਦਾ ਡਰ ਹੈ? ਸੁਮੀਤ ਨੇ ਬਿਨਾਂ ਸੋਚੇ ਸਮਝੇ ਜਵਾਬ ਦਿੱਤਾ। ਮੇਰੇ ਤੋਂ ਪਹਿਲਾਂ ਤੇਰਾ ਕੋਈ ਫਰੈਂਡ ਨਹੀਂ ਸੀ, ਮੈਂ ਨਹੀਂ ਮੰਨਦਾ। ਏਡੀ ਸੋਹਣੀ ਲੜਕੀ ਦੇ ਚਾਹੁਣ ਵਾਲੇ ਤਾਂ ਬਹੁਤ ਹੁੰਦੇ ਨੇ। ਚਾਹੁੰਦੇ ਤਾਂ ਬਥੇਰੇ ਹੋਣਗੇ, ਪਰ ਮੈਂ ਨਹੀਂ ਨਾ ਕਿਸੇ ਨੂੰ ਚਾਹਿਆ। ਜਿਹੜੀ ਲੜਕੀ ਘਰਦਿਆਂ ਨੂੰ ਬਿਨਾਂ ਦੱਸੇ ਕੋਰਟ ਮੈਰਿਜ ਕਰਵਾ ਸਕਦੀ ਹੈ, ਉਹ ਹੋਰ ਕੀ ਨਹੀਂ ਕਰ ਸਕਦੀ। ਤੁਸੀਂ ਇਹ ਰਾਹ ਦੱਸਿਆ ਸੀ, ਸੁਮੀਤ ਨੇ ਰੋਸੇ ਵਾਂਗ ਆਖਿਆ। ਤੈਨੂੰ ਹਾਸਲ ਕਰਨ ਦਾ ਹੋਰ ਕੋਈ ਰਾਹ ਵੀ ਤਾਂ ਨਹੀਂ ਸੀ। ਤੈਨੂੰ ਹਾਸਲ ਕਰਨ ਦੀ ਮੇਰੀ ਜ਼ਿੱਦ ਸੀ, ਪਰ ਮੈਂ ਤੈਨੂੰ ਉਹ ਸਾਰੇ ਸੁੱਖ ਨਹੀਂ ਦੇ ਸਕਾਂਗਾ ਜੋ ਤੈਨੂੰ ਆਪਣੇ ਘਰ ਪ੍ਰਾਪਤ ਸਨ। ਉਂਝ ਮੇਰੇ ਘਰ ਦੇ ਤੈਨੂੰ ਬਹੁਤ ਪਿਆਰ ਕਰਨਗੇ। ਆਪਾਂ ਪਿੰਡ ਕਦੋਂ ਚੱਲਾਂਗੇ? ਪਿੰਡ 'ਚ ਜਾ ਕੇ ਕੀ ਕਰਾਂਗੇ? ਉੱਥੇ ਕੱਚੇ ਪੱਕੇ ਜਿਹੇ ਘਰ ਹੁੰਦੇ ਨੇ, ਮਗਰ ਕੋਠੜੀ 'ਚ ਨਿੱਘ ਮੂਹਰੇ ਸਬਾਤ ਵਿੱਚ ਸਰਦੀਆਂ ਨੂੰ ਕੋਲੇ ਮੱਝ ਖੜੀ ਹੁੰਦੀ ਹੈ, ਕੋਲੀ ਘਰ ਦੇ ਜੀਅ ਸੁੱਤੇ ਹੁੰਦੇ ਨੇ। ਗਰਮੀਆਂ 'ਚ ਡੰਗਰਾਂ ਤੇ ਬੰਦਿਆਂ ਲਈ ਇੱਕੋ ਹੀ ਵਿਹੜਾ ਹੁੰਦਾ। ਬਹੁਤਾ ਕੀਤਾ ਕਿਸੇ ਨੇ ਮੰਜੀ ਕੋਠੇ 'ਤੇ ਚੜ੍ਹ ਲਈ। ਪ੍ਰੋਫੈਸਰ ਚੌਹਾਨ ਨੇ ਆਖਿਆ, ਪਿੰਡ ਆਪਾਂ ਦੀਵਾਲੀ ਨੂੰ ਚੱਲਾਂਗੇ। ਫਿਰ ਸੁਮੀਤ ਬੋਲੀ, ਪਿੰਡ ਜਾ ਕੇ ਆਪਾਂ ਬੀਬੀ ਨੂੰ ਆਪਣੇ ਨਾਲ ਲਿਆਵਾਂਗੇ। ਨਹੀਂ, ਉਹ ਸਾਡੇ ਕੋਲ ਨਹੀਂ ਆਉਣਗੇ। ਉਹ ਮਿਹਨਤ ਕਰਕੇ ਇੱਜ਼ਤ ਨਾਲ ਜਿਉਣ ਵਾਲੀ ਔਰਤ ਹੈ, ਵਿਹਲੀ ਬੈਠ ਕੇ ਖਾਣ ਵਾਲੀ ਨਹੀਂ।
ਇਹ ਜਿਹੜੀ ਕਾਣੀ ਆਰਥਿਕ ਵੰਡ ਹੈ, ਇਸ ਤੋਂ ਵੱਡਾ ਪਾਪ ਕੋਈ ਨਹੀਂ ਸੰਸਾਰ 'ਚ। ਰੱਬ ਨੂੰ ਚਾਹੀਦਾ ਇਸ ਦੁਨੀਆ ਨੂੰ ਢਾਹ ਦੇਵੇ ਤੇ ਮੁੜ ਕੇ ਬਣਾਵੇ, ਪਰ ਰੱਬ ਵੀ ਤਾਂ ਅੱਜ ਕੱਲ੍ਹ ਅਮੀਰਾਂ ਦਾ ਹੀ ਹੈ। ਮੂੰਹ ਅੱਗੇ ਹੱਥ ਰੱਖ ਕੇ ਸੁਮੀਤ ਨੇ ਉਬਾਸੀ ਲਈ। ਥੱਕ ਗਈ? ਸਰਦਾਰਾਂ ਦੀ ਧੀ ਮੇਰੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਥੱਕ ਗਈ ਹੋਣੀ ਹੈ, ਆਖਦਾ ਪ੍ਰੋਫੈਸਰ ਚੌਹਾਨ ਇੱਕ ਟੱਕ ਸੁਮੀਤ ਵੱਲ ਵੇਖਦਾ ਰਿਹਾ। ਸੁਮੀਤ ਕੁਝ ਨਹੀਂ ਬੋਲੀ। ਉਂਝ ਤਾਂ ਸੁਮੀਤ ਮੈਨੂੰ ਤੇਰੇ ਉੱਪਰ ਤਰਸ ਵੀ ਆਉਂਦਾ ਹੈ ਕਿ ਤੂੰ ਕਿੱਡੀ ਭੋਲੀ ਹੈ। ਕੱਲ੍ਹ ਆਪਾਂ ਸ੍ਰੀਨਗਰ ਚੱਲਾਂਗੇ, ਅਗਲੀ ਜ਼ਿੰਦਗੀ ਉੱਥੇ ਹੀ ਸ਼ੁਰੂ ਕਰਾਂਗੇ। ਤੇਰੇ ਪਰਸ 'ਚ ਕੁਝ ਪੈਸੇ ਹੈਗੇ ਨੇ ਨਾ? ਪ੍ਰੋਫੈਸਰ ਚੌਹਾਨ ਨੇ ਉਸ ਵੱਲ ਝਾਕ ਕੇ ਪੁੱਛਿਆ। ਹਾਂ ਹੈਗੇ ਨੇ, 2500 ਰੁਪਏ। 500 ਰੁਪਏ ਪਹਿਲੇ ਸਨ, 2000 ਬੀਜੀ ਨੇ ਆਉਣ ਲੱਗੀ ਨੂੰ ਦਿੱਤੇ ਸੀ, ਸੁਮੀਤ ਨੇ ਦੱਸਿਆ। ਅੱਛਾ ਤੂੰ ਬੈਡਰੂਮ 'ਚ ਜਾ ਕੇ ਸੌਂ ਜਾ, ਮੈਂ ਅਜੇ ਕੁਝ ਚਿਰ ਬੈਠਾਂਗਾ। ਪ੍ਰੋਫੈਸਰ ਚੌਹਾਨ ਨੇ ਜਦੋਂ ਆਖਿਆ, ਸੁਮੀਤ ਚੁੱਪਚਾਪ ਦੂਜੇ ਕਮਰੇ ਚਲੀ ਗਈ। ਹੋਸਟਲ ਤੋਂ ਲਿਆਂਦੇ ਅਟੈਚੀ ਕੇਸ 'ਚੋਂ ਨਾਈਟ ਸੂਟ ਕੱਢਿਆ, ਬਾਥਰੂਮ ਜਾ ਕੇ ਮੂੰਹ ਹੱਥ ਧੋਤਾ, ਫਿਰ ਚੁੱਪਚਾਪ ਬਿਸਤਰੇ 'ਚ ਪੈ ਗਈ। ਬਹੁਤ ਦੇਰ ਤੱਕ ਉਹਨੂੰ ਨੀਂਦ ਨਹੀਂ ਸੀ ਆ ਰਹੀ। ਅੱਜ ਦਾ ਸੁਪਨੇ ਵਾਂਗ ਸਭ ਕੁਝ ਵਾਪਰਿਆ ਹੁਣ ਉਹਨੂੰ ਬੇਚੈਨ ਕਰ ਰਿਹਾ ਸੀ। ਉਹਨੂੰ ਘਬਰਾਹਟ ਹੋ ਰਹੀ ਸੀ ਕਿ ਬੀਜੀ ਨੂੰ ਕੱਲ੍ਹ ਨੂੰ ਜਦੋਂ ਕਿਰਨ ਨੇ ਫੋਨ ਕੀਤਾ, ਉਹ ਵਿਕਰਮ ਨੂੰ ਕਿਵੇਂ ਦੱਸਣਗੇ? ਭੂਆ ਜੀ ਨੂੰ ਕੀ ਆਖਣਗੇ? ਭੂਆ ਜੀ ਅੱਗੋਂ ਅਗਲਿਆਂ ਨੂੰ ਕੀ ਜਵਾਬ ਦੇਣਗੇ? ਉਹਨੇ ਉੱਠ ਕੇ ਪਰਸ ਵਿੱਚੋਂ ਕੱਢ ਕੇ ਕੰਪੋਜ਼ ਦੀਆਂ ਇਕੱਠੀਆਂ ਹੀ 2 ਗੋਲੀਆਂ ਪਾਣੀ ਨਾਲ ਅੰਦਰ ਸੁੱਟ ਲਈਆਂ। ਫਿਰ ਪਤਾ ਨਹੀਂ ਕਦੋਂ ਉਹਨੂੰ ਬੇਹੋਸ਼ੀ ਵਰਗੀ ਨੀਂਦ ਆ ਗਈ। ਸਵੇਰੇ ਜਦੋਂ ਜਾਗੀ ਤਾਂ ਪ੍ਰੋਫੈਸਰ ਚੌਹਾਨ ਚਾਹ ਦਾ ਕੱਪ ਲਈ ਉਹਦੇ ਸਿਰਹਾਣੇ ਖੜ੍ਹੇ ਸਨ। ਸੌਰੀ, ਮੈਨੂੰ ਜਾਗ ਹੀ ਨਹੀਂ ਆਈ, ਉਹ ਘਬਰਾ ਕੇ ਉੱਠ ਬੈਠੀ। ਤੂੰ ਸੁੱਤੀ ਪਈ ਇੰਨੀ ਸੋਹਣੀ ਲੱਗਦੀ ਸੀ ਕਿ ਮੇਰਾ ਜਗਾਉਣ ਨੂੰ ਮਨ ਹੀ ਨਹੀਂ ਕੀਤਾ। ਪ੍ਰੋਫੈਸਰ ਚੌਹਾਨ ਨੇ ਉਹਨੂੰ ਚਾਹ ਦਾ ਕੱਪ ਫੜਾਉਂਦਿਆਂ ਆਖਿਆ। ਚਾਹ ਦਾ ਕੱਪ ਫੜ ਕੇ ਸੁਮੀਤ ਸੋਚਾਂ ਜਿਹੀਆਂ 'ਚ ਡੁੱਬੀ ਚਾਹ ਪੀਣ ਲੱਗੀ। ਚਾਹ ਪੀ ਕੇ ਤਿਆਰ ਹੋ ਜਾਓ ਲਕਸ਼ਮੀ ਜੀ, ਆਪਾਂ 8 ਵਜੇ ਦੀ ਗੱਡੀ ਫੜਨੀ ਹੈ, ਪ੍ਰੋਫੈਸਰ ਚੌਹਾਨ ਨੇ ਮੁਸਕਰਾਉਂਦਿਆਂ ਆਖਿਆ। ਸੁਮੀਤ ਕੱਪੜੇ ਕੱਢ ਕੇ ਤੌਲੀਆ ਚੁੱਕ ਕੇ ਨਹਾਉਣ ਚਲੀ ਗਈ। ਪ੍ਰੋਫੈਸਰ ਚੌਹਾਨ ਪਹਿਲੇ ਹੀ ਤਿਆਰ ਸੀ। ਨਹਾ ਕੇ ਤਿਆਰ ਹੋ ਕੇ ਵਾਲ ਵਾਹ ਕੇ ਜਦੋਂ ਗੁੱਤ ਕਰਕੇ ਹਟੀ ਤਾਂ ਅਲਮਾਰੀ 'ਚੋਂ ਸੰਧੂਰ ਦੀ ਡੱਬੀ ਕੱਢ ਚੁਟਕੀ ਭਰ ਕੇ ਪ੍ਰੋਫੈਸਰ ਚੌਹਾਨ ਉਹਦੀ ਚੀਰਨੀ 'ਚ ਪਾਉਂਦਾ ਬੋਲਿਆ, ਸੁਹਾਗਣਾ ਆਪਣਾ ਚੀਰ ਵਿੱਚ ਸੰਧੂਰ ਪਾਉਂਦੀਆਂ ਨੇ, ਇਹ ਵਿਆਹੀ ਹੋਈ ਲੜਕੀ ਦੀ ਨਿਸ਼ਾਨੀ ਹੁੰਦੀ ਹੈ। ਸੁਮੀਤ ਹੈਰਾਨ ਹੋ ਗਈ ਕਿ ਪ੍ਰੋਫੈਸਰ ਚੌਹਾਨ ਨੇ ਆਪ ਹੀ ਸੰਧੂਰ ਦੀ ਡੱਬੀ ਲਿਆ ਰੱਖੀ ਸੀ। ਆਪਣੀ ਸੰਧੂਰ ਵਾਲੀ ਚੀਰ ਵੱਲ ਉਹ ਕਿੰਨਾ ਹੀ ਚਿਰ ਦੇਖਦੀ ਰਹੀ। ਬ੍ਰੇਕਫਾਸਟ ਕੀ ਲਓਗੇ? ਸੁਮੀਤ ਨੇ ਪੁੱਛਿਆ। ਬ੍ਰੈਡ ਬਟਰ ਤੇ ਅੰਡਿਆਂ ਦੇ ਆਮਲੇਟ ਬਣਾ ਕੇ ਮੈਂ ਲੈ ਚੁੱਕਿਆ, ਤੂੰ ਲੈ। ਅੱਜ ਦਾ ਦਿਨ ਮੈਂ ਸੋਚਿਆ ਮੈਂ ਹੀ ਮਾਲਕਨ ਦੀ ਸੇਵਾ ਕਰਦਿਆਂ ਫਿਰ ਤਾਂ ਉਹੀ ਕਰਿਆ ਕਰੇਗੀ, ਪ੍ਰੋਫੈਸਰ ਚੌਹਾਨ ਨੇ ਹੱਸ ਕੇ ਆਖਿਆ। 2 ਛੋਟੇ ਸਲਾਈਸ ਬ੍ਰੈਡ ਤੇ ਬਹੁਤ ਥੋੜ੍ਹਾ ਮੱਖਣ ਲਗਾ ਕੇ ਸੁਮੀਤ ਨੇ ਚਾਹ ਦੇ ਕੱਪ ਨਾਲ ਲੈ ਲਈ ਤੇ ਆਮਲੇਟ ਉਸੇ ਤਰ੍ਹਾਂ ਛੱਡ ਦਿੱਤਾ। ਖਾਣਾ ਨਹੀਂ? ਪ੍ਰੋਫੈਸਰ ਚੌਹਾਨ ਨੇ ਪੁੱਛਿਆ। ਮਨ ਨਹੀਂ ਆਮਲੇਟ ਖਾਣ ਦਾ, ਸੁਮੀਤ ਦਾ ਜਵਾਬ ਸੀ। ਆਪਾਂ ਤਾਂ ਜਾਣਾ ਹੈ, ਫਿਰ ਵੇਸਟ ਕਾਹਨੂੰ ਕਰਨਾ ਹੈ? ਲਿਆ ਇੱਧਰ, ਮੈਂ ਹੀ ਲੈ ਲੈਣਾ, ਆਖਦਿਆਂ ਪ੍ਰੋਫੈਸਰ ਚੌਹਾਨ ਨੇ ਆਮਲੇਟ ਵਾਲੀ ਪਲੇਟ ਫੜ ਲਈ। 8 ਵੱਜਣ ਤੋਂ ਪਹਿਲਾਂ ਹੀ ਉਹ ਤਿਆਰ ਹੋ ਕੇ ਸਟੇਸ਼ਨ 'ਤੇ ਆ ਗਏ। ਰਿਜ਼ਰਵੇਸ਼ਨ ਪ੍ਰੋਫੈਸਰ ਚੌਹਾਨ ਨੇ ਪਹਿਲਾਂ ਹੀ ਕਰਵਾ ਰੱਖੀ ਸੀ। ਗੱਡੀ ਟਾਈਮ ਸਿਰ ਆਈ ਤੇ ਟਾਈਮ ਸਿਰ ਹੀ ਤੁਰ ਗਈ। ਗੱਡੀ ਬਹੁਤ ਤੇਜ਼ ਅੱਗੇ ਨੂੰ ਜਾ ਰਹੀ ਸੀ ਤੇ ਉਸੇ ਤੇਜ਼ੀ ਨਾਲ ਸੁਮੀਤ ਦੀਆਂ ਸੋਚਾਂ ਪਿੱਛੇ ਨੂੰ ਘੁੰਮ ਰਹੀਆਂ ਸਨ। ਪਤਾ ਨਹੀਂ ਕਿਉਂ ਅੱਜ ਉਹਨੂੰ ਆਪਣੇ ਪਾਪਾ ਬਹੁਤ ਯਾਦ ਆਏ। ਬਚਪਨ 'ਚ ਪਾਪਾ ਨੇ ਉਹਦੇ ਕਿੰਨੇ ਸਾਰੇ ਨਾਂ ਰੱਖੇ ਹੋਏ ਸਨ। ਕੁਝ ਪਿਆਰ ਨਾਲ, ਕੁਝ ਖਿਜਾਉਣ ਲਈ। ਉਹ ਸਭ ਵੀ ਯਾਦ ਆਏ, ਜਿਵੇਂ ਪਾਪਾ ਉਹਨੂੰ ਕਦੇ ਸੰਮੀ, ਕਦੇ ਮੀਤਾ, ਕਦੇ ਮੇਮ ਦੀ ਬੱਚੀ, ਕਦੇ ਬਿੱਲ ਬਤੌਰੀ, ਕਦੇ ਘੁੱਗੀ ਆਖਦੇ ਹੁੰਦੇ ਸੀ। ਪਾਪਾ, ਮੇਰੀ ਪ੍ਰੋਫੈਸਰ ਚੌਹਾਨ ਨਾਲ ਸ਼ਾਦੀ ਹੋ ਗਈ ਹੈ, ਤੁਸੀਂ ਨਾਰਾਜ਼ ਤਾਂ ਨਹੀਂ? ਉਹਨੇ ਮਨ ਹੀ ਮਨ ਜਿਵੇਂ ਆਪਣੇ ਪਾਪਾ ਨੂੰ ਪੁੱਛਿਆ। ਪਾਪਾ ਬੀਜੀ ਕਈ ਵਾਰ ਬਹੁਤ ਖਿਝ ਜਾਂਦੇ ਨੇ, ਉਹ ਵਿਕਰਮ ਨੂੰ ਕੁਝ ਨਹੀਂ ਆਖਦੇ, ਮੈਨੂੰ ਝਿੜਕਣ ਲੱਗ ਜਾਂਦੇ ਨੇ। ਪਾਪਾ, ਵਿਕਰਮ ਦੀ ਵਹੁਟੀ ਬਹੁਤ ਚੰਗੀ ਹੈ ਤੇ ਵਿਕਰਮ ਉਹਨੂੰ ਵੀ ਡਾਂਟ ਦਿੰਦਾ ਹੈ। ਪਾਪਾ, ਵਿਕਰਮ ਬਹੁਤ ਨਾਰਾਜ਼ ਹੋਏਗਾ ਨਾ? ਪਰ ਪਤਾ ਨਹੀਂ ਪਾਪਾ ਮੇਰੇ ਕੋਲੋਂ ਇਹ ਸਭ ਕਿਵੇਂ ਹੋ ਗਿਆ। ਉਹ ਮੇਰਾ ਵਿਆਹ ਕਰਕੇ ਕੈਨੇਡਾ ਭੇਜ ਦੇਣਾ ਚਾਹੁੰਦੇ ਸੀ, ਉੱਥੇ ਭਲਾ ਮੇਰਾ ਕੌਣ ਸੀ? ਪ੍ਰੋਫੈਸਰ ਚੌਹਾਨ ਜੇ ਮੇਰੇ ਨਾਲ ਨਾ ਹੁੰਦੇ, ਮੈਂ ਡਰਦੇ ਹੀ ਸਭ ਕਾਸੇ ਨੂੰ ਹਾਂ ਹਾਂ ਆਖੀ ਜਾਣੀ ਸੀ। ਕੀ ਸੋਚ ਰਹੇ ਹੋ ਸੁਮੀਤ? ਪ੍ਰੋਫੈਸਰ ਚੌਹਾਨ ਨੇ ਉਹਦੀਆਂ ਖਾਲੀ ਖਾਲੀ ਅੱਖਾਂ ਵੱਲ ਝਾਕ ਕੇ ਪੁੱਛਿਆ। ਮੈਂ ਨਹੀਂ, ਕੁਝ ਨਹੀਂ ਸੋਚ ਰਹੀ, ਉਹਨੇ ਸੋਚਾਂ ਵਿੱਚੋਂ ਵਾਪਸ ਪਰਤਦਿਆਂ ਆਖਿਆ ਤੇ ਉਹ ਗੱਡੀ 'ਚੋਂ ਬਾਹਰ ਦਰਖਤ, ਖੇਤ ਤੇ ਕਿਧਰੇ ਕਿਧਰੇ ਘਰ ਪਿਛਾਂਹ ਨੂੰ ਭੱਜੇ ਜਾਂਦੇ ਦੇਖਦੀ ਰਹੀ। ਕੁਝ ਚਿਰ ਮਗਰੋਂ ਪ੍ਰੋਫੈਸਰ ਚੌਹਾਨ ਇੱਕ ਮੈਗਜ਼ੀਨ ਪੜ੍ਹਨ ਵਿੱਚ ਰੁੱਝ ਗਿਆ। ਸੁਮੀਤ ਆਲੇ ਦੁਆਲੇ ਤੋਂ ਬੇਖਬਰ, ਆਪਣੇ ਆਪ ਤੋਂ ਵੀ ਬੇਖਬਰ, ਮੁੜ ਆਪਣੇ ਪੁਰਾਣੇ ਦਿਨਾਂ 'ਚ ਪਹੁੰਚ ਗਈ ਸੀ। ਹਰ ਗੱਲ 'ਚ ਵਿਕਰਮ ਦੀ ਬਰਾਬਰੀ ਕਰਨ ਵੇਲੇ ਬੀਜੀ ਦਾ ਝਿੜਕਣਾ ਤੇ ਪਾਪਾ ਨੇ ਉਹਦਾ ਪੱਖ ਪੂਰਨਾ ਉਹਨੂੰ ਯਾਦ ਸੀ।
ਸਹੇਲੀਆਂ ਦੇ ਨਾਲ ਸਕੂਲੋਂ ਭੱਜ ਕੇ ਫਿਲਮ ਦੇਖਣ ਜਾਣਾ ਤੇ ਵਿਕਰਮ ਦਾ ਸ਼ਿਕਾਇਤ ਲਗਾਉਣਾ ਤੇ ਬੀਜੀ ਦਾ ਘਰ ਪਰਤਣ ਉੱਪਰ ਥੱਪੜ ਮਾਰਨਾ ਵੀ ਉਹਨੂੰ ਭੁੱਲਿਆ ਨਹੀਂ ਸੀ। ਇਸ ਗੱਲ ਦੀ ਉਹਨੇ ਪਾਪਾ ਕੋਲ ਸਗੋਂ ਬੀਜੀ ਤੇ ਵਿਕਰਮ ਦੋਵਾਂ ਦੀ ਸ਼ਿਕਾਇਤ ਲਗਾਈ ਸੀ। ਲਓ, ਉਲਟਾ ਚੋਰ ਕੋਤਵਾਲ ਕੋ ਡਾਂਟੇ, ਬੀਜੀ ਨੇ ਆਖਿਆ ਸੀ। ਇੱਕਾ-ਇੱਕ ਸੁਮੀਤ ਦਾ ਧਿਆਨ ਪ੍ਰੋਫੈਸਰ ਚੌਹਾਨ ਵੱਲ ਗਿਆ। ਉਸ ਵੱਲ ਧਿਆਨ ਨਾਲ ਦੇਖਦੀ ਰਹੀ। ਕੀ ਗੱਲ? ਪ੍ਰੋਫੈਸਰ ਚੌਹਾਨ ਨੇ ਉਹਦੇ ਧਿਆਨ ਤੋਂ ਬੇਆਰਾਮ ਹੁੰਦੇ ਪੁੱਛਿਆ। ਹੋਰ ਕਿੰਨਾ ਚਿਰ ਲੱਗੇਗਾ ਜੰਮੂ ਪਹੁੰਚਣ ਨੂੰ? ਸੁਮੀਤ ਨੇ ਉਹਦੀ ਗੱਲ ਦਾ ਜਵਾਬ ਨਾ ਦੇ ਕੇ ਪੁੱਛਿਆ। ਬਸ ਪਹੁੰਚਣ ਹੀ ਵਾਲੇ ਹਾਂ, ਅੱਗੋਂ ਸਫ਼ਰ ਬੱਸ ਦਾ ਹੈ। ਅਸੀਂ ਤਾਂ ਪਾਪਾ ਨਾਲ ਜਦੋਂ ਗਏ ਸੀ ਬਾਏ ਏਅਰ ਗਏ ਸੀ, ਸੁਮੀਤ ਨੇ ਆਖਿਆ। ਉਦੋਂ ਤੂੰ ਅਮੀਰ ਪਿਓ ਦੀ ਧੀ ਸੀ, ਹੁਣ ਇੱਕ ਗਰੀਬ ਅਧਿਆਪਕ ਦੀ ਪਤਨੀ ਹੈ। ਪ੍ਰੋਫੈਸਰ ਚੌਹਾਨ ਨੇ ਹੱਸ ਕੇ ਆਖਿਆ। ਸਟੇਸ਼ਨ ਤੋਂ ਉਤਰ ਕੇ ਉਹਨਾਂ ਨੇ ਅੱਗੋਂ ਬੱਸ ਲਈ। ਬੱਸ ਦਾ ਸਫ਼ਰ, ਚੱਕਰ, ਉਲਟੀਆਂ, ਸ੍ਰੀਨਗਰ ਪਹੁੰਚਣ ਤੱਕ ਸੁਮੀਤ ਦਾ ਬੁਰਾ ਹਾਲ ਹੋ ਗਿਆ। ਸ੍ਰੀਨਗਰ ਦੇ ਇੱਕ ਆਮ ਜਿਹੇ ਹੋਟਲ 'ਚ ਪਹੁੰਚ ਕੇ ਸਭ ਤੋਂ ਪਹਿਲਾਂ ਸੁਮੀਤ ਗੁਸਲਖਾਨੇ 'ਚ ਜਾ ਕੇ ਮੂੰਹ ਹੱਥ ਧੋ ਕੇ ਕੁਰਲੀ ਕਰਕੇ ਆਈ। ਕੁਝ ਖਾਈਏ? ਪ੍ਰੋਫੈਸਰ ਚੌਹਾਨ ਨੇ ਉਹਦੇ ਮੁਰਝਾਏ ਜਿਹੇ ਮੂੰਹ ਵੱਲ ਤੱਕ ਕੇ ਪੁੱਛਿਆ। ਨਹੀਂ, ਚੱਕਰ ਆ ਰਹੇ ਨੇ, ਸੁਮੀਤ ਨੇ ਦੱਸਿਆ। ਪ੍ਰੋਫੈਸਰ ਚੌਹਾਨ ਨੇ ਬੈੱਡ ਕਵਰ ਚੁੱਕ ਕੇ ਪਰਾਂ ਰੱਖ ਦਿੱਤਾ ਤੇ ਸਿਰਹਾਣੇ ਥਾਂ ਸਿਰ ਕਰਕੇ ਸੁਮੀਤ ਨੂੰ ਆਖਿਆ, ਆਰਾਮ ਕਰ ਲੈ। ਸੁਮੀਤ 'ਚ ਕੱਪੜੇ ਬਦਲਣ ਦੀ ਵੀ ਹਿੰਮਤ ਨਹੀਂ ਸੀ। ਉਹਨੇ ਪਰਸ ਵਿੱਚੋਂ ਕੱਢ ਕੇ ਕੰਪੋਜ਼ ਦੀ ਗੋਲੀ ਖਾਧੀ, 2 ਕੁ ਘੁੱਟਾਂ ਚਾਹ ਦੀਆਂ ਪੀਤੀਆਂ ਤੇ ਆਪਣੀ ਚੁੰਨੀ ਨਾਲ ਸਿਰ ਬੰਨ੍ਹ ਕੇ ਬਿਸਤਰੇ 'ਚ ਪੈ ਗਈ। ਕੁਝ ਚਿਰ ਮਗਰੋਂ ਪ੍ਰੋਫੈਸਰ ਜਦੋਂ ਨਹਾ ਕੇ ਆਇਆ ਤਾਂ ਸੁਮੀਤ ਸੁੱਤੀ ਹੋਈ ਸੀ। ਪਲ ਦੇ ਪਲ ਲਈ ਉਹਦੇ ਮੂੰਹ ਵੱਲ ਵੇਖਦਾ ਰਿਹਾ। ਉਹ ਕਿੱਡੀ ਸੋਹਣੀ ਸੀ, ਪਰ ਮਾੜੀ ਜਿਹੀ ਖੇਚਲ ਨਾਲ ਹੀ ਕਿਵੇਂ ਮੁਰਝਾ ਗਈ ਹੈ। ਪ੍ਰੋਫੈਸਰ ਚੌਹਾਨ ਨੇ ਛੇਤੀ ਖਾਣਾ ਮੰਗਵਾ ਲਿਆ। ਸੁਮੀਤ, ਕੁਝ ਖਾਓਗੇ? ਉਹਨੇ ਸੁਮੀਤ ਨੂੰ ਜ਼ਰਾ ਕੁ ਹਿਲਾ ਕੇ ਪੁੱਛਿਆ। ਨਹੀਂ, ਆਖਦੀ ਸੁਮੀਤ ਪਾਸਾ ਬਦਲ ਕੇ ਫਿਰ ਸੌਂ ਗਈ। ਖਾਣਾ ਖਾ ਕੇ ਪ੍ਰੋਫੈਸਰ ਚੌਹਾਨ ਕੁਝ ਚਿਰ ਫਿਰ ਪੜ੍ਹਦਾ ਰਿਹਾ। ਫਿਰ ਉੱਠ ਕੇ ਸੁਮੀਤ ਉੱਪਰ ਚੰਗੀ ਤਰ੍ਹਾਂ ਕੰਬਲ ਦੇ ਕੇ ਉਹ ਦੂਜੇ ਬੈੱਡ ਉੱਪਰ ਪੈ ਗਿਆ। ਪਤਾ ਨਹੀਂ ਕਿਉਂ ਪ੍ਰੋਫੈਸਰ ਚੌਹਾਨ ਨੂੰ ਜਿਵੇਂ ਨੀਂਦ ਨਹੀਂ ਸੀ ਆ ਰਹੀ। ਅਧਿਆਇ 19। ਅਗਲੇ ਦਿਨ ਸੁਮੀਤ ਕੁਝ ਠੀਕ ਸੀ। ਨਹਾ ਧੋ ਕੇ ਤਿਆਰ ਹੋ ਕੇ ਜਦੋਂ ਬਾਹਰ ਘੁੰਮਣ ਲਈ ਜਾਣ ਲੱਗੇ ਤਾਂ ਮੀਂਹ ਉਤਰ ਆਇਆ। ਇਹ ਬੱਦਲ ਪਤਾ ਨਹੀਂ ਕਿੱਥੋਂ ਕਿੱਥੋਂ ਪਾਣੀ ਚੁੱਕ ਲਿਆਉਂਦੇ ਨੇ ਤੇ ਫਿਰ ਕਿੱਥੇ ਕਿੱਥੇ ਵਰਖਾ ਕਰਦੇ ਜਾਂਦੇ ਨੇ। ਸੁਮੀਤ ਨੇ ਬੱਦਲਾਂ ਵੱਲ ਝਾਕ ਕੇ ਆਖਿਆ। ਹੁਣ ਇਸ 'ਚ ਕੋਈ ਮਿਸਟਰੀ ਨਹੀਂ ਰਹੀ। ਮੌਸਮ ਵਿਗਿਆਨੀ ਪਹਿਲਾਂ ਹੀ ਦੱਸ ਦਿੰਦੇ ਨੇ ਕਿੱਥੋਂ ਹਵਾਵਾਂ ਉੱਠਣਗੀਆਂ, ਕਿੱਥੋਂ ਪਾਣੀ ਲੈਣਗੀਆਂ, ਕਿੱਧਰ ਦੀ ਲੰਘਣਗੀਆਂ ਤੇ ਕਿੱਥੇ ਕਿੱਥੇ ਕਿੰਨੀ ਕਿੰਨੀ ਵਰਖਾ ਹੋਏਗੀ। ਪ੍ਰੋਫੈਸਰ ਚੌਹਾਨ ਨੇ ਦੱਸਿਆ। ਛੋਟੀ ਹੁੰਦੀ ਬੱਦਲਾਂ ਵੱਲ ਝਾਕਦੀ ਮੈਂ ਜਿਵੇਂ ਮਨ ਹੀ ਮਨ ਬੱਦਲਾਂ ਦੇ ਵਿੱਚ ਪਹੁੰਚ ਜਾਂਦੀ ਸੀ। ਉਹਨਾਂ ਦੇ ਨਾਲ ਹੀ ਉੱਡੀ ਫਿਰਦੀ, ਉਸੇ ਤਰ੍ਹਾਂ ਜਿਵੇਂ ਕੋਈ ਪਾਣੀ 'ਚ ਤੈਰਦਾ ਹੈ। ਉੱਥੋਂ ਧਰਤੀ, ਪਹਾੜ, ਦਰਿਆ, ਬਾਗ, ਸ਼ਹਿਰ, ਲੋਕ ਤੇ ਆਪਣਾ ਘਰ ਦੇਖਦੀ। ਸਭ ਕੁਝ ਬਹੁਤ ਛੋਟਾ ਬਣ ਗਿਆ ਦਿਸਦਾ। ਫਿਰ ਤਾਰਿਆਂ ਵੱਲ ਝਾਕਦੀ, ਉੱਥੇ ਤਾਰੇ ਬਣ ਗਏ ਲੋਕਾਂ ਨੂੰ ਲੱਭਦੀ ਤੇ ਇਉਂ ਹੀ ਲੱਗਦਾ ਇੱਥੇ ਕਿਧਰੇ ਮੇਰੇ ਪਾਪਾ ਤਾਰੇ ਬਣੇ ਮਿਲ ਜਾਣਗੇ। ਬਚਪਨ ਦੀ ਦੁਨੀਆ ਵੀ ਕਿੱਡੀ ਕਮਾਲ ਦੀ ਹੁੰਦੀ ਹੈ। ਉੱਥੇ ਕੁਝ ਵੀ ਇੰਪੋਸੀਬਲ ਨਹੀਂ ਰਹਿੰਦਾ। ਸੁਮੀਤ ਆਪਣੀ ਰੌਂ 'ਚ ਬੋਲਦੀ ਗਈ। ਮੈਂ ਚਾਹੁੰਦਾ ਸੁਮੀਤ ਤੂੰ ਆਪਣੇ ਬਾਰੇ, ਆਪਣੇ ਘਰ ਬਾਰੇ, ਆਪਣੇ ਲੋਕਾਂ ਬਾਰੇ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰੇ। ਪ੍ਰੋਫੈਸਰ ਚੌਹਾਨ ਨੇ ਉਹਦੇ ਮੋਢੇ ਉੱਤੇ ਹੱਥ ਰੱਖਦਿਆਂ ਆਖਿਆ। ਲੋਕਾਂ ਨੂੰ ਚੰਡੀਗੜ੍ਹ ਸ਼ਹਿਰ ਬਹੁਤ ਚੰਗਾ ਲੱਗਦਾ, ਪਰ ਮੈਨੂੰ ਤਾਂ ਅਜੇ ਵੀ ਸਾਡਾ ਪਿੰਡ ਹੀ ਚੰਗਾ ਲੱਗਦਾ ਹੈ। ਉੱਥੇ ਬਹੁਤ ਵੱਡੀ ਸਾਰੀ ਹਵੇਲੀ ਹੈ। ਇੱਕ ਵਾਰੀ ਜਦੋਂ ਮੈਂ ਬਹੁਤ ਛੋਟੀ ਸੀ ਤਾਂ ਬਹੁਤ ਮੀਂਹ ਪਈ, ਹੜ੍ਹ ਆ ਗਏ, ਲੋਕਾਂ ਦੇ ਘਰ ਡਿੱਗਣ ਲੱਗ ਪਏ। ਉਸ ਵੇਲੇ ਮੇਰੇ ਬਾਬਾ ਜੀ ਨੇ ਹੋਕਾ ਫਿਰਵਾ ਦਿੱਤਾ ਕਿ ਜਿਨ੍ਹਾਂ ਦੇ ਘਰ ਡਿੱਗ ਪਏ ਨੇ ਜਾਂ ਡਿੱਗ ਪੈਣ ਵਾਲੇ ਨੇ ਸਾਡੀ ਹਵੇਲੀ ਆ ਜਾਣ। ਸੁਬਾਤ ਭਰ ਗਈ ਲੋਕਾਂ ਨਾਲ। ਬਾਬਾ ਜੀ ਨੇ ਮਿੱਠੇ ਚੌਲਾਂ ਦਾ ਕੜਾਹਾ ਭਰ ਕੇ ਬਣਵਾਇਆ। ਵੱਡੇ ਵੱਡੇ ਦੇਗਚਿਆਂ 'ਚ ਦਾਲ ਰਿੰਨ੍ਹੀ ਗਈ। ਲੋਹ ਉੱਪਰ ਰੋਟੀਆਂ ਪੱਕੀਆਂ ਤੇ ਲੋਕਾਂ ਨੇ ਪਾਲਾਂ 'ਚ ਬੈਠ ਬੈਠ ਕੇ ਰੋਟੀ ਖਾਧੀ। 2-3 ਦਿਨ ਇਉਂ ਹੀ ਵਿਆਹ ਵਰਗਾ ਇਕੱਠ ਰਿਹਾ। ਜਦੋਂ ਮੀਂਹ ਹਟ ਗਿਆ, ਪਾਣੀ ਲੈ ਗਿਆ ਤਾਂ ਲੋਕ ਆਪਣੇ ਘਰਾਂ ਨੂੰ ਮੁੜੇ। ਕੁਝ ਤਾਂ ਬਹੁਤ ਦਿਨ ਵੀ ਰਹੇ ਜਿਨ੍ਹਾਂ ਦੇ ਘਰ ਢਹਿ ਗਏ ਸਨ। ਬਾਬਾ ਜੀ ਨੇ ਅੰਦਰਲੇ ਘਰੋਂ ਕਣਕ, ਚੌਲ, ਦਾਲਾਂ ਤੇ ਗੁੜ ਦੀਆਂ ਬੋਰੀਆਂ ਮੰਗਵਾ ਕੇ ਪਰਾਤਾਂ ਭਰ ਭਰ ਵੰਡੀਆਂ। ਜਿਉਂਦਾ ਰਹਿ ਸਰਦਾਰਾ ਆਖਦਾ ਸੰਤਾ ਬੁੜਾ ਰੋ ਪਿਆ ਸੀ। ਮਗਰੋਂ ਬਾਬਾ ਜੀ ਨੇ ਡਾਕਟਰ ਨੂੰ ਬੁਲਾ ਕੇ ਲੋਕਾਂ ਦੇ ਟੀਕੇ ਵੀ ਲਗਵਾਏ ਸੀ। ਹੋਰ ਤੈਨੂੰ ਆਪਣੇ ਬਚਪਨ ਦੀ ਕਿਹੜੀ ਗੱਲ ਯਾਦ ਹੈ? ਪ੍ਰੋਫੈਸਰ ਚੌਹਾਨ ਨੇ ਉਤਸੁਕਤਾ ਨਾਲ ਪੁੱਛਿਆ। ਹੋਰ ਸਾਡੇ ਘਰ ਇੱਕ ਮਧਰਾ ਜਿਹਾ ਬੁੱਢਾ ਨੌਕਰ ਹੁੰਦਾ ਸੀ, ਸਾਈਂ। ਉਹ ਪੀਪਾ ਰਸਦਾ ਤੇ ਭੇਲੀ ਗੁੜ ਦੀ ਥਾਂ ਬੈਠਾ ਖਾ ਜਾਂਦਾ ਸੀ। ਉਹਨੂੰ ਕੋਈ ਸੀਰੀ ਨਹੀਂ ਸੀ ਰਲਾਉਂਦਾ। ਉਹ 20-22 ਰੋਟੀਆਂ ਇੱਕੋ ਵੇਲੇ ਖਾਂਦਾ ਸੀ। ਮਾਂ ਜਾਂ ਮੇਰੀ ਦਾਦੀ ਨੇ ਜਦੋਂ ਵੀ ਪੁੱਛਣਾ ਸਾਈਂ ਰੋਟੀ ਦਿਆਂ ਤਾਂ ਉਹਨੇ ਆਖਣਾ ਪਹਿਲਾਂ ਬਾਕੀਆਂ ਨੂੰ ਦੇ ਦਿਓ। ਉਹਦਾ ਮਤਲਬ ਹੁੰਦਾ ਸੀ ਮਗਰੋਂ ਜਿੰਨੀਆਂ ਵੀ ਰੋਟੀਆਂ ਹੋਣਗੀਆਂ ਉਹ ਸਾਰੀਆਂ ਉਹਨੂੰ ਮਿਲ ਜਾਣਗੀਆਂ। ਇੱਕ ਵਾਰੀ ਮਾਂ ਜੀ ਨੇ ਆਖਿਆ, ਵੇ ਸਾਈਂ ਤੇਰਾ ਢਿੱਡ ਹੈ ਕਿ ਟੋਆ?
ਤੂੰ ਇੰਨੀਆਂ ਰੋਟੀਆਂ ਕਿਵੇਂ ਖਾ ਲੈਂਦਾ? ਤੈਨੂੰ ਸੱਚੀਓ ਇੰਨੀ ਭੁੱਖ ਲੱਗਦੀ ਹੈ? ਤਾਂ ਉਹ ਬੋਲਿਆ, ਸੱਚ ਜਾਣੀ ਮਾਂ ਜੀ, ਮੈਂ ਤਾਂ ਜਿਵੇਂ ਜਨਮਾਂ ਜਨਮਾਂਤਰਾਂ ਦਾ ਭੁੱਖਾ, ਮਨ ਕਰਦਾ ਬਸ ਖਾਈ ਜਾਵਾਂ ਖਾਈ ਜਾਵਾਂ। ਸੁਮੀਤ ਦੱਸ ਰਹੀ ਸੀ, ਜਨਮਾਂ ਜਨਮਾਂਤਰਾਂ ਦਾ ਭੁੱਖਾ ਲਫ਼ਜ਼ ਪ੍ਰੋਫੈਸਰ ਚੌਹਾਨ ਦੇ ਮਨ 'ਚ ਕਿਧਰੇ ਡੂੰਘੇ ਲੈ ਗਏ। ਮਨ ਹੀ ਮਨ ਉਹ ਬੁੱਢੇ ਸਾਈਂ ਕੋਲ ਪਹੁੰਚ ਗਿਆ, ਜਿਹੜਾ ਆਖਦਾ ਸੀ, ਸੱਚ ਜਾਣੀ ਮਾਂ ਜੀ, ਮੈਂ ਤਾਂ ਜਿਵੇਂ ਜਨਮਾਂ ਜਨਮਾਂਤਰਾਂ ਦਾ ਭੁੱਖਾ। ਗੱਲ ਸੁਣਦਿਆਂ ਪ੍ਰੋਫੈਸਰ ਚੌਹਾਨ ਨੂੰ ਦੋ ਬੰਦਿਆਂ ਦੀ ਗੱਲ ਯਾਦ ਆ ਗਈ, ਜਿਨ੍ਹਾਂ 'ਚੋਂ ਇੱਕ ਬਹੁਤ ਕਮਜ਼ੋਰ ਸੀ ਤੇ ਦੂਜਾ ਬਹੁਤ ਮੋਟਾ ਸੀ। ਮੋਟਾ ਬੰਦਾ ਕਮਜ਼ੋਰ ਬੰਦੇ ਨੂੰ ਆਖਣ ਲੱਗਾ, ਤੈਨੂੰ ਦੇਖ ਕੇ ਲੱਗਦਾ ਜਿਵੇਂ ਤੇਰੇ ਦੇਸ਼ 'ਚ ਕਾਲ ਪੈ ਗਿਆ ਹੋਵੇ। ਕਮਜ਼ੋਰ ਬੰਦਾ ਬੋਲਿਆ, ਤੈਨੂੰ ਦੇਖ ਕੇ ਕਾਲ ਦੇ ਕਾਰਨ ਵੀ ਸਮਝ ਆ ਜਾਂਦੇ ਨੇ। ਤੇ ਨਾਲ ਹੀ ਪ੍ਰੋਫੈਸਰ ਚੌਹਾਨ ਨੂੰ ਖਿਆਲ ਆਇਆ, ਇਹ ਲੋਕ ਕਿਸੇ ਨੂੰ ਜਨਮ ਜਨਮਾਂਤਰਾਂ ਦਾ ਭੁੱਖਾ ਦੇਖ ਕੇ ਹੱਸਦੇ ਨੇ। ਇਹ ਕਿਉਂ ਨਹੀਂ ਸੋਚਦੇ ਕਿ ਆਪਣੇ ਆਨਰ ਪ੍ਰਤੀ ਇਹ ਲੋਕ ਕਿੱਡੇ ਕੌਨਸ਼ੀਅਸ ਨੇ? ਇਹ ਕਿਉਂ ਨਹੀਂ ਸੋਚਦੇ ਕਿ ਇਹ ਜਨਮ ਜਨਮਾਂਤਰਾਂ ਦਾ ਭੁੱਖਾ ਹੈ ਕਿਉਂ? ਹੁਣ ਹੈਗਾ ਸਾਈਂ ਜਿਉਂਦਾ? ਪ੍ਰੋਫੈਸਰ ਚੌਹਾਨ ਨੇ ਸੁਮੀਤ ਨੂੰ ਪੁੱਛਿਆ। ਨਹੀਂ, ਹੁਣ ਤੇ ਮਰ ਗਿਆ। ਸਾਡੇ ਘਰੋਂ ਪਹਿਲੇ ਹੀ ਚਲਾ ਗਿਆ ਸੀ। ਪਾਪਾ ਨੇ ਉਹਦਾ ਇੱਕ ਮੁੰਡਾ ਕਿਧਰੇ ਨੌਕਰ ਕਰਵਾ ਦਿੱਤਾ ਸੀ। ਉਹਨੇ ਸਾਰੀ ਉਮਰ ਵਿਆਹ ਨਾ ਕੀਤਾ ਤੇ ਉਹ ਆਪਣੇ ਬਾਪ ਨੂੰ ਨਾਲ ਲੈ ਗਿਆ ਸੀ, ਬਈ ਇੱਕ ਵਾਰੀ ਖੁਆ ਪਿਆ ਕੇ ਇਹਦੀਆਂ ਡੰਝਾਂ ਲਾ ਦਿਆਂ। ਚੱਲ ਹੁਣ ਕੋਈ ਸੌਖੀ ਗੱਲ ਸੁਣਾ। ਪ੍ਰੋਫੈਸਰ ਚੌਹਾਨ ਨੇ ਸਾਈਂ ਵਾਲੀ ਗੱਲ ਦਾ ਜਿਵੇਂ ਕੌੜਾ ਘੁੱਟ ਭਰ ਕੇ ਆਖਿਆ। ਬੀਜੀ ਦੱਸਦੇ ਹੁੰਦੇ ਨੇ, ਜਦੋਂ ਵਿਕਰਮ ਵੀਰ ਛੋਟਾ ਜਿਹਾ ਸੀ ਤਾਂ ਹੀਜੜੇ ਵਧਾਈ ਦੇਣ ਆ ਗਏ। ਬੀਜੀ ਨੇ 500 ਰੁਪਏ ਤੇ 2 ਸੂਟ ਦੇ ਦਿੱਤੇ। ਵਿਕਰਮ ਨੂੰ ਗੋਦੀ ਚੁੱਕ ਕੇ ਨੱਚਦੇ ਨੱਚਦੇ ਵਿਚਰ ਬੈਠਿਆ ਕਿ ਅਸੀਂ ਤਾਂ 5000 ਲੈ ਕੇ ਜਾਣਾ, ਨਾਲ 5 ਸੂਟ, ਨਹੀਂ ਤਾਂ ਅਸੀਂ ਕਾਕਾ ਨਹੀਂ ਦੇਣਾ। ਬਾਕੀ ਸਾਰੇ ਉਹਨਾਂ ਦੀਆਂ ਗੱਲਾਂ ਉੱਪਰ ਹੱਸੀ ਜਾਣ, ਪਰ ਮੈਂ ਛੋਟੀ ਜਿਹੀ ਸੀ। ਇਹ ਸੋਚ ਕੇ ਕਿ ਹੀਜੜੇ ਮੇਰੇ ਵੀਰੇ ਨੂੰ ਲੈ ਜਾਣਗੇ, ਮੈਂ ਤਾਂ ਲੱਗ ਪਈ ਝੰਗਿਆੜਾ ਮਾਰ ਮਾਰ ਰੋਣ ਕਿ ਮੈਂ ਨਹੀਂ ਆਪਣਾ ਵੀਰਾ ਦੇਣਾ। ਹੀਜੜੇ ਵੀ ਹੱਸੀ ਜਾਣ ਤੇ ਮੁੜ ਮੁੜ ਕੇ ਆਖਣ, ਦਿਓ 5000, ਨਹੀਂ ਤਾਂ ਅਸੀਂ ਕਾਕਾ ਲੈ ਜਾਣਾ। ਮੇਰਾ ਬੜਾ ਮਜ਼ਾਕ ਬਣਿਆ, ਸੁਮੀਤ ਹੱਸ ਹੱਸ ਦੱਸ ਰਹੀ ਸੀ। ਪ੍ਰੋਫੈਸਰ ਚੌਹਾਨ ਹੈਰਾਨ ਹੋਇਆ ਉਸ ਵੱਲ ਦੇਖ ਰਿਹਾ ਸੀ ਕਿ ਗੱਲਾਂ ਕਰਦੀ ਸੁਮੀਤ ਕਿੱਡੀ ਸੋਹਣੀ ਲੱਗ ਰਹੀ ਸੀ। ਫਿਰ ਖਾਣੇ 'ਚ ਕੀ ਖਾਣਾ? ਪ੍ਰੋਫੈਸਰ ਚੌਹਾਨ ਨੇ ਘੜੀ ਵੱਲ ਦੇਖ ਕੇ ਪੁੱਛਿਆ। ਕੁਝ ਵੀ ਮੰਗਵਾ ਲਓ, ਸੁਮੀਤ ਬੋਲੀ। ਵੈਜੀਟੇਰੀਅਨ ਜਾਂ ਨਾਨ ਵੈਜੀਟੇਰੀਅਨ? ਮੀਟ ਮੈਂ ਨਹੀਂ ਖਾਂਦੀ, ਸਬਜ਼ੀ ਜਿਹੜੀ ਮਰਜ਼ੀ ਮੰਗਵਾ ਲਓ। ਤੂੰ ਵੈਜੀਟੇਰੀਅਨ ਹੈ? ਸੁਮੀਤ, ਕਮਾਲ ਹੈ, ਤੁਹਾਡੇ ਘਰ ਮੀਟ ਨਹੀਂ ਬਣਦਾ? ਪਾਪਾ ਜਦੋਂ ਸੀਗੇ ਹਰ ਰੋਜ਼ ਹੀ ਬਣਦਾ ਸੀ, ਹੁਣ ਵੀਰੇ ਨੂੰ ਬਹੁਤਾ ਸ਼ੌਕ ਨਹੀਂ, ਕਦੇ ਕਦੇ ਹੀ ਬਣਦਾ। ਚੱਲ ਸਬਜ਼ੀ ਦੱਸ ਕਿਹੜੀ, ਜਾਂ ਪਨੀਰ ਮੰਗਵਾ ਲਈਏ? ਪ੍ਰੋਫੈਸਰ ਚੌਹਾਨ ਪੁੱਛ ਰਿਹਾ ਸੀ। ਮੇਰਾ ਹਿਸਾਬ ਤਾਂ ਇਹ ਹੈ ਵੀ ਜਦੋਂ ਭੁੱਖ ਲੱਗੀ ਹੋਵੇ ਤਾਂ ਜੋ ਮਰਜ਼ੀ ਹੋਵੇ, ਬੇਸ਼ੱਕ ਚਟਨੀ ਅਚਾਰ ਹੀ ਹੋਵੇ, ਤੇ ਜਦੋਂ ਭੁੱਖ ਨਾ ਹੋਵੇ ਫਿਰ ਕੁਝ ਵੀ ਨਹੀਂ ਚੰਗਾ ਲੱਗਦਾ। ਸੁਮੀਤ ਨੇ ਜਦੋਂ ਦੱਸਿਆ ਤਾਂ ਪ੍ਰੋਫੈਸਰ ਚੌਹਾਨ ਨੂੰ ਲੱਗਿਆ ਕਿਹੋ ਜਿਹੇ ਨੇ ਇਹ ਲੋਕ ਜਿਨ੍ਹਾਂ ਦੇ ਕੋਈ ਖਾਸ ਟੇਸਟ ਹੀ ਨਹੀਂ। ਉਹਨੂੰ ਸੁਮੀਤ ਦੀਆਂ ਕਿੰਨੀਆਂ ਗੱਲਾਂ ਉੱਤੇ ਹੈਰਾਨੀ ਹੋ ਰਹੀ ਸੀ। ਫਿਰ ਹੀਜੜਿਆਂ ਨੂੰ 5000 ਰੁਪਏ ਦਿੱਤੇ? ਪ੍ਰੋਫੈਸਰ ਚੌਹਾਨ ਨੇ ਪੁੱਛਿਆ। ਹੋਰ ਕੀ, ਨਾਲ ਮੇਰਾ ਖਾਸਾ ਤਮਾਸ਼ਾ ਬਣਿਆ। ਸੁਮੀਤ ਨੇ ਜਦੋਂ ਦੱਸਿਆ ਤਾਂ ਪ੍ਰੋਫੈਸਰ ਚੌਹਾਨ ਨੂੰ ਲੱਗਿਆ ਇਹਨਾਂ ਲੋਕਾਂ ਦੇ ਜਿਉਣ ਦੇ ਤੌਰ ਤਰੀਕੇ ਹੀ ਹੋਰ ਨੇ। ਤੁਹਾਡੇ ਗ੍ਰੈਂਡਫਾਦਰ ਨੂੰ ਮਰਿਆਂ ਕਿੰਨੇ ਕੁ ਸਾਲ ਹੋ ਗਏ ਨੇ? ਪਤਾ ਨਹੀਂ ਕੀ ਸੋਚ ਕੇ ਪ੍ਰੋਫੈਸਰ ਚੌਹਾਨ ਨੇ ਪੁੱਛਿਆ। ਬੜੇ ਸਾਲ ਹੋ ਗਏ ਨੇ, ਮੈਂ ਉਦੋਂ 4ਵੀਂ 5ਵੀਂ ਜਮਾਤ 'ਚ ਸੀ। ਭੋਗ ਵੇਲੇ ਮੈਂ ਤਾਂ ਰੋਈ ਜਾਵਾਂ ਕਿ ਮੇਰੇ ਬਾਬਾ ਜੀ ਮਰ ਗਏ ਨੇ। ਘਰ 'ਚ ਮਠਿਆਈਆਂ ਪੱਕੀਆਂ, ਪਟੜੀ, ਫਿਰ ਗਦੌੜਾ ਫੇਰਿਆ ਗਿਆ, ਕੜਮੱਤਾਂ ਗਾਉਂਦੀਆਂ ਆਈਆਂ, ਮਕਾਣਾ ਆਈਆਂ, ਜਨਾਨੀਆਂ ਇੱਕ ਦੂਜੇ ਨੂੰ ਮਸ਼ਕਰੀਆਂ ਕਰ ਕਰ ਹੱਸਦੀਆਂ ਰਹੀਆਂ। ਲੈਣ ਦੇਣ ਦੀ ਥਾਂ ਕੱਪੜੇ ਲੀੜੇ ਦਿੱਤੇ ਗਏ, ਟੂਮਾਂ ਪਾਈਆਂ ਗਈਆਂ। ਮੈਨੂੰ ਬਹੁਤ ਮਗਰੋਂ ਪਤਾ ਲੱਗਿਆ ਕਿ ਪੁੱਤਰਾਂ ਪੋਤਰਿਆਂ ਵਾਲੇ ਖਾ ਹੰਢਾ ਕੇ ਗਏ ਬਜ਼ੁਰਗ ਦੀ ਮੌਤ ਤਾਂ ਸਗੋਂ ਸੈਲੀਬ੍ਰੇਟ ਕੀਤੀ ਜਾਂਦੀ ਹੈ। ਉਹਨਾਂ ਨੇ ਬਾਬਾ ਜੀ ਦੇ ਸੰਸਕਾਰ ਵੇਲੇ ਵੀ ਪਾਲਕੀ ਬਣਾ ਕੇ ਝੰਡੀਆਂ ਝੁੰਡੀਆਂ ਲਗਾ ਕੇ ਬੈਂਡ ਬਾਜੇ ਨਾਲ ਲੈ ਕੇ ਗਏ ਸੀ। ਉੱਪਰੋਂ ਪੈਸੇ ਸੁੱਟਦੇ ਤੇ ਮਖਾਣੇ ਵੰਡਦੇ ਗਏ ਸੀ। ਉਹਨਾਂ ਦੇ ਭੋਗ ਵਾਲੇ ਦਿਨ ਕਿੰਨੇ ਹੀ ਵਜ਼ੀਰ ਵੀ ਆਏ ਸੀ। ਸਾਡੇ ਬਾਬਾ ਜੀ ਦੇ ਫਾਦਰ ਜੈਲਦਾਰ ਸਨ, ਇਸੇ ਲਈ ਸਾਡੇ ਘਰ ਨੂੰ ਅਜੇ ਤੱਕ ਜੈਲਦਾਰਾਂ ਦਾ ਘਰ ਆਖ ਦਿੰਦੇ ਨੇ, ਸੁਮੀਤ ਦੱਸਦੀ ਗਈ। ਅੰਗਰੇਜ਼ਾਂ ਦੇ ਵੇਲੇ ਉਹ ਆਪਣੀ ਪਿੱਠੂਆਂ ਨੂੰ ਸਰਦਾਰ ਬਹਾਦਰ, ਸਰ, ਜੈਲਦਾਰ ਆਦਿ ਦੇ ਖਿਤਾਬ ਦੇ ਦਿੰਦੇ ਸਨ। ਪ੍ਰੋਫੈਸਰ ਚੌਹਾਨ ਨੇ ਜਦੋਂ ਆਖਿਆ, ਸੁਮੀਤ ਝੇਂਪ ਜੀ ਗਈ। ਉਹਦਾ ਮਤਲਬ ਹੈ ਮੇਰੇ ਬਾਬਾ ਜੀ ਦੇ ਫਾਦਰ ਅੰਗਰੇਜ਼ਾਂ ਦੇ ਪਿੱਠੂ ਸਨ, ਪਰ ਉਹ ਬੋਲੀ ਕੁਝ ਨਾ। ਬਹੁਤੇ ਸਰਦਾਰ ਅੰਗਰੇਜ਼ਾਂ ਦੀ ਮਦਦ ਕਰਕੇ ਜਾਂ ਰਾਜਿਆਂ ਨੂੰ ਆਪਣੀਆਂ ਕੁੜੀਆਂ ਦੇ ਕੇ ਜਗੀਰਾਂ ਲੈ ਕੇ ਹੀ ਅਮੀਰ ਬਣੇ ਹੋਏ ਨੇ। ਪ੍ਰੋਫੈਸਰ ਚੌਹਾਨ ਨੇ ਜਿਵੇਂ ਗੁਸੈਲੇ ਮੂੰਹ ਨਾਲ ਆਖਿਆ। ਪਰ ਸਾਡੇ ਖਾਨਦਾਨ ਵਿੱਚੋਂ ਤਾਂ ਕਿਸੇ ਨੇ ਕੋਈ ਕੁੜੀ ਕਿਸੇ ਰਾਜੇ ਨੂੰ ਨਹੀਂ ਵਿਆਹੀ। ਸੁਮੀਤ ਨੇ ਝੱਟ ਹੀ ਉੱਤਰ ਦਿੱਤਾ।
ਪ੍ਰੋਫੈਸਰ ਚੌਹਾਨ ਸੁਮੀਤ ਵੱਲ ਝਾਕ ਕੇ ਚੁੱਪ ਕਰ ਰਿਹਾ, ਪਰ ਉਹਨੂੰ ਲੱਗਿਆ ਆਪਣੇ ਓਨਰ ਪ੍ਰਤੀ ਇਹ ਲੋਕ ਕਿੱਡੇ ਕੌਨਸ਼ੀਅਸ ਨੇ, ਦੂਜੇ ਜਿਵੇਂ ਬੰਦੇ ਹੀ ਨਾ ਹੋਣ। ਇਸ ਤੋਂ ਮਗਰੋਂ ਉਹਨਾਂ ਨੇ ਖਾਣਾ ਖਾਧਾ। ਸੁਮੀਤ ਨੇ ਅੱਗੋਂ ਕੋਈ ਗੱਲ ਨਾ ਕੀਤੀ। ਉਹਨੂੰ ਲੱਗਿਆ ਉਹ ਲੋੜ ਨਾਲੋਂ ਕਿਤੇ ਵੱਧ ਗੱਲਾਂ ਕਰਦੀ ਰਹੀ ਸੀ। ਖਾਣਾ ਖਾ ਕੇ ਕੁਝ ਚਿਰ ਆਰਾਮ ਕਰਕੇ ਉਹਨਾਂ ਚਾਹ ਪੀਤੀ। ਬੱਦਲ ਲੰਘ ਗਏ ਸਨ, ਅਸਮਾਨ ਕੁਝ ਸਾਫ਼ ਹੋ ਗਿਆ ਸੀ। ਮੀਂਹ ਜਿਵੇਂ ਸਾਰੇ ਸ੍ਰੀਨਗਰ ਨੂੰ ਧੋ ਗਿਆ ਸੀ। ਉਹ ਤਿਆਰ ਹੋ ਕੇ ਸੈਰ ਨੂੰ ਤੁਰ ਪਏ। ਅਧਿਆਇ 20। ਸ੍ਰੀਨਗਰ ਦੀ ਸੋਹਣੀ ਧਰਤੀ, ਇੱਧਰ ਉੱਧਰ ਸਾਹਮਣੇ ਮਾਣਮੱਤੀਆਂ ਪਹਾੜੀਆਂ ਦੀਆਂ ਪਾਲਾਂ, ਝੀਲ 'ਚ ਤਰਦੇ ਸ਼ਿਕਾਰੇ, ਵੇਲਾਂ, ਫੁੱਲ ਦੇ ਦਿਲਕਸ਼ ਨਜ਼ਾਰੇ। ਫੁੱਲਾਂ ਵਰਗੇ ਹੀ ਸੋਹਣੇ ਲੋਕ, ਪਰ ਕੁਝ ਉਧਰੇ ਘਬਰਾਏ। ਸੁਮੀਤ ਸਜੀ ਫਵੀ ਪ੍ਰੋਫੈਸਰ ਚੌਹਾਨ ਦੇ ਨਾਲ ਨਾਲ ਤੁਰਦੀ, ਜਿਵੇਂ ਰੱਬ ਜੱਗ ਨੂੰ ਵਿਸਾਰ ਬੈਠੀ ਸੀ। ਉਹ ਖਿੜਖਿੜ ਹੱਸਦੀ, ਬੱਚਿਆਂ ਵਾਂਗ ਲਾਡ ਨਾਲ ਪ੍ਰੋਫੈਸਰ ਚੌਹਾਨ ਵੱਲ ਤੱਕਦੀ, ਜਿਵੇਂ ਆਪਣਾ ਭੂਤ ਯਾਨੀ ਪਾਸਟ ਦੂਰ ਕਿਧਰੇ ਪਿਛਾਂਹ ਹੀ ਛੱਡ ਆਈ ਸੀ। ਸੁਮੀਤ, ਮੈਂ ਕਿੰਨਾ ਲੱਕੀ ਹਾਂ, ਪ੍ਰੋਫੈਸਰ ਚੌਹਾਨ ਨੇ ਮੋਹ ਨਾਲ ਉਸ ਵੱਲ ਤੱਕ ਕੇ ਆਖਿਆ। ਇਹ ਕੀ ਪਤਾ ਤੁਸੀਂ ਲੱਕੀ ਹੋ ਕਿ ਮੈਂ ਲੱਕੀ ਹਾਂ, ਉਹਨੇ ਹੱਸ ਕੇ ਉੱਤਰ ਦਿੱਤਾ। ਜੇ ਤੂੰ ਮੈਨੂੰ ਨਾ ਮਿਲਦੀ ਫਿਰ ਮੈਂ ਕੀ ਕਰਦਾ ਸੁਮੀਤ? ਪ੍ਰੋਫੈਸਰ ਚੌਹਾਨ ਭਾਵੁਕ ਹੋ ਰਿਹਾ ਸੀ। ਨਾ ਕਿਵੇਂ ਮਿਲਦੀ? ਬਿਧ ਮਾਤਾ ਨੇ ਮੇਰੇ ਤੁਹਾਡੇ ਨਾਲ ਸੰਜੋਗ ਜੋ ਲਿਖ ਦਿੱਤੇ ਸਨ, ਸੁਮੀਤ ਨੇ ਹੱਸ ਕੇ ਆਖਿਆ। ਮੈਂ ਲੇਖਾਂ ਲੂਖਾਂ 'ਚ ਯਕੀਨ ਨਹੀਂ ਕਰਦਾ, ਇਹ ਸਭ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਨੇ। ਇਹ ਤੇਰੀ ਹਿੰਮਤ ਸੀ, ਸੋ ਤੂੰ ਆਪਣੇ ਲੇਖ ਬਦਲ ਲਏ, ਨਹੀਂ ਤਾਂ ਕੈਨੇਡਾ ਜਾ ਕੇ ਦਿਹਾੜੀਆਂ ਕਰਦੀ ਹੁੰਦੀ। ਦਿਹਾੜੀਆਂ? ਹਾਂ, ਉੱਥੇ ਦਿਹਾੜੀ ਦੇ ਪੈਸੇ ਜੋ ਬਹੁਤੇ ਮਿਲਦੇ ਨੇ। ਹਰ ਕੋਈ ਆਪਣੀ ਜਨਾਨੀ ਨੂੰ ਕੰਮ 'ਤੇ ਲਾ ਦਿੰਦਾ, ਪਰ ਬੰਦੇ ਨੇ ਇੰਨੇ ਪੈਸੇ ਕਰਨੇ ਕੀ ਹੁੰਦੇ ਨੇ? ਇਹੀ ਤਾਂ ਲੋਕਾਂ ਨੂੰ ਸਮਝ ਲੱਗਣੋਂ ਹਟ ਜਾਂਦੀ ਹੈ ਵੀ ਇੰਨੇ ਪੈਸੇ ਕਰਨੇ ਕੀ ਹੁੰਦੇ ਨੇ। ਉਂਝ ਪੈਸਿਆਂ ਬਿਨਾਂ ਬੰਦੇ ਦੀ ਜੂਨ ਨਾ ਕਿ ਆ ਕੇ ਵੀ ਢੋਰ ਡੰਗਰਾਂ ਵਾਂਗ ਜੀਵਨ ਬਸਰ ਕਰਦੇ ਨੇ। ਕਸ਼ਮੀਰੀਆਂ ਦਾ ਹੀ ਹਾਲ ਵੇਖ ਲੈ। ਦੁਨੀਆ ਦੀ ਜੰਨਤ ਆਖਿਆ ਜਾਂਦਾ ਕਸ਼ਮੀਰ ਨੂੰ, ਤੇ ਇੱਥੋਂ ਦੇ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ। ਪ੍ਰੋਫੈਸਰ ਚੌਹਾਨ ਨੇ ਸੁਮੀਤ ਨੂੰ ਸਮਝਾਇਆ। ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਸੋਚਦੀ ਹੁੰਦੀ ਸੀ, ਬੀਜੀ ਕੋਲ ਅਲਮਾਰੀ ਵਿੱਚ ਇੰਨੇ ਪੈਸੇ ਪਏ ਨੇ, ਇਹ ਸਾਰੇ ਖਰਚ ਕਿਉਂ ਨਹੀਂ ਲੈਂਦੇ? ਬਾਜ਼ਾਰੋਂ ਸੋਹਣੀਆਂ ਸੋਹਣੀਆਂ ਚੀਜ਼ਾਂ ਕਿਉਂ ਨਹੀਂ ਖਰੀਦ ਲੈਂਦੇ, ਜਿਵੇਂ ਕਿ ਖਿਡੌਣਿਆਂ ਦੀ ਭਰੀ ਹੋਈ ਟੋਕਰੀ, ਰੰਗ ਬਿਰੰਗੇ ਰਿਬਨਾਂ ਦੇ ਗੁੱਛੇ, ਚੂੜੀਆਂ ਦੇ ਭਰੇ ਹੋਏ ਡੱਬੇ, ਮੋਤੀਆਂ ਦੀਆਂ ਮਾਲਾਂ, ਲੇਸ ਵਾਲੀਆਂ ਫਰਾਕਾਂ ਤੇ ਕੇਲੇ, ਸੰਤਰੇ, ਅੰਗੂਰ ਤੇ ਸਿਉਆਂ ਦੀਆਂ ਪੇਟੀਆਂ। ਸੁਮੀਤ ਨੇ ਦੱਸਿਆ। ਹੁਣ ਵੱਡੀ ਹੋ ਕੇ ਕਿਹੜੀਆਂ ਚੀਜ਼ਾਂ ਖਰੀਦਣ ਨੂੰ ਮਨ ਕਰਦਾ? ਨਾਰਮਲ ਵਿਆਹ ਕਰਾਉਂਦੀ ਤਾਂ ਘਰਦਿਆਂ ਨੇ ਪਸੰਦ ਦੀਆਂ ਸਭ ਚੀਜ਼ਾਂ ਦੇ ਦੇਣੀਆਂ ਸਨ। ਹੁਣ ਤਾਂ ਬਸ ਇਹੀ ਹੋਊ ਕਿ ਕੌਲੀ ਨਾਲ ਕੌਲੀ ਨਹੀਂ ਰਲਣੀ ਤੇ ਪਲੇਟ ਨਾਲ ਪਲੇਟ ਨਹੀਂ ਰਲਣੀ, ਪ੍ਰੋਫੈਸਰ ਚੌਹਾਨ ਨੇ ਮਜ਼ਾਕ ਵਾਂਗ ਆਖਿਆ। ਕੌਲੀ ਨਾਲ ਕੌਲੀ ਤੇ ਪਲੇਟ ਨਾਲ ਪਲੇਟ ਕਿਉਂ ਨਹੀਂ ਰਲਣੀ? ਸੁਮੀਤ ਨੇ ਹੈਰਾਨ ਹੋ ਕੇ ਪੁੱਛਿਆ। ਇਸ ਲਈ ਕਿ ਇੱਕੋ ਵੇਲੇ ਤਾਂ ਸਾਰੀਆਂ ਕੌਲੀਆਂ ਪਲੇਟਾਂ ਸਾਡੇ ਕੋਲੋਂ ਖਰੀਦੀਆਂ ਨਹੀਂ ਜਾਣੀਆਂ। ਅੱਡ ਅੱਡ ਵੇਲਿਆਂ ਉੱਪਰ ਅੱਡ ਅੱਡ ਹੀ ਖਰੀਦਾਂਗੇ, ਪ੍ਰੋਫੈਸਰ ਚੌਹਾਨ ਨੇ ਹੱਸ ਕੇ ਦੱਸਿਆ। ਵਿੰਗੀਆਂ ਟੇਢੀਆਂ ਸੜਕਾਂ ਦੇ ਕੰਢਿਆਂ ਤੇ ਭਾਰੇ ਚਨਾਰ ਦੇ ਚੀਲ ਦੇ ਦਰਖਤ, ਨੇੜੇ ਹੀ ਕਿਧਰੇ ਅਖਰੋਟਾਂ ਦੇ ਬਾਗ, ਸੇਬਾਂ ਦੇ ਬਾਗ ਸਨ। ਸੁਮੀਤ ਨੇ ਕਦੇ ਕੱਚੇ ਅਖਰੋਟ ਨਹੀਂ ਸੀ ਦੇਖੇ, ਤਾਂ ਹੀ ਉਹਨੂੰ ਇਹ ਪਤਾ ਸੀ ਕਿ ਕੱਚੇ ਅਖਰੋਟ ਦਾ ਛਿਲਕਾ ਬੁੱਲ੍ਹਾਂ ਨੂੰ ਰੰਗਣ ਦੇ ਕੰਮ ਵੀ ਆਉਂਦਾ ਹੈ। ਛਮ ਛਮ ਕਰਦੀਆਂ ਸੋਹਣੀਆਂ ਸੁਨੱਖੀਆਂ ਕਸ਼ਮੀਰੀ ਮੁਟਿਆਰਾਂ ਮੈਲੇ ਕੁਚੈਲੇ ਕੱਪੜਿਆਂ ਵਿੱਚ ਵੀ ਕਮਲ ਦੇ ਫੁੱਲਾਂ ਵਾਂਗ ਟਹਿਕਦੀਆਂ ਤੇ ਮਨ ਨੂੰ ਭਾਉਂਦੀਆਂ ਸਨ। ਫਿਰ ਉਹ ਕਸ਼ਮੀਰੀ ਕਢਾਈ ਵਾਲੇ ਸ਼ਾਲ, ਫਿਰ ਸਕਾਰਫ ਦੇਖਣ ਇੱਕ ਦੁਕਾਨ 'ਤੇ ਰੁਕੇ। ਦੂਜੇ ਦੁਕਾਨਦਾਰ ਬਹੁਤ ਲਲਚਾਈਆਂ ਅੱਖਾਂ ਨਾਲ ਉਹਨਾਂ ਵੱਲ ਤੱਕ ਰਹੇ ਸਨ। ਇੱਕ ਸਕਾਰਫ ਸੁਮੀਤ ਨੂੰ ਪਸੰਦ ਆ ਗਿਆ। ਕਸ਼ਮੀਰੀ ਨੇ ਉਹਦਾ ਮੁੱਲ 200 ਰੁਪਏ ਦੱਸਿਆ। ਸੁਮੀਤ ਨੂੰ ਬਹੁਤ ਹੈਰਾਨੀ ਹੋਈ ਤੇ ਮਾੜਾ ਵੀ ਲੱਗਿਆ ਜਦੋਂ ਪ੍ਰੋਫੈਸਰ ਚੌਹਾਨ ਬੋਲਿਆ, 20 ਰੁਪਏ ਲੈਣੇ ਨੇ? 20 ਰੁਪਏ? ਪ੍ਰੋਫੈਸਰ ਚੌਹਾਨ ਨੇ ਫਿਰ ਦੁਹਰਾਇਆ। ਸਾहब मेहनत देखो, जायज़ ही मांगा है, तुम 10-20 कम दे दो, 150 दो। दुकानदार फिर तरले नाल बोलिया। 20 से 1 पैसा भी ज़्यादा नहीं, लेना है तो बोलो, आखदा प्रੋਫੈਸਰ ਚੌਹਾਨ ਉੱਥੋਂ ਤੁਰਨ ਲੱਗਿਆ। ਸੁਮੀਤ ਦਾ ਮਨ ਹੋਇਆ ਆਖ ਦੇਵੇ ਕਿ 150 ਨੂੰ ਹੀ ਲੈ ਲੈਂਦੇ ਹਾਂ, ਪਰ ਉਹ ਬੋਲੀ ਕੁਝ ਨਾ। ਚਲੋ ਸਾਹਿਬ, 100 ਹੀ ਦੋ, ਆਖਦਿਆਂ ਉਸ ਸਕਾਰਫ ਦੀ ਤੈਅ ਕਰਨ ਲੱਗਿਆ। 20 लेने हो तो बताओ, वरना हम जाएं, किस लिए टाइम वेस्ट कर रहे हो? ਪ੍ਰੋਫੈਸਰ ਚੌਹਾਨ ਨੇ ਜ਼ਰਾ ਤਲਖ ਹੋ ਕੇ ਆਖਿਆ ਤੇ ਸੱਚਮੁੱਚ ਹੀ ਉੱਥੋਂ ਤੁਰ ਪਿਆ। ਚਲੋ एक ही बात, आप 50 रुपए दो, दुकानदार ने आजिज़ी नाल आख्या। 50 में महंगा है, हद 30 दे सकते हैं, ਪ੍ਰੋਫੈਸਰ ਚੌਹਾਨ ਨੇ ਜ਼ਰਾ ਕੁ ਸਸਤਾਉਂਦਿਆਂ ਆਖਿਆ। ਸੁਮੀਤ ਬਹੁਤ ਪਰੇਸ਼ਾਨ ਹੋ ਗਈ ਸੀ ਕਿ ਪ੍ਰੋਫੈਸਰ ਚੌਹਾਨ ਗਰੀਬ ਦੁਕਾਨਦਾਰ ਨਾਲ ਇਹ ਕੀ ਕਰ ਰਿਹਾ। ਚਲੋ ਲੈ ਲਓ, ਜਿੰਨੇ ਨੂੰ ਦਿੰਦਾ।
ਨਹੀਂ ਤਾਂ ਚਲੋ ਇੱਥੋਂ, ਉਹਨੇ ਬੇਰਾਮ ਜੀ ਹੋ ਕੇ ਆਖਿਆ। ਪ੍ਰੋਫੈਸਰ ਚੌਹਾਨ ਨੇ 30 ਰੁਪਏ ਕੱਢ ਕੇ ਦੁਕਾਨਦਾਰ ਦੇ ਅੱਗੇ ਧਰ ਦਿੱਤੇ। ਅੱਛਾ ਸਾਹਬ, ਬਸ 5 ਔਰ, ਦੁਕਾਨਦਾਰ ਨੇ ਆਪਣੇ ਕਮਜ਼ੋਰ ਜਿਹੇ ਹੱਥ ਜੋੜਦਿਆਂ ਆਖਿਆ। ਫਿਰ रहने दो, आखदियां प्रोफेसर चौहान ने 30 रुपए चुक ले। चलो आपकी मर्जी, आप खुश रहो, 30 देने हैं 30 दे दो। आखदियां दुकानदार ने स्काफ तय करके लिफाफे च पा के प्रोफेसर चौहान ਨੂੰ ਫੜਾ ਦਿੱਤਾ ਤੇ ਉਹ ਤੋਂ 30 ਰੁਪਏ ਲੈ ਲਏ। ਮੈਂ 30 ਰੁਪਏ ਤੇਰੇ ਕਰਕੇ ਦੇ ਦਿੱਤੇ, ਨਹੀਂ ਤਾਂ ਉਹਨੇ 20 ਨੂੰ ਹੀ ਦੇ ਦੇਣਾ ਸੀ ਸਕਾਫ। ਸੁਮੀਤ ਨੂੰ ਫੜਾਉਂਦਿਆਂ ਪ੍ਰੋਫੈਸਰ ਚੌਹਾਨ ਨੇ ਆਖਿਆ। ਲੁੱਟ ਲਿਆਏ ਗਰੀਬ ਨੂੰ, ਸੁਮੀਤ ਨੇ ਸੱਚੀ ਮੁੱਚੀ ਉਦਾਸ ਹੋ ਕੇ ਆਖਿਆ। ਇਹ ਤਾਂ ਇੱਕ ਸਰਦਾਰਾਂ ਦੀ ਕੁੜੀ ਲਈ ਇੱਕ ਗਰੀਬ ਮਿਹਨਤਕਸ਼ ਲੁੱਟਿਆ ਗਿਆ, ਨਹੀਂ ਮੈਨੂੰ ਤਾਂ ਸਕਾਫ ਦੀ ਲੋੜ ਹੀ ਨਹੀਂ ਸੀ, ਪ੍ਰੋਫੈਸਰ ਚੌਹਾਨ ਨੇ ਦਲੀਲ ਦਿੱਤੀ। ਸਰਦਾਰਾਂ ਦੀ ਕੁੜੀ ਨੇ ਥੋੜ੍ਹੀ ਆਖਿਆ ਸੀ ਕਿ ਉਹਨੂੰ ਇੰਨੇ ਘੱਟ ਪੈਸੇ ਦਿਓ, ਸੁਮੀਤ ਬੋਲੀ। ਆਪਣੀ ਮਿਹਨਤ ਵੇਚ ਕੇ ਹੀ ਤਾਂ ਗਰੀਬਾਂ ਨੇ ਨਿਰਬਾਹ ਕਰਨਾ ਹੁੰਦਾ, ਤੇ ਪੈਸੇ ਵਾਲੇ ਇਉਂ ਹੀ ਮਜਬੂਰ ਕਰ ਸਕਦੇ ਹੁੰਦੇ ਨੇ ਕਿ ਉਹ ਆਪਣੀ ਮਿਹਨਤ ਘੱਟ ਤੋਂ ਘੱਟ ਮੁੱਲ 'ਤੇ ਵੇਚਣ। ਬਹੁਤ ਮਾੜੀ ਗੱਲ ਹੈ ਇਹ ਤਾਂ, ਸੁਮੀਤ ਬੋਲੀ। ਇਹ ਸਭ ਵਰਗ ਵੰਡ ਕਰਕੇ ਹੈ। ਇੱਕ ਹਾਵੀ ਵਰਗ ਹੈ ਲੁੱਟਣ ਵਾਲਿਆਂ ਦਾ, ਤੇ ਇੱਕ ਦਲਿਤ ਵਰਗ ਹੈ ਲੁੱਟੇ ਜਾਣ ਵਾਲਿਆਂ ਦਾ। ਜਦੋਂ ਤੱਕ ਵਰਗ ਰਹਿਤ ਸਮਾਜ ਦੀ ਸਥਾਪਨਾ ਨਹੀਂ ਹੁੰਦੀ, ਇਹ ਲੁੱਟ ਇਉਂ ਹੀ ਜਾਰੀ ਰਹੇਗੀ। ਇਸੇ ਲਈ ਤਾਂ ਮਾਰਕਸ ਨੇ ਦੁਨੀਆ ਭਰ ਦੇ ਕਾਮਿਆਂ ਨੂੰ ਇੱਕ ਮੁੱਠ ਹੋ ਜਾਣ ਤੇ ਸੰਘਰਸ਼ ਕਰਨ ਲਈ ਆਖਿਆ ਸੀ, ਪ੍ਰੋਫੈਸਰ ਚੌਹਾਨ ਨੇ ਬੜੇ ਜੋਸ਼ ਨਾਲ ਆਖਿਆ। ਪਰ ਕਹਿੰਦੇ ਨੇ ਮਾਰਕਸ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਿਆ। ਨਹੀਂ, ਸੁਮੀਤ ਨੇ ਭੋਲੇ ਭਾਅ ਪੁੱਛਿਆ। ਮਾਰਕਸ ਨੇ ਇੱਕ ਰਾਹ ਦੱਸ ਦਿੱਤਾ ਹੈ, ਜਿਉਂ-ਜਿਉਂ ਲੋਕਾਂ ਨੂੰ ਉਹਦੀ ਗੱਲ ਦੀ ਸਮਝ ਆਉਂਦੀ ਜਾਏਗੀ, ਲੋਕ ਉਸੇ ਪਾਸੇ ਤੁਰਨਗੇ। ਨਹੀਂ ਤੁਰਨਗੇ ਤਾਂ ਇਹ ਦੁਨੀਆ ਇੱਕ ਦਿਨ ਤਬਾਹ ਹੋ ਜਾਏਗੀ, ਪ੍ਰੋਫੈਸਰ ਚੌਹਾਨ ਬੋਲਿਆ। ਸੁਮੀਤ ਨੂੰ ਸਾਰੀ ਗੱਲ ਬਹੁਤੀ ਸਮਝ ਤਾਂ ਨਹੀਂ ਲੱਗ ਰਹੀ, ਫਿਰ ਵੀ ਉਹਨੂੰ ਲੱਗਿਆ ਪ੍ਰੋਫੈਸਰ ਚੌਹਾਨ ਵਰਗਾ ਇੰਟੈਲੀਜੈਂਟ ਬੰਦਾ ਠੀਕ ਹੀ ਆਖਦਾ ਹੋਣਾ। ਹੁਣ ਵਾਪਸ ਨਾ ਚੱਲੀਏ, ਉਹਨੇ ਤੁਰਦਿਆਂ ਪੁੱਛਿਆ। ਉਹ ਮੈਂ ਤਾਂ ਭੁੱਲ ਹੀ ਗਿਆ ਸੀ ਕਿ ਇੱਕ ਅਮੀਰਜ਼ਾਦੀ ਵੀ ਮੇਰੇ ਨਾਲ ਤੁਰੀ ਆ ਰਹੀ ਹੈ ਤੇ ਉਹ ਥੱਕ ਗਈ ਹੋਣੀ ਹੈ। ਆਮ ਸੌਰੀ ਸੁਮੀਤ, ਤੂੰ ਅਸਲ 'ਚ ਬਹੁਤ ਸੋਹਲ ਹੈ। ਕਈ ਵਾਰੀ ਮੈਨੂੰ ਲੱਗਦਾ ਜਿਵੇਂ ਤੂੰ ਇਸ ਧਰਤੀ ਦੀ ਤਾਂ ਹੈ ਹੀ ਨਹੀਂ, ਇੰਨੀ ਸਵੱਛ, ਇੰਨੀ ਸੋਹਣੀ, ਇੰਨੀ ਸਰਲ, ਜਿਵੇਂ ਕੋਈ ਅੰਬਰੀ ਜਿਹੀ ਸ਼ੈ ਹੋਵੇ। ਜਦੋਂ ਵੀ ਤੇਰੇ ਵੱਲ ਦੇਖਦਾ ਤੂੰ ਮੈਨੂੰ ਇੱਕ ਖਿਲਿਆ ਹੋਇਆ ਕਮਲ, ਨਾ ਸੱਚ ਕਮਲ ਨਹੀਂ ਲੱਗਦੀ ਹੈ। ਮੈਂ ਕਿੰਨਾ ਖੁਸ਼ਕਿਸਮਤ ਹਾਂ ਕਿ ਤੂੰ ਮੇਰੇ ਕੋਲ ਹੈ। ਤੇ ਫਿਰ ਕਹਿੰਦਾ ਕਹਿੰਦਾ ਪ੍ਰੋਫੈਸਰ ਚੌਹਾਨ ਰੁਕ ਗਿਆ ਤੇ ਜ਼ਰਾ ਕੁ ਕੰਬਦੀ ਆਵਾਜ਼ 'ਚ ਬੋਲਿਆ, ਸੁਮੀਤ, ਤੇਰਾ ਬ੍ਰਦਰ ਵਿਕਰਮ ਕਿਧਰੇ ਤੈਨੂੰ ਮੇਰੇ ਕੋਲੋਂ ਖੋਹ ਤਾਂ ਨਹੀਂ ਲਏਗਾ? ਤੂੰ ਮੇਰਾ ਸੁਪਨਾ ਹੈ। ਸੁਮੀਤ ਕੁਝ ਨਹੀਂ ਬੋਲੀ। ਦੱਸ ਸੁਮੀਤ, ਦੱਸ, ਤੂੰ ਕਦੇ ਮੈਨੂੰ ਛੱਡ ਤਾਂ ਨਹੀਂ ਜਾਏਂਗੀ? ਮੈਂ ਛੱਡ ਜਾਣ ਲਈ ਤਾਂ ਸਭ ਨੂੰ ਛੱਡ ਕੇ ਤੁਹਾਡੇ ਕੋਲ ਨਹੀਂ ਆਈ। ਸ਼ੁਕਰੀਆ ਸੁਮੀਤ, ਸ਼ੁਕਰੀਆ, ਪ੍ਰੋਫੈਸਰ ਚੌਹਾਨ ਨੇ ਜਿਵੇਂ ਸੁੱਖ ਦਾ ਸਾਹ ਲੈਂਦਿਆਂ ਆਖਿਆ। ਇਉਂ ਹੀ ਘੁੰਮਦਿਆਂ ਫਿਰਦਿਆਂ ਗੱਲਾਂ ਬਾਤਾਂ ਕਰਦਿਆਂ ਹਫ਼ਤਾ ਲੰਘ ਗਿਆ। ਵਿੱਚੋਂ ਇੱਕ ਵਾਰੀ ਸੁਮੀਤ ਨੇ ਕਿਰਨ ਨੂੰ ਫੋਨ ਕਰਕੇ ਪੁੱਛਿਆ ਕਿ ਘਰ ਫੋਨ ਕਰ ਦਿੱਤਾ ਸੀ। ਹਾਂ, ਬੀਜੀ ਆਏ ਸੀ, ਬੜਾ ਰੋਂਦੇ ਸੀ, ਆਖਦੇ ਸੀ ਵਿਕਰਮ ਕਈ ਦਿਨ ਤਾਂ ਸ਼ਰਾਬ ਹੀ ਪੀਂਦਾ ਰਿਹਾ। ਮਗਰੋਂ ਉਹਨਾਂ ਨੇ ਤੇ ਉਹਦੀ ਭੂਆ ਜੀ ਨੇ ਮਸਾਂ ਸਮਝਾਇਆ ਕਿ ਚਲੋ ਸਾਡੇ ਵੱਲੋਂ ਮਰ ਗਈ, ਉਹਦੇ ਵੱਲੋਂ ਅਸੀਂ ਮਰ ਗਏ। ਫਿਰ ਰੁੱਕ ਕੇ ਕਿਰਨ ਨੇ ਪੁੱਛਿਆ ਸੀ ਕਿ ਪ੍ਰੋਫੈਸਰ ਚੌਹਾਨ ਬਾਰੇ ਤੂੰ ਸਭ ਕੁਝ ਪਤਾ ਕਰ ਲਿਆ ਸੀ? ਹਾਂ, ਸਭ ਕੁਝ ਮੈਨੂੰ ਪਤਾ, ਸੁਮੀਤ ਨੇ ਜਦੋਂ ਆਖਿਆ ਸੀ ਤਾਂ ਕਿਰਨ ਅੱਗੋਂ ਕੁਝ ਨਹੀਂ ਸੀ ਬੋਲੀ। ਉਹਨੇ ਬਸ ਇੰਨਾ ਹੀ ਪੁੱਛਿਆ ਸੀ, ਸਭ ਕੁਝ ਠੀਕ ਠਾਕ ਹੈ ਨਾ? ਹਾਂ ਠੀਕ ਹੈ, ਸੁਮੀਤ ਨੇ ਹੱਸ ਕੇ ਦੱਸਿਆ ਸੀ। ਇਸ ਤੋਂ ਮਗਰੋਂ ਕੁਝ ਦਿਨ ਹੋਰ ਲੰਘਾ ਕੇ ਉਹ ਚੰਡੀਗੜ੍ਹ ਨੂੰ ਪਰਤ ਆਈ। ਸੋਮਵਾਰ ਤੋਂ ਪ੍ਰੋਫੈਸਰ ਚੌਹਾਨ ਨੇ ਕਾਲਜ ਵੀ ਤਾਂ ਜਾਣਾ ਸੀ। ਅਧਿਆਇ 21। ਸੁਮੀਤ ਅਤੇ ਪ੍ਰੋਫੈਸਰ ਚੌਹਾਨ ਜਦੋਂ ਚੰਡੀਗੜ੍ਹ ਵਾਪਸ ਪਹੁੰਚੇ ਤਾਂ ਸੁਮੀਤ ਨੂੰ ਪਤਾ ਨਹੀਂ ਕਿਉਂ ਸਭ ਕੁਝ ਹੀ ਓਪਰਾ ਓਪਰਾ ਲੱਗ ਰਿਹਾ ਸੀ। ਜਿਵੇਂ ਸ਼ਹਿਰ, ਇਹ ਲੋਕ, ਇਹ ਘਰ, ਇਹ ਕੋਠੀਆਂ, ਇਹ ਬਾਜ਼ਾਰ, ਇਹ ਸੜਕਾਂ, ਸਭ ਕੁਝ ਹੀ ਉਹ ਪਹਿਲੀ ਵਾਰ ਵੇਖ ਰਹੀ ਹੋਵੇ। ਉਹਨੂੰ ਤਾਂ ਇਉਂ ਵੀ ਲੱਗਿਆ ਜਿਵੇਂ ਇਹ ਦੁਨੀਆ ਹੀ ਕੋਈ ਹੋਰ ਸੀ, ਜਿੱਥੇ ਉਹ ਪਹਿਲੀ ਵਾਰੀ ਸਭ ਕੁਝ ਦੇਖ ਰਹੀ ਸੀ। ਰਾਤ ਦਾ ਖਾਣਾ ਪ੍ਰੋਫੈਸਰ ਚੌਹਾਨ ਨੇ ਫੋਨ ਕਰਕੇ ਹੋਟਲ ਤੋਂ ਮੰਗਵਾ ਲਿਆ ਸੀ। ਰੋਟੀ ਖਾਂਦਿਆਂ ਉਹਨੇ ਸੁਮੀਤ ਵੱਲ ਝਾਕ ਕੇ ਆਖਿਆ, ਬੋਰ ਹੋ ਗਿਆ ਮੈਂ ਹੋਟਲਾਂ ਦੀਆਂ ਰੋਟੀਆਂ ਖਾ ਖਾ ਕੇ। ਕੱਲ੍ਹ ਤੋਂ ਆਪਾਂ ਖਾਣਾ ਘਰ ਬਣਾਇਆ ਕਰਾਂਗੇ। ਤੂੰ ਲਿਸਟ ਬਣਾ ਲਈ, ਸਮਾਨ ਆਪਾਂ ਜਾ ਕੇ ਲੈ ਆਵਾਂਗੇ। ਸੁਮੀਤ ਨੂੰ ਚੁੱਪ ਜਿਹੀ ਦੇਖ ਕੇ ਪ੍ਰੋਫੈਸਰ ਚੌਹਾਨ ਨੇ ਮੁੜ ਕੇ ਪੁੱਛਿਆ, ਰੋਟੀ ਬਣਾ ਕੇ ਖਵਾਏਂਗੀ ਨਾ ਸੁਮੀਤ? ਕਿੰਨੀ ਚੰਗੀ ਲੱਗੇਗੀ ਤੂੰ ਸਬਜ਼ੀ ਕੱਟਦੀ, ਆਟਾ ਗੁੰਨਦੀ, ਰੋਟੀ ਪਕਾਉਂਦੀ। ਬਰਤਨਾਂ ਲਈ ਆਪਾਂ ਗੁਰਨਾਮੋਂ ਨੂੰ ਹੀ ਆਖਾਂਗੇ, ਹਰ ਰੋਜ਼ ਆ ਜਾਇਆ ਕਰੇਗੀ। ਅੱਗੇ ਉਹ ਆਪਣੀ ਕੁੜੀ ਦੇ ਨਾਲ ਐਤਵਾਰ ਦੇ ਐਤਵਾਰ ਆਉਂਦੀ ਹੈ। ਭਾਂਡਿਆਂ ਦਾ, ਸਫਾਈ ਦਾ ਸਾਰਾ ਕੰਮ ਕਰ ਜਾਂਦੀਆਂ ਨੇ। ਕੱਪੜੇ ਮੈਂ ਆਪ ਹੀ ਧੋ ਲੈਣਾ, ਪ੍ਰੈਸ ਧੋਬੀ ਤੋਂ ਕਰਵਾ ਲਈਦੇ ਨੇ। ਮੈਨੂੰ ਬਹੁਤਾ ਕੁਝ ਤਾਂ ਬਣਾਉਣਾ ਨਹੀਂ ਆਉਂਦਾ, ਸਾਦੀ ਜਿਹੀ ਰੋਟੀ ਬਣਾ ਸਕਦੀ ਹਾਂ, ਸੁਮੀਤ ਬੋਲੀ। ਤੂੰ ਜੋ ਵੀ ਬਣਾਏਂਗੀ ਮੈਨੂੰ ਬਹੁਤ ਅੱਛਾ ਲੱਗੇਗਾ। ਹੁਣ ਸੋਈਏ,
ਸੁਮੀਤ ਨੇ ਥਕੇਵਾਂ ਮਹਿਸੂਸ ਕਰਦੀ ਨੇ ਪੁੱਛਿਆ। ਮੇਰਾ ਤਾਂ ਮਨ ਕਰਦਾ ਸਾਰੀ ਰਾਤ ਬੈਠਾ ਤੇਰੇ ਨਾਲ ਗੱਲਾਂ ਕਰਦਾ ਰਹਾਂ। ਤੂੰ ਗੱਲਾਂ ਕਰਦੀ ਬੜੀ ਉਹ ਚੰਗੀ ਲੱਗਦੀ ਹੈ। ਫਿਰ ਇਉਂ ਕਰੋ, ਪਹਿਲਾਂ ਮੇਰੇ ਲਈ ਇੱਕ ਸਿਰ ਦਰਦ ਦੀ ਗੋਲੀ ਲਿਆ ਦਿਓ। ਸੁਮੀਤ ਨੇ ਹੱਸ ਕੇ ਆਖਿਆ। ਤੇਰਾ ਪਤੀ ਪਰਮੇਸ਼ਰ ਤੇਰੇ ਲਈ ਸਿਰਦਰਦੀ ਬਣ ਰਿਹਾ ਹੈ ਨਾ? ਅੱਛਾ, ਤੂੰ ਅੰਦਰ ਜਾ ਕੇ ਸੌਂ ਜਾ। ਮੈਂ ਤਾਂ ਅਜੇ ਛੱਤ ਉੱਤੇ ਜਾ ਕੇ ਤੁਰ ਰਹੇ ਚੰਦ ਨੂੰ ਦੇਖਾਂਗਾ। ਲੰਘੀ ਜਾਂਦੀ ਰਾਤ ਨਾਲ ਗੱਲਾਂ ਕਰਾਂਗਾ। ਰਾਤ ਦੇ ਹਨੇਰੇ 'ਚ ਗੁੰਮ ਹੋਏ ਆਪਣੇ ਪਿੱਤਰਾਂ ਨੂੰ ਦੱਸਾਂਗਾ ਕਿ ਮੈਂ ਤੁਹਾਡੇ ਘਰ, ਤੁਹਾਡੇ ਵੰਸ਼ ਵਿੱਚ ਇੱਕ ਸਰਦਾਰਾਂ ਦੀ ਕੁੜੀ ਵਿਆਹ ਲਿਆਇਆ। ਸੁਮੀਤ ਨੂੰ ਲੱਗਿਆ ਦੇਖਣ ਨੂੰ ਤਾਂ ਪ੍ਰੋਫੈਸਰ ਚੌਹਾਨ ਨੇ 2-3 ਪੈਗ ਹੀ ਪੀਤੇ ਸਨ, ਪਰ ਉਹਨੂੰ ਚੜ੍ਹ ਬਹੁਤ ਗਈ ਸੀ। ਉਹ ਸੱਚਮੁੱਚ ਹੀ ਅੰਦਰ ਜਾ ਕੇ ਪੈ ਗਈ, ਪਰ ਨੀਂਦ ਉਹਨੂੰ ਨਹੀਂ ਸੀ ਆ ਰਹੀ। ਉਹ ਵੀ ਸੋਚਣ ਲੱਗੀ, ਮੇਰੇ ਪਿੱਤਰ ਕੀ ਸੋਚਦੇ ਹੋਣਗੇ। ਖੇਤਾਂ ਵਿੱਚ ਕਾਂਗਿਆਰੀ ਵੀ ਤਾਂ ਉੱਗ ਆਉਂਦੀ ਹੈ। ਉਹ ਆਪਣੇ ਆਪ ਨੂੰ ਦੱਸਣਗੇ ਤੇ ਮੇਰੀ ਮਾਂ, ਜਿਹੜੀ ਹਮੇਸ਼ਾ ਮੇਰਾ ਪੱਖ ਪੂਰਦੀ ਰਹੀ ਸੀ, ਮੇਰੇ ਭਰਾ ਦੇ ਗੁੱਸੇ ਸਾਹਮਣੇ ਕਿਵੇਂ ਨਿੰਮੋ ਝੂਣੀ ਖੜੀ ਹੋਏਗੀ। ਇਹ ਸਭ ਮੇਰੇ ਕੋਲੋਂ ਕਿਵੇਂ ਹੋ ਗਿਆ? ਤੇ ਫਿਰ ਪਤਾ ਨਹੀਂ ਕਦੋਂ ਉਹਨੂੰ ਬੇਹੋਸ਼ੀ ਵਰਗੀ ਨੀਂਦ ਨੇ ਆ ਘੇਰਿਆ। ਬਹੁਤ ਰਾਤ ਗਈ। ਪ੍ਰੋਫੈਸਰ ਚੌਹਾਨ ਦਾ ਹੱਥ ਆਪਣੇ ਸਿਰ ਉੱਪਰ ਰੱਖਿਆ ਦੇਖ ਉਹ ਤਰਬ ਕੇ ਜਾਗ ਪਈ। ਪਤਾ ਨਹੀਂ ਉਹ ਕਿਸ ਗੱਲ ਤੋਂ ਡਰ ਗਈ ਸੀ। ਉਹਨੇ ਉੱਠ ਕੇ ਲਾਈਟ ਜਗਾ ਲਈ। ਕੋਈ ਨਹੀਂ, ਮੈਂ ਆ, ਸੌਂ ਜਾ, ਲਾਈਟ ਬੁਝਾ ਦੇ। ਪ੍ਰੋਫੈਸਰ ਚੌਹਾਨ ਨੇ ਦੂਸਰੇ ਪਾਸੇ ਮੂੰਹ ਕਰਕੇ ਸੌਂਦਿਆਂ ਆਖਿਆ। ਸੁਮੀਤ ਨੇ ਲਾਈਟ ਬੁਝਾ ਦਿੱਤੀ। ਹੌਲੀ ਹੌਲੀ ਤੁਰਦੀ ਬੈੱਡ ਦੇ ਇੱਕ ਪਾਸੇ ਪੈ ਗਈ। ਬਹੁਤ ਰਾਤ ਗਈ। ਧੀਕ ਉਹ ਹਨੇਰੇ ਵੱਲ ਬਿਟ-ਬਿਟ ਦੇਖ ਰਹੀ ਸੀ। ਸਵੇਰੇ ਸਵੇਰੇ ਪ੍ਰੋਫੈਸਰ ਚੌਹਾਨ ਜਦੋਂ ਜਾਗਿਆ ਤਾਂ ਸੁਮੀਤ ਅਜੇ ਸੁੱਤੀ ਹੋਈ ਸੀ। ਉਹਨੇ ਚਾਹ ਬਣਾ ਕੇ ਪੀਤੀ ਤੇ ਮਗਰੋਂ ਇੱਕ ਕੱਪ ਸੁਮੀਤ ਲਈ ਵੀ ਬਣਾ ਲਿਆ। ਉੱਠੋ ਦੇਵੀ ਜੀ, ਚਾਹ ਲਓ। ਮੈਂ ਪ੍ਰੋਫੈਸਰ ਚੌਹਾਨ ਨੇ ਉਹਦਾ ਹੱਥ ਹਿਲਾ ਕੇ ਆਖਿਆ। ਸੁਮੀਤ ਜਿਵੇਂ ਘਬਰਾ ਕੇ ਉੱਠ ਬੈਠੀ। ਮੈਨੂੰ ਜਗਾ ਦੇਣਾ ਸੀ, ਚਾਹ ਮੈਂ ਬਣਾ ਦਿੰਦੀ। ਕੁਮਾਰ ਸਵਾਮੀ ਦੀ ਇੱਕ ਕਿਤਾਬ ਹੈ। ਆਪਣੀ ਕਿਤਾਬ 'ਚ ਸ਼ਿਵ ਪਾਰਵਤੀ ਨੂੰ ਜਦੋਂ ਪਤਨੀ ਦੇ ਫਰਜ਼ਾਂ ਬਾਰੇ ਦੱਸਦੇ ਨੇ ਤਾਂ ਆਖਦੇ ਨੇ ਉਹਨੂੰ ਘਰ 'ਚ ਸਭ ਤੋਂ ਪਹਿਲਾਂ ਜਾਗਣਾ ਚਾਹੀਦਾ ਹੈ ਤੇ ਸਭ ਤੋਂ ਮਗਰੋਂ ਸੌਣਾ ਚਾਹੀਦਾ ਹੈ। ਉਹ ਸਭ ਨੂੰ ਰੋਟੀ ਖਵਾ ਕੇ, ਇੱਥੋਂ ਤੱਕ ਕਿ ਨੌਕਰਾਂ ਨੂੰ ਵੀ ਰੋਟੀ ਖਵਾ ਕੇ ਮਗਰੋਂ ਖਾਵੇ। ਤੇ ਤੁਹਾਨੂੰ ਦੇਵੀ ਜੀ ਮੈਂ ਜਗਾਇਆ। ਸੌਰੀ, ਕੱਲ੍ਹ ਤੋਂ ਮੈਂ ਅਲਾਰਮ ਲਾ ਕੇ ਸੋਇਆ ਕਰਾਂਗੀ। ਮੇਰਾ ਖਿਆਲ ਸੀ ਅੱਜ ਕਾਲਜ ਤੋਂ ਛੁੱਟੀ ਕਰ ਲਾਂਗਾ, ਘਰ ਦਾ ਸਮਾਨ ਲੈਣ ਚੱਲਾਂਗੇ। ਪਰ ਛੁੱਟੀ ਕੀ ਕਰਨੀ ਹੈ, ਨਾਲ ਹੀ ਤਾਂ ਮਾਰਕੀਟ ਹੈ, ਜੋ ਚਾਹੀਦਾ ਹੋਇਆ ਲੈ ਆਵੀਂ। ਬਹੁਤਾ ਕੁਝ ਕਰਨ ਦੀ ਲੋੜ ਨਹੀਂ, ਬਸ ਸਾਦੀ ਜੀ ਰੋਟੀ ਠੀਕ ਹੈ। ਗੱਲ ਤਾਂ ਤੇਰੇ ਹੱਥਾਂ ਤੋਂ ਰੋਟੀ ਖਾਣ ਦੀ ਹੈ, ਪ੍ਰੋਫੈਸਰ ਚੌਹਾਨ ਨੇ ਹੱਸ ਕੇ ਆਖਿਆ। ਮੈਂ ਕਾਲਜ ਨਾ ਜਾਇਆ ਕਰਾਂ ਫਿਰ? ਸੁਮੀਤ ਨੇ ਪੁੱਛਿਆ। ਹੋਰ ਕੀ, ਤੂੰ ਕੁਝ ਦਿਨ ਕਾਲਜ ਜਾਣਾ ਰਹਿਣ ਦੇ। ਲੋਕ ਤੇਰੇ ਵੱਲ ਹੋਰ ਤਰ੍ਹਾਂ ਝਾਕਣਗੇ। ਵਿਆਹ ਦੀ ਗੱਲ ਠੰਡੀ ਪੈ ਜਾਣ ਦੇ, ਫਿਰ ਚਲੀ ਜਾਇਆ ਕਰੀ, ਪ੍ਰੋਫੈਸਰ ਚੌਹਾਨ ਨੇ ਸਮਝਾਇਆ। ਸੁਮੀਤ ਅੱਗੋਂ ਚੁੱਪ ਕਰ ਰਹੀ, ਪਰ ਉਹਨੂੰ ਲੱਗਿਆ ਵਿਆਹ ਕਾਰਨ ਹੁਣ ਮੈਂ ਲੋਕਾਂ ਤੋਂ ਛੁਪਦੀ ਫਿਰਾਂ। ਕੁਝ ਚਿਰ ਮਗਰੋਂ ਨਹਾ ਕੇ ਤਿਆਰ ਹੋ ਕੇ ਬ੍ਰੇਕਫਾਸਟ ਲੈ ਕੇ ਪ੍ਰੋਫੈਸਰ ਚੌਹਾਨ ਕਾਲਜ ਚਲਾ ਗਿਆ। ਸੁਮੀਤ ਕੁਝ ਚਿਰ ਸੁੰਨਿਆਂ ਵਾਂਗ ਬੈਠੀ ਰਹੀ, ਫਿਰ ਉੱਠ ਕੇ ਰਸੋਈ 'ਚ ਗਈ। ਉੱਥੇ ਤਵਾ ਪਰਾਤ ਤੋਂ ਬਿਨਾਂ ਇੱਕ ਸਟੋਵ ਪਿਆ ਸੀ, ਇੱਕ ਪਤੀਲਾ, 3-4 ਪਲੇਟਾਂ, 2 ਕੌਲੀਆਂ, 4 ਕੱਚ ਦੇ ਗਲਾਸ ਤੇ ਇੱਕ ਸ਼ੀਸ਼ੇ ਵਿੱਚ ਲੂਣ ਪਿਆ ਸੀ। ਬਸ ਇਹੋ ਸਾਰਾ ਸਮਾਨ ਸੀ। ਹਾਂ ਸੱਚ, ਇੱਕ ਪਾਣੀ ਵਾਲਾ ਜੱਗ, ਇੱਕ ਕੜਛੀ, ਚਿਮਟਾ ਤੇ 3-4 ਛੋਟੇ ਚਮਚ ਵੀ ਇੱਕ ਪਾਸੇ ਪਏ ਸਨ। ਰੋਟੀ ਹੋਟਲ ਤੋਂ ਆਉਂਦੀ ਸੀ, ਸਮਾਨ ਇੱਥੇ ਕੀ ਹੋਣਾ ਸੀ? ਉਹਨੇ ਆਪਣੇ ਆਪ ਨੂੰ ਦਲੀਲ ਦਿੱਤੀ। ਅਲਮਾਰੀ 'ਚੋਂ ਪੈਸੇ ਲੈ ਕੇ ਉਹ ਮਾਰਕੀਟ ਜਾਣ ਲੱਗੀ ਤਾਂ ਉਹਨੇ ਚੀਜ਼ਾਂ ਦੀ ਲਿਸਟ ਬਣਾਈ। ਆਟਾ, ਦਾਲਾਂ, ਘੀ, ਚਾਹ ਪੱਤੀ, ਖੰਡ, ਮਿਰਚ, ਗਰਮ ਮਸਾਲਾ, ਮੱਖਣ, ਪਨੀਰ, ਡਬਲ ਰੋਟੀ, ਬਿਸਕਿਟ, ਪਿਆਜ਼, ਖੀਰਾ, ਸਬਜ਼ੀ। ਲਿਸਟ ਬਣਾਉਣ ਮਗਰੋਂ ਉਹਨੂੰ ਲੱਗਿਆ, ਇੰਨੀਆਂ ਸਾਰੀਆਂ ਚੀਜ਼ਾਂ ਲੈ ਕੇ ਕਿਸ ਜਾਵਾਂਗੀ? ਚਲੋ ਇੱਕ ਟੋਕਰੀ ਵੀ ਖਰੀਦ ਲਵਾਂਗੀ, ਉਹਨੇ ਸੋਚ ਲਿਆ। ਮਾਰਕੀਟ ਜਾ ਕੇ ਸਾਰੀਆਂ ਚੀਜ਼ਾਂ ਖਰੀਦ ਲਈਆਂ, ਟੋਕਰੀ ਵੀ ਖਰੀਦ ਲਈ, ਪਰ ਘਰ ਤੱਕ ਲੈ ਕੇ ਕਿਵੇਂ ਜਾਂਦੀ? ਘਰ ਭਾਵੇਂ ਨੇੜੇ ਸੀ, ਉਹਨੇ ਸਾਰੀਆਂ ਚੀਜ਼ਾਂ ਰਿਕਸ਼ੇ 'ਚ ਰੱਖ ਕੇ ਲੈ ਕੇ ਆਂਦੀਆਂ। ਆਲੂ ਛਿੱਲੇ, ਸ਼ਿਮਲਾ ਮਿਰਚਾਂ ਕੱਟੀਆਂ, ਤੜਕੇ ਲਈ ਪਿਆਜ਼ ਕੱਟਿਆ, ਪਰ ਤੜਕਾ ਲਾਉਣ ਵੇਲੇ ਸਟੋਵ ਹੀ ਨਹੀਂ ਸੀ ਚੱਲ ਰਿਹਾ। ਪਤਾ ਲੱਗਿਆ ਇਸ 'ਚ ਤਾਂ ਤੇਲ ਹੀ ਨਹੀਂ। ਉਹ ਫਿਰ ਮੁੜ ਕੇ ਮਾਰਕੀਟ ਗਈ, ਤੇਲ ਦੀ ਬੋਤਲ ਭਰਾ ਕੇ ਲਿਆਈ। ਉਹ ਇੰਨੀ ਧੁੱਪ 'ਚ, ਇੰਨੀ ਗਰਮੀ 'ਚ ਮਿੱਟੀ ਦੇ ਤੇਲ ਦੀ ਬੋਤਲ ਲਈ ਜਾਂਦੀ ਸੋਚ ਰਹੀ ਸੀ, ਕੋਈ ਦੇਖੂ ਤਾਂ ਕੀ ਆਖੂ। ਘਰ ਆ ਕੇ ਤੇਲ ਪਾ ਕੇ ਸਟੋਵ ਚਲਾਇਆ, ਤੜਕਾ ਭੁੰਨਿਆ, ਸ਼ਿਮਲਾ ਮਿਰਚਾਂ ਤੇ ਆਲੂ ਵੀ ਭੁੰਨ ਲਏ, ਪਰ ਉਹਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਮਿਰਚਾਂ ਦੀ ਸਬਜ਼ੀ 'ਚ ਪਾਣੀ ਪਾਈਦਾ ਕਿ ਨਹੀਂ। ਉਹਨੇ ਸੋਚਿਆ, ਪਹਿਲੇ ਫੁਲਕੇ ਲਾ ਲਵਾਂ, ਸਬਜ਼ੀ ਮਗਰੋਂ ਦੇਖੀ ਜਾਊਗੀ। ਉਸੇ ਤਰ੍ਹਾਂ ਅੱਧ ਪੱਕੀ ਸਬਜ਼ੀ ਲਾ ਕੇ ਉਹਨੇ ਸਟੋਵ ਉੱਪਰ ਤਵਾ ਧਰ ਦਿੱਤਾ। ਬੜੀ ਮਿਹਨਤ ਨਾਲ ਉਹਨੇ 6 ਫੁਲਕੇ ਬਣਾਏ। ਪਤਾ ਨਹੀਂ ਕਿਉਂ ਇਹ ਫੁੱਲ ਹੀ ਨਹੀਂ ਸਨ ਰਹੇ, ਉਂਝ ਵੀ ਐਡੇ ਗੋਲ ਨਹੀਂ ਸੀ ਬਣੇ। ਰਸੋਈ 'ਚ ਬੈਠੀ ਕੰਮ ਕਰਦੀ ਉਹ ਪਸੀਨੇ ਨਾਲ ਭਿੱਜ ਗਈ, ਮੂੰਹ ਲਾਲ ਹੋ ਗਿਆ। 2 ਵਾਰੀ ਉੱਠ ਕੇ ਗੁਸਲਖਾਨੇ 'ਚ ਜਾ ਕੇ ਪੈਰਾਂ ਉੱਪਰ ਠੰਡਾ ਪਾਣੀ ਵੀ ਪਾ ਆਈ ਸੀ। ਇੱਕ 2-2 ਮਿੰਟ ਪੱਖੇ ਹੇਠਾਂ ਵੀ ਖੜੋ ਆਈ ਸੀ।
ਫਿਰ ਵੀ ਗਰਮੀ ਨਾਲ ਜਿਵੇਂ ਸਿਰ ਚਕਰਾ ਰਿਹਾ ਸੀ। ਪ੍ਰੋਫੈਸਰ ਚੌਹਾਨ ਕਾਲਜ ਤੋਂ ਜਲਦੀ ਆ ਗਿਆ। ਸੁਮੀਤ ਨੇ ਸਬਜ਼ੀ ਮੁੜ ਸਟੋਵ 'ਤੇ ਰੱਖ ਕੇ ਉਹ ਤੋਂ ਪੁੱਛਿਆ ਕਿ ਸ਼ਿਮਲਾ ਮਿਰਚ ਵਿੱਚ ਪਾਣੀ ਪਾਈਦਾ ਕਿ ਨਹੀਂ। ਸ਼ਿਮਲਾ ਮਿਰਚ ਤਾਂ ਬਹੁਤ ਮਹਿੰਗੀ ਮਿਲੀ ਹੋਣੀ ਹੈ, ਪ੍ਰੋਫੈਸਰ ਚੌਹਾਨ ਨੇ ਪੁੱਛਿਆ। ਪਤਾ ਨਹੀਂ, ਮੈਂ ਤਾਂ ਸਾਰੀਆਂ ਚੀਜ਼ਾਂ ਦੇ ਜਿੰਨੇ ਭਾਈ ਨੇ ਆਖੇ ਇਕੱਠੇ ਹੀ ਪੈਸੇ ਦੇ ਦਿੱਤੇ। ਇਸ ਤਰ੍ਹਾਂ ਤਾਂ ਤਨਖਾਹ ਇੱਕ ਹਫ਼ਤਾ ਹੀ ਚੱਲਿਆ ਕਰੂ। ਸੁਮੀਤ ਨੇ ਕੋਈ ਉੱਤਰ ਨਾ ਦਿੱਤਾ। ਤੂੰ ਸੁਮੀਤ ਉੱਠ ਕੇ ਪੱਖੇ ਥੱਲੇ ਚੱਲ, ਮੈਂ ਬਣਾਉਣਾ ਸਬਜ਼ੀ। ਪ੍ਰੋਫੈਸਰ ਚੌਹਾਨ ਨੇ ਸਟੋਵ ਦੇ ਕੋਲ ਬੈਠਦਿਆਂ ਆਖਿਆ। ਨਹੀਂ, ਸਿਰਫ ਇਹ ਦੱਸੋ ਕਿ ਪਹਾੜੀ ਮਿਰਚਾਂ ਵਿੱਚ ਪਾਣੀ ਪਾਈਦਾ ਕਿ ਨਹੀਂ। ਸੁਮੀਤ ਬੋਲੀ। ਪਾਣੀ ਤੋਂ ਬਿਨਾਂ ਤਾਂ ਕੋਈ ਚੀਜ਼ ਵੀ ਨਹੀਂ ਬਣਦੀ। ਦੇਖਣਾ ਇਹ ਹੁੰਦਾ ਹੈ ਵੀ ਪਾਣੀ ਪਾਉਣਾ ਕਿੰਨਾ ਹੈ। ਦੱਸੋ ਫਿਰ ਮੈਂ ਕਿੰਨਾ ਪਾਵਾਂ। ਸੁਮੀਤ ਨੇ ਨਲਕੇ ਤੋਂ ਗਲਾਸ ਭਰਦਿਆਂ ਪੁੱਛਿਆ। ਮੈਂ ਆਪੇ ਪਾ ਦਿਆਂਗਾ, ਤੂੰ ਪੱਖੇ ਥੱਲੇ ਚੱਲ। ਬਿਮਾਰ ਹੋ ਕੇ ਹੋਰ ਨਾ ਕੋਈ ਸਿਆਪਾ ਪਾ ਦੇ। ਪ੍ਰੋਫੈਸਰ ਚੌਹਾਨ ਨੇ ਜਦੋਂ ਬੇਮਾਲੂਮੀ ਜੀ ਤਲਖੀ ਨਾਲ ਆਖਿਆ ਤਾਂ ਸੁਮੀਤ ਨੇ ਮੂੰਹ ਝੋਣੀ ਜੀ ਬਾਹਰ ਆ ਗਈ। ਉਹ ਗੁਸਲਖਾਨੇ ਵਿੱਚ ਨਹਾਉਣ ਚਲੀ ਗਈ। ਇੰਨੀ ਗਰਮੀ ਜੋ ਸੀ, ਫਿਰ ਆਪਣੇ ਉੱਪਰ ਕਿੰਨਾ ਹੀ ਚਿਰ ਠੰਡਾ ਪਾਣੀ ਪਾਉਂਦੀ ਰਹੀ। ਗੁੱਤ ਖੋਲ੍ਹ ਕੇ ਉਹਨੇ ਭਾਰੇ ਲੰਬੇ ਵਾਲਾਂ ਵਿੱਚ ਵੀ ਪਾਣੀ ਪਾ ਲਿਆ। ਉਹਨੂੰ ਲੱਗਿਆ ਸਿਰ ਵੀ ਬਹੁਤ ਤਪ ਰਿਹਾ। ਜਦੋਂ ਸੁਮੀਤ ਨਹਾ ਕੇ ਨਿਕਲੀ ਤਾਂ ਕੌਲੀਆਂ 'ਚ ਸਬਜ਼ੀ ਪਾਈ, ਪਲੇਟ 'ਚ ਫੁਲਕੇ ਰੱਖੀ, ਪਾਣੀ ਦੇ ਗਲਾਸ ਭਰ ਕੇ ਸਭ ਕੁਝ ਟਰੇ 'ਚ ਰੱਖ ਕੇ ਪ੍ਰੋਫੈਸਰ ਚੌਹਾਨ ਅੰਦਰ ਲਈ ਆ ਰਿਹਾ ਸੀ। ਆਓ ਮੇਮ ਸਾਹਿਬ, ਖਾਣਾ ਖਾਓ, ਉਹਨੇ ਮਜ਼ਾਕ ਨਾਲ ਆਖਿਆ। ਰੋਟੀ ਸੁਮੀਤ ਦੇ ਜਿਵੇਂ ਨਿੱਘਰ ਨਹੀਂ ਸੀ ਰਹੀ। ਪਤਾ ਨਹੀਂ ਉਹਨੂੰ ਕਿਸ ਗੱਲ ਕਾਰਨ ਰੋਣਾ ਆ ਗਿਆ, ਪਰ ਉਹ ਵਿੱਚੇ ਵਿੱਚ ਪੀ ਗਈ। ਰੋਟੀ ਖਾਣ ਮਗਰੋਂ ਪ੍ਰੋਫੈਸਰ ਚੌਹਾਨ ਨੇ ਪੁੱਛਿਆ, ਭਾਂਡੇ ਮੈਂ ਧੋਵਾਂਗਾ ਕਿ ਮੇਮ ਸਾਹਿਬ ਧੋਣਗੇ। ਬਿਨਾਂ ਕੋਈ ਉੱਤਰ ਦਿੱਤਿਆਂ ਸੁਮੀਤ ਜੂਠੇ ਭਾਂਡੇ ਚੁੱਕ ਕੇ ਰਸੋਈ 'ਚ ਜਾ ਕੇ ਸਾਫ਼ ਕਰਨ ਲੱਗ ਪਈ। ਪਤਾ ਨਹੀਂ ਕਿਵੇਂ ਕੱਚ ਦਾ ਇੱਕ ਗਲਾਸ ਉਹਦੇ ਹੱਥੋਂ ਤਿਲਕ ਕੇ ਡਿੱਗ ਪਿਆ ਤੇ ਟੁੱਟ ਗਿਆ। ਸ਼ਾਬਾਸ਼, ਪ੍ਰੋਫੈਸਰ ਚੌਹਾਨ ਨੇ ਜਦੋਂ ਰਸੋਈ 'ਚ ਆ ਕੇ ਹੱਸ ਕੇ ਆਖਿਆ ਤਾਂ ਉਹ ਜਿਵੇਂ ਡਰ ਗਈ। ਰੋਟੀ ਖਾ ਕੇ ਪ੍ਰੋਫੈਸਰ ਚੌਹਾਨ ਮੁੜ ਕਾਲਜ ਚਲਾ ਗਿਆ। ਆਖਦਾ ਸੀ 3 ਵਜੇ ਇੱਕ ਜ਼ਰੂਰੀ ਮੀਟਿੰਗ ਹੈ। ਪਿੱਛੋਂ ਇਕੱਲੀ ਬੈਠੀ ਸੁਮੀਤ ਸੋਚ ਰਹੀ ਸੀ, ਮੈਂ ਕੁਕਿੰਗ ਦੀ ਕਿਤਾਬ ਲੈ ਆਵਾਂਗੀ। ਉਹਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਰੋਟੀ ਵੀ ਇੰਨੀ ਇੰਪੋਰਟੈਂਟ ਹੁੰਦੀ ਹੈ। ਤੇ ਉਹ ਹੁਣੇ ਸੋਚਣ ਲੱਗੀ ਕਿ ਰਾਤ ਨੂੰ ਕੀ ਬਣਾਉਣਾ ਹੋਏਗਾ। ਉਹ ਦੁਪਹਿਰੇ ਹੀ ਤੀਜੀ ਵਾਰੀ ਫਿਰ ਮਾਰਕੀਟ ਗਈ ਤੇ ਦੁੱਧ ਦੇ ਪੈਕਟ ਲੈ ਕੇ ਆਈ। ਖੀਰ ਉਹਨੂੰ ਬਣਾਉਣੀ ਆਉਂਦੀ ਸੀ ਤੇ ਨਾਲ ਹੀ ਕੁਕਿੰਗ ਦੀ ਕਿਤਾਬ ਵੀ ਖਰੀਦ ਕੇ ਲਿਆਈ। ਕਿਤਾਬ ਦੇ ਪਹਿਲੇ ਸਫ਼ੇ ਉੱਪਰ ਲਿਖਿਆ ਸੀ, The surest way to man's heart is through his stomach। ਭਾਵ ਮਨੁੱਖ ਦੇ ਦਿਲ ਨੂੰ ਯਕੀਨੀ ਰਾਹ ਉਹਦੇ ਪੇਟ ਵਿੱਚੋਂ ਦੀ ਜਾਂਦਾ ਹੈ। ਉਹ ਹੈਰਾਨ ਹੋ ਕੇ ਸੋਚਦੀ ਰਹੀ, ਮਨੁੱਖ ਖਾਣ ਲਈ ਜਿਉਂਦਾ ਹੈ ਕਿ ਜਿਉਣ ਲਈ ਖਾਂਦਾ ਹੈ। ਅਧਿਆਇ 22ਵਾਂ। 2 ਮਹੀਨੇ ਹੋ ਗਏ ਸਨ ਪ੍ਰੋਫੈਸਰ ਚੌਹਾਨ ਤੇ ਸੁਮੀਤ ਦੀ ਸ਼ਾਦੀ ਨੂੰ। ਨਾ ਉਹ ਕਦੇ ਕਿਸੇ ਵੱਲ ਗਏ ਸਨ ਤੇ ਨਾ ਹੀ ਕੋਈ ਕਦੇ ਉਹਨਾਂ ਵੱਲ ਆਇਆ ਸੀ। ਹਾਂ, ਕਾਲਜ ਵਿੱਚ ਸਾਰੇ ਟੀਚਰਾਂ ਤੇ ਸਟੂਡੈਂਟਸ ਨੂੰ ਇੱਕ ਪਾਰਟੀ ਜ਼ਰੂਰ ਦਿੱਤੀ ਗਈ ਸੀ। ਉਸ ਦਿਨ ਵੀ ਸੁਮੀਤ ਨਹੀਂ ਸੀ ਗਈ। ਪ੍ਰੋਫੈਸਰ ਚੌਹਾਨ ਨੇ ਆਖ ਦਿੱਤਾ ਕਿ ਉਹਨੂੰ ਬੁਖਾਰ ਹੈ। ਭਾਂਡੇ ਮਾਂਜਣ, ਝਾੜੂ ਪੋਚੇ ਲਈ ਗੁਰਨਾਮੋਂ ਤੇ ਉਹਦੀ ਕੁੜੀ ਆ ਜਾਂਦੀਆਂ ਸਨ। ਰੋਟੀ ਟੁੱਕ ਸੁਮੀਤ ਆਪ ਹੀ ਕਰਦੀ ਸੀ। ਹੁਣ ਤੱਕ ਤਾਂ ਉਹਨੇ ਹੋਰ ਚੀਜ਼ਾਂ ਬਣਾਉਣੀਆਂ ਵੀ ਸਿੱਖ ਲਈਆਂ ਸਨ। ਕਿਸੇ ਚੀਜ਼ ਦੀ ਜੇ ਉਹਨੂੰ ਸਮਝ ਨਾ ਲੱਗਦੀ ਤਾਂ ਪ੍ਰੋਫੈਸਰ ਚੌਹਾਨ ਸਮਝਾ ਦਿੰਦਾ ਸੀ। ਨਿੱਕੇ ਮੋਟੇ ਕੰਮ ਵੀ ਉਹ ਨਾਲ ਕਰਵਾ ਦਿੰਦਾ ਸੀ। ਕਦੇ ਕਦੇ ਉਹ ਰੋਟੀ ਹੋਟਲ ਤੋਂ ਵੀ ਫੋਨ ਕਰਕੇ ਮੰਗਵਾ ਲੈਂਦੇ ਸਨ। ਬਾਜ਼ਾਰ ਜਾ ਕੇ ਉਹ ਸਭ ਤੋਂ ਛੋਟੇ ਸਾਈਜ਼ ਦਾ ਫਰਿੱਜ ਖਰੀਦ ਲਿਆਏ ਸਨ। ਠੰਡੇ ਪਾਣੀ ਦੀ ਹੁਣ ਕੋਈ ਪ੍ਰੋਬਲਮ ਨਹੀਂ ਸੀ ਰਹਿ ਗਈ। 2 ਕੁਰਸੀਆਂ ਉਹਨਾਂ ਕੋਲ ਪਹਿਲਾਂ ਹੀ ਸਨ ਤੇ 2 ਹੋਰ ਲੈ ਆਂਦੀਆਂ ਸਨ। ਸਭ ਤੋਂ ਵੱਡੀ ਗੱਲ, ਫਲੈਟ ਪ੍ਰੋਫੈਸਰ ਚੌਹਾਨ ਦਾ ਆਪਣਾ ਸੀ। ਚੀਜ਼ਾਂ ਦਾ ਕੀ ਹੈ, ਚੀਜ਼ਾਂ ਤਾਂ ਹੌਲੀ ਹੌਲੀ ਬਣ ਜਾਣਗੀਆਂ। ਕਈ ਵਾਰੀ ਸੁਮੀਤ ਨੂੰ ਖਿਆਲ ਆਉਂਦਾ, ਦੀਦੀ ਨੂੰ ਕਿੰਨਾ ਕੁਝ ਮਿਲਿਆ ਸੀ ਵਿਆਹ 'ਚ। ਟੀਵੀ, ਫਰਿੱਜ, ਸੋਫੇ, ਕਾਰ, ਕਿੰਨੇ ਸਾਰੇ ਗਹਿਣੇ, ਕੱਪੜੇ। ਖੈਰ ਇਹ ਸਭ ਤਾਂ ਉਹਨਾਂ ਨੇ ਮੈਨੂੰ ਵੀ ਦੇਣੇ ਸਨ ਜੇ ਮੈਂ ਕੈਨੇਡਾ ਵਾਲੇ ਲੜਕੇ ਨਾਲ ਸ਼ਾਦੀ ਕਰ ਲੈਂਦੀ। ਤੇ ਫਿਰ ਇੱਕ ਦਿਨ ਉਹਨੂੰ ਆਪਣੇ ਫਲੈਟ 'ਚ ਖੜੀ ਨੂੰ ਦੂਰੋਂ ਆਪਣਾ ਭਰਾ ਵਿਕਰਮ ਆਉਂਦਾ ਦਿਸਿਆ। ਉਹਦਾ ਦਿਲ ਧੱਕ ਧੱਕ ਕਰਨ ਲੱਗਿਆ। ਇੱਕ ਜੀ ਕੀਤਾ ਦੌੜ ਕੇ ਉਹਦੀ ਬਾਂਹ ਜਾ ਫੜੇ। ਉਹ ਨੇੜੇ ਆ ਗਿਆ। ਉਸਨੇ ਤਾਂ ਇੱਧਰ ਤੱਕਿਆ ਵੀ ਨਹੀਂ। ਉਹ ਲੰਘ ਗਿਆ, ਪਰ ਸੁਮੀਤ ਨੂੰ ਰੋਣਾ ਆ ਗਿਆ। ਉਹਦਾ ਆਖਣ ਨੂੰ ਮਨ ਕੀਤਾ, ਵੀਰਾ ਤੇਰਾ ਦਿਲ ਨਹੀਂ ਕਰਦਾ ਮੈਨੂੰ ਮਿਲਣ ਨੂੰ। ਚਲੋ ਤੁਹਾਡੇ ਅਨੁਸਾਰ ਮੈਂ ਜੇ ਕੋਈ ਗਲਤੀ ਵੀ ਕੀਤੀ ਹੈ, ਫੇਰ ਵੀ ਮੈਂ ਤੇਰੀ ਭੈਣ ਤਾਂ ਹਾਂ। ਉਸ ਦਿਨ ਆਥਣੇ ਸੁਮੀਤ ਨੇ ਬਹੁਤ ਜ਼ੋਰ ਦੇ ਕੇ ਪ੍ਰੋਫੈਸਰ ਚੌਹਾਨ ਨੂੰ ਉਹਦੇ ਪਿੰਡ ਚੱਲਣ ਲਈ ਆਖਿਆ। ਉਹ ਜਿਵੇਂ ਉਧਰੀ ਪਈ ਸੀ। ਉਹਨੂੰ ਜਿਵੇਂ ਚੌਹਾਨ ਦੇ ਘਰਦਿਆਂ ਵਿੱਚੋਂ ਆਪਣੇ ਘਰ ਦੇ ਲੱਭ ਜਾਣੇ ਸਨ। ਕਈ ਦਿਨ ਟਾਲ ਮਟੋਲ ਕਰਨ ਮਗਰੋਂ ਪ੍ਰੋਫੈਸਰ ਚੌਹਾਨ ਉਹਨੂੰ ਆਪਣੇ ਪਿੰਡ ਲੈ ਜਾਣਾ ਮੰਨ ਗਿਆ। ਤੁਰਨ ਤੋਂ ਪਹਿਲਾਂ ਪ੍ਰੋਫੈਸਰ ਚੌਹਾਨ ਨੇ ਸਮਝਾਇਆ, ਉੱਥੇ ਸਾਰਾ ਵੇਲਾ ਸਿਰ ਢੱਕ ਕੇ ਰੱਖਣਾ, ਹਰ ਆਏ ਗਏ ਦੇ ਪੈਰੀਂ ਹੱਥ ਲਾਉਣੇ ਨੇ।
ਸਕੂਟਰ ਉੱਪਰੋਂ ਪਿੰਡ ਗਏ। ਪ੍ਰੋਫੈਸਰ ਚੌਹਾਨ ਦੀ ਮਾਂ ਤੋਂ ਚਾਅ ਕਿਹੜਾ ਚੁੱਕਿਆ ਜਾਂਦਾ ਸੀ। ਏਡੀ ਪੜ੍ਹੀ ਲਿਖੀ, ਏਡੀ ਸੋਹਣੀ ਸਰਦਾਰਾਂ ਦੀ ਧੀ ਉਹਦਾ ਪੁੱਤਰ ਵਿਆਹ ਲਿਆਇਆ ਸੀ। ਬੀਬੀ ਤੇ ਉਹਨਾਂ ਦਾ ਗੁਆਂਢ, ਉਹਨਾਂ ਦੇ ਟੱਬਰ ਦਾ ਚਾਅ ਸੁਮੀਤ ਨੂੰ ਬਹੁਤ ਚੰਗਾ ਲੱਗ ਰਿਹਾ ਸੀ। ਕੀ ਹੋਇਆ ਜੇ ਉਹਨਾਂ ਦਾ ਘਰ ਮਾਮੂਲੀ ਜਿਹਾ ਸੀ ਜਾਂ ਉਹ ਆਪ ਮਾਮੂਲੀ ਜਿਹੇ ਲੋਕ ਸਨ। ਪ੍ਰੋਫੈਸਰ ਚੌਹਾਨ ਦੇ ਆਖਣ ਅਨੁਸਾਰ ਸੁਮੀਤ ਨੇ ਉਹਨੂੰ ਦੇਖਣ ਆਈ ਇੱਕ ਬੁੱਢੀ ਠੇਰੀ ਦੇ ਪੈਰੀਂ ਹੱਥ ਲਾਏ। ਉਹਨੂੰ ਹੈਰਾਨੀ ਲੱਗ ਰਹੀ ਸੀ, ਜਿਵੇਂ ਸਾਰਾ ਪਿੰਡ ਹੀ ਉਹਨੂੰ ਵੇਖਣ ਤੁਰ ਪਿਆ ਸੀ। ਅਸੀਂ ਤਾਂ ਧੀਏ ਗਰੀਬ ਲੋਕ ਹਾਂ, ਬਸ ਇੰਨਾ ਹੀ ਸਰਿਆ। ਲਿਫਾਫੇ ਵਿੱਚੋਂ ਇੱਕ ਸੂਟ, ਗੋਟੇ ਵਾਲੀ ਚੁੰਨੀ, ਕੰਨਾਂ ਨੂੰ ਵਾਲੀਆਂ ਫੜਾਉਂਦਿਆਂ ਉਹਦੀ ਸੱਸ ਨੇ ਪਿਆਰ ਨਾਲ ਸਿਰ ਪਲੋਸ ਕੇ ਸੁਮੀਤ ਵੱਲ ਧਿਆਨ ਨਾਲ ਝਾਕਦੀ ਨੇ ਆਖਿਆ, ਨਹੀਂ ਬੀਜੀ, ਰਹਿਣ ਦਿਓ, ਮੇਰੇ ਮਾਪੇ ਦੇ ਦੇਣਗੇ ਬਥੇਰਾ ਕੁਛ ਜਦੋਂ ਉਹਨਾਂ ਦਾ ਗੁੱਸਾ ਠੰਡਾ ਹੋ ਜਾਊਗਾ। ਉਹਨੇ ਚੀਜ਼ਾਂ ਮੋੜਦੀ ਨੇ ਆਖਿਆ, ਪਰ ਸੱਸ ਉਹਦੀ ਨੇ ਮੱਲੋ ਮੱਲੀ ਉਹ ਲਿਫਾਫਾ ਉਹਨੂੰ ਫੜਾਈ ਦਿੱਤਾ। ਘਰ ਦੇ ਸਾਰੇ 2 ਕਮਰੇ ਸਨ। ਇੱਕ ਕਮਰੇ 'ਚ ਰਸੋਈ ਸੀ, ਵਿੱਚੇ 2 ਸੰਦੂਕ ਖੜ੍ਹੇ ਸਨ, ਚਰਖਾ ਪਿਆ ਸੀ, ਦਾਣਿਆਂ ਵਾਲੀਆਂ ਭੜੋਲੀਆਂ ਸਨ। ਦੂਜੇ ਕਮਰੇ 'ਚ ਇੱਕ ਪਾਸੇ ਮੱਝ ਖੜ੍ਹੀ ਸੀ, ਤੂੜੀ ਦਾ ਢੇਰ ਸੀ ਤੇ ਹੋਰ ਨਿੱਕ ਸੁੱਕ ਪਿਆ ਸੀ। ਬੀਜੀ, ਗੁਸਲਖਾਨਾ ਕਿੱਥੇ ਹੈ? ਆਥਣੇ ਜੇ ਉਹਨੇ ਸੱਸ ਨੂੰ ਪੁੱਛਿਆ। ਪਿੰਡਾਂ 'ਚ ਗੁਸਲਖਾਨੇ ਨਹੀਂ ਹੁੰਦੇ। ਜੇ ਨਹਾਉਣਾ ਤਾਂ ਮੈਂ ਨਲਕਾ ਗੇੜ ਕੇ ਪਾਣੀ ਦੀ ਬਾਲਟੀ ਰਸੋਈ ਵਾਲੇ ਚੌਂਤਰੇ ਕੋਲ ਧਰ ਦੂੰ। ਅਸੀਂ 2 ਘੜੀ ਬਾਹਰ ਬੈਠ ਜਾਂਗੀਆਂ। ਤੂੰ ਅੰਦਰੋਂ ਕੁੰਡਾ ਅੜਾ ਕੇ ਨਹਾ ਲਈ। ਪਾਣੀ ਨਾਲੀ ਥਾਈਂ ਬਾਹਰ ਚਲਿਆ ਜਾਂਦਾ। ਜੇ ਪਿਸ਼ਾਬ ਪਸ਼ੂਬ ਕਰਨਾ ਤਾਂ ਕੋਠੇ ਉੱਪਰ ਜਾ ਕੇ ਚਲਿਆਣੀ ਉਹਲੇ ਕਰਿਆ। ਜੰਗਲ ਪਾਣੀ ਤਾਂ ਰਾਤ ਨੂੰ ਖੇਤਾਂ ਕੰਨੀ ਜਾਣਾ ਪਊ, ਸੱਸ ਨੇ ਉਹਨੂੰ ਦੱਸਿਆ। ਰਾਤ ਵੇਲੇ ਭਾਵੇਂ ਇੱਕ ਟੇਬਲ ਫੈਨ ਸਿਰਫ ਉਹਦੇ ਮੰਜੇ ਕੋਲ ਹੀ ਲਾਇਆ ਹੋਇਆ ਸੀ, ਫਿਰ ਵੀ ਉਹਨੂੰ ਨੀਂਦ ਨਾ ਆਈ। ਮੱਛਰ ਲੜ ਰਹੇ ਸਨ। ਕੋਲ ਉਹਦੀ ਸੱਸ ਪਈ ਸੀ। ਪ੍ਰੋਫੈਸਰ ਚੌਹਾਨ ਇਸ ਘਰ ਦਾ ਜੀ ਨਹੀਂ ਸੀ ਲੱਗਦਾ ਤੇ ਨਾ ਹੀ ਉਹ ਇਸ ਘਰ ਦਾ ਜੰਮਪਲ ਲੱਗਦਾ ਸੀ। ਸੁਮੀਤ ਨੂੰ ਖਿਆਲ ਆਇਆ। ਫਿਰ ਉਹਨੂੰ ਆਪ ਹੀ ਯਾਦ ਆਇਆ ਕਿ ਪ੍ਰੋਫੈਸਰ ਚੌਹਾਨ ਨੇ ਇੱਕ ਵਾਰੀ ਉਹਨੂੰ ਦੱਸਿਆ ਸੀ ਕਿ ਉਹ ਤਾਂ ਬਹੁਤਾ ਸਮਾਂ ਨਾਨਕੇ ਹੀ ਰਿਹਾ ਸੀ। ਅਗਲੇ ਦਿਨ ਜਦੋਂ ਚੰਡੀਗੜ੍ਹ ਨੂੰ ਵਾਪਸ ਜਾ ਰਹੇ ਸਨ ਤਾਂ ਸਕੂਟਰ ਹੌਲੀ ਕਰਕੇ ਪ੍ਰੋਫੈਸਰ ਚੌਹਾਨ ਨੇ ਇੱਕ ਹਵੇਲੀ ਵੱਲ ਇਸ਼ਾਰਾ ਕਰਕੇ ਦੱਸਿਆ, ਇਹ ਸਰਦਾਰ ਬਖਤਾਵਰ ਸਿੰਘ ਦੀ ਹਵੇਲੀ ਹੈ, ਸਾਡੇ ਪਿੰਡ ਦੇ ਸਰਦਾਰ ਦੀ। ਸੁਮੀਤ ਨੇ ਨਾ ਹਵੇਲੀ ਵੱਲ ਧਿਆਨ ਦਿੱਤਾ, ਨਾ ਹੀ ਪ੍ਰੋਫੈਸਰ ਚੌਹਾਨ ਦੀ ਗੱਲ ਵੱਲ। ਧਿਆਨ ਦੇਣ ਲਈ ਇਸ ਵਿੱਚ ਹੈ ਹੀ ਕੀ ਸੀ? ਇੱਕ ਆਮ ਸਰਦਾਰ ਦੀ ਇੱਕ ਆਮ ਜਿਹੀ ਹਵੇਲੀ ਸੀ। ਸੁਮੀਤ ਨੂੰ ਲੱਗਿਆ। ਸ਼ਹਿਰ ਵਾਪਸ ਆ ਕੇ ਉਸ ਰਾਤ ਪ੍ਰੋਫੈਸਰ ਚੌਹਾਨ ਨੇ ਖਾਣਾ ਹੋਟਲ ਤੋਂ ਹੀ ਮੰਗਵਾ ਲਿਆ, ਨਾਲ ਵਿਸਕੀ ਦੀ ਬੋਤਲ ਵੀ ਆਖ ਭੇਜੀ, ਜਿਹੜੀ ਹੋਟਲ ਵਾਲਾ ਨਾਲ ਵਾਲੇ ਠੇਕੇ ਤੋਂ ਖਰੀਦ ਕੇ ਭੇਜ ਦਿੰਦਾ ਹੁੰਦਾ ਸੀ। ਸੁਮੀਤ ਨੂੰ ਅਜੀਬ ਲੱਗਿਆ, ਪਰ ਉਹਨੇ ਆਖਿਆ ਕੁਝ ਨਾ। ਕੌਫੀ ਪੀ ਲੈਣ ਮਗਰੋਂ ਉਹਨੇ ਸੁਮੀਤ ਨੂੰ ਇੱਕ ਖਾਲੀ ਗਲਾਸ ਹੋਰ ਲੈ ਆਉਣ ਲਈ ਆਖਿਆ। ਸੁਮੀਤ ਨੇ ਖਾਲੀ ਗਲਾਸ ਉਹਦੇ ਕੋਲ ਮੇਜ਼ ਉੱਪਰ ਲਿਆ ਰੱਖਿਆ। ਬੈਠ ਜਾ, ਪ੍ਰੋਫੈਸਰ ਚੌਹਾਨ ਨੇ ਦੂਜੇ ਗਲਾਸ 'ਚ ਵਿਸਕੀ ਪਾਉਂਦਿਆਂ ਆਖਿਆ। ਸੁਮੀਤ ਬੈਠ ਗਈ ਤਾਂ ਵਿਸਕੀ ਵਾਲਾ ਗਲਾਸ ਉਹਨੂੰ ਫੜਾਉਂਦਿਆਂ ਪ੍ਰੋਫੈਸਰ ਚੌਹਾਨ ਨੇ ਆਖਿਆ, ਸਰਦਾਰਾਂ ਦੇ ਘਰਾਂ ਵਿੱਚ ਤਾਂ ਜਨਾਨੀਆਂ ਸਾਰੀਆਂ ਪੀ ਲੈਂਦੀਆਂ ਹੁੰਦੀਆਂ ਨੇ। ਮੈਂ ਨਹੀਂ ਕਦੇ ਪੀਤੀ, ਨਾ ਸਾਡੇ ਘਰ ਜਨਾਨੀਆਂ ਪੀਂਦੀਆਂ ਨੇ। ਸੁਮੀਤ ਨੇ ਉਹਦਾ ਹੱਥ ਪਰਾਂ ਕਰਦਿਆਂ ਆਖਿਆ, ਕਿਉਂ ਨਹੀਂ ਪੀਤੀ? ਤੂੰ ਵੀ ਸਰਦਾਰਾਂ ਦੀ ਧੀ ਹੈ, ਸਰਦਾਰ ਸਾਰੇ ਇੱਕੋ ਜਿਹੇ ਹੁੰਦੇ ਨੇ, ਉਹ ਸ਼ਰਾਬ ਦੀ ਲੋਰ 'ਚ ਕਹਿ ਗਿਆ। ਸੁਮੀਤ ਸੁਣ ਕੇ ਚੁੱਪ ਜਿਹੀ ਕਰ ਗਈ। ਮੰਨਿਆ ਉਹਦੇ ਘਰ ਦੇ ਹੁਣ ਉਸ ਨਾਲ ਨਾਰਾਜ਼ ਸਨ, ਪਰ ਉਹ ਘਟੀਆ ਤਾਂ ਨਹੀਂ ਸਨ। ਕੋਈ ਵੀ ਬੰਦਾ ਆਪਣੀ ਨਿਰੀ ਮਿਹਨਤ ਦੀ ਕਮਾਈ ਨਾਲ ਅਮੀਰ ਨਹੀਂ ਬਣ ਸਕਦਾ, ਹਰਾਮ ਦੀ ਕਮਾਈ ਤੋਂ ਬਿਨਾਂ। ਸਾਡੀਆਂ ਤਾਂ ਜ਼ਮੀਨਾਂ ਨੇ, ਸੁਮੀਤ ਨੇ ਗੱਲ ਟੋਕ ਕੇ ਸਫਾਈ ਦੇਣ ਵਾਂਗ ਆਖਿਆ। ਜ਼ਮੀਨਾਂ ਵੀ ਤਾਂ ਕਿਤੋਂ ਆਈਆਂ ਹੀ ਨੇ, ਗਰੀਬਾਂ ਤੋਂ ਮਾਰੀਆਂ ਹੋਈਆਂ, ਕਿਸੇ ਦੀਆਂ ਮਾਰੀਆਂ ਹੋਈਆਂ ਨਹੀਂ। ਸਾਡੇ ਤਾਂ ਦਾਦਿਆਂ ਪੜਦਾਦਿਆਂ ਦੇ ਵੇਲਿਆਂ ਤੋਂ 500 ਕਿੱਲੇ ਜ਼ਮੀਨ ਤੁਰੀ ਆਉਂਦੀ ਹੈ। ਮੇਰੇ ਬਾਬਾ ਜੀ ਵੀ ਇਕੱਲੇ ਹੀ ਸਨ, ਫਿਰ ਮੇਰੇ ਪਾਪਾ ਵੀ, ਤੇ ਹੁਣ ਵਿਕਰਮ ਵੀ ਇਕੱਲਾ ਹੀ ਹੈ। ਕਾਨੂੰਨ 500 ਕਿੱਲੇ ਕੋਈ ਨਹੀਂ ਰੱਖ ਸਕਦਾ। ਤੁਹਾਡੇ 500 ਕਿੱਲੇ ਕਿਵੇਂ ਹੋ ਸਕਦਾ? ਸਾਰੇ ਜੀਆਂ ਦੇ ਨਾਂ ਕੀਤੀ ਹੋਈ ਹੈ, ਕੁਝ ਰਿਸ਼ਤੇਦਾਰਾਂ ਦੇ ਨਾਂ ਵੀ, ਸੁਮੀਤ ਨੇ ਦੱਸਿਆ। ਤੇਰੇ ਨਾਂ ਵੀ ਹੈ? ਹਾਂ। ਇਹ ਵੀ ਇੱਕ ਫਰਾਡ ਹੀ ਹੈ। ਜਿਨ੍ਹਾਂ ਦੇ ਵੀ ਨਾਂ ਉਹ ਜ਼ਮੀਨ ਕੀਤੀ ਹੋਈ ਹੈ, ਉਹਨਾਂ ਨੂੰ ਕਿਸੇ ਨੇ ਦੇਣੀ ਥੋੜ੍ਹੀ ਹੈ, ਪ੍ਰੋਫੈਸਰ ਚੌਹਾਨ ਆਖ ਰਿਹਾ ਸੀ। ਜ਼ਮੀਨ ਉਹਨਾਂ ਦੀ ਜਦੋਂ ਹੈ ਹੀ ਨਹੀਂ, ਫਿਰ ਦੇਣੀ ਕਿਸ ਲਈ ਹੈ? ਇਉਂ ਤਾਂ ਜ਼ਮੀਨਾਂ ਬਚਾਉਣ ਲਈ ਸਾਰੇ ਕਰਦੇ ਨੇ, ਸੁਮੀਤ ਨੇ ਦਲੀਲ ਦਿੱਤੀ। ਇਹਦਾ ਮਤਲਬ ਹੈ ਇਹ ਵਾਧੂ ਜ਼ਮੀਨ ਜਿਨ੍ਹਾਂ ਲੋਕਾਂ ਨੂੰ ਮਿਲਣੀ ਚਾਹੀਦੀ ਸੀ, ਝੂਠ ਬੋਲ ਕੇ ਉਹਨਾਂ ਦਾ ਹੱਕ ਮਾਰਿਆ ਗਿਆ। ਹੱਕ ਕਿਸ ਤਰ੍ਹਾਂ ਮਾਰਿਆ ਗਿਆ, ਜਦੋਂ ਇਹ ਜ਼ਮੀਨ ਉਹਨਾਂ ਦੀ ਹੈ ਹੀ ਨਹੀਂ? ਸੁਮੀਤ ਨੇ ਜਿਵੇਂ ਰੋਸ ਨਾਲ ਆਖਿਆ। ਨਹੀਂ, ਜ਼ਮੀਨ ਅਸਲ 'ਚ ਉਹਨਾਂ ਦੀ ਹੈ, ਜਿਨ੍ਹਾਂ ਦਾ ਇਸ ਉੱਪਰ ਕਾਨੂੰਨਨ ਹੱਕ ਬਣਦਾ ਹੈ, ਪਰ ਫਰੇਬ ਨਾਲ ਕਾਨੂੰਨ ਦੀ ਵੀ ਪੇਸ਼ ਨਹੀਂ ਜਾਣ ਦਿੱਤੀ ਜਾਂਦੀ। ਇਹ ਹੈ ਸਰਦਾਰਾਂ ਦਾ ਅਸਲ ਕਰੈਕਟਰ। ਕਿਸੇ ਦੀ ਜ਼ਮੀਨ, ਕੋਈ ਹੱਕਦਾਰ। ਤੁਸੀਂ ਮੈਨੂੰ ਕਾਹਦੇ ਲਈ ਕਸੂਰਵਾਰਾਂ ਵਾਂਗ ਟਰੀਟ ਕਰ ਰਹੇ? ਸੁਮੀਤ ਨੇ ਗਿਲਾ ਕੀਤਾ। ਤੂੰ ਵੀ ਉਸੇ ਸ਼੍ਰੇਣੀ 'ਚੋਂ ਹੈ ਜਿਹੜੀ ਦੂਜਿਆਂ ਦਾ ਹੱਕ ਮਾਰ ਕੇ ਵੀ ਸੱਚੇ ਸੁੱਚੇ ਬਣੇ ਹੋਏ ਨੇ। ਤੇਰੀਆਂ ਰਗਾਂ ਵਿੱਚ ਵੀ ਉਹੀ ਖੂਨ ਹੈ।
ਤਦ ਤਾਂ ਤੈਨੂੰ ਮੇਰੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਪਰ ਹੁਣ ਤਾਂ ਮੇਰੀ ਉਹ ਸ਼੍ਰੇਣੀ ਨਹੀਂ ਰਹੀ। ਹੁਣ ਤਾਂ ਮੈਂ ਇੱਕ ਗਰੀਬ ਪ੍ਰੋਫੈਸਰ ਦੀ ਪਤਨੀ ਹਾਂ। ਸੁਮੀਤ ਨੇ ਮਜ਼ਾਕ ਵਾਂਗ ਆਖਿਆ। ਤੇਰੇ ਨਾਂ ਹੋਏਗੀ ਜ਼ਮੀਨ। ਉੱਪਰ ਵੀ ਤਾਂ ਕੀਤੀ ਹੋਈ ਹੈ ਜ਼ਮੀਨ। ਹਾਂ, ਪਰ ਉਹ ਜ਼ਮੀਨ ਮੈਂ ਮੰਗਣ ਥੋੜ੍ਹੇ ਜਾਵਾਂਗੀ। ਜਾਵੇਂ ਵੀ ਉਹ ਦੇਣਗੇ ਨਹੀਂ। ਕਿਉਂ? ਇਸ ਲਈ ਕਿ ਉਹ ਜ਼ਮੀਨ ਖਾਨਦਾਨ ਤੋਂ ਬਾਹਰ ਨਾ ਚਲੀ ਜਾਵੇ। ਉਂਝ ਵੀ ਭਰਾਵਾਂ ਦੀ ਸ਼ਰੀਕਣੀ ਕਿਹੜੀ ਭੈਣ ਬਣਦੀ ਹੈ। ਬਾਕੀ ਸਭ ਥਾਵਾਂ ਉੱਪਰ ਤਾਂ ਔਰਤਾਂ ਬਰਾਬਰ ਦੇ ਹੱਕ ਮੰਗਦੀਆਂ ਨੇ, ਤੇ ਇੱਥੇ ਅਖੇ ਭਰਾਵਾਂ ਦੀ ਸ਼ਰੀਕਣੀ ਕੌਣ ਭੈਣ ਬਣਦੀ ਹੈ? ਪ੍ਰੋਫੈਸਰ ਚੌਹਾਨ ਬੋਲਿਆ। ਤੁਹਾਨੂੰ ਪ੍ਰੋਫੈਸਰਾਂ ਨੂੰ ਵਕੀਲਾਂ ਵਾਂਗ ਗੱਲਾਂ 'ਚ ਭਲਾ ਕੌਣ ਹਰਾ ਸਕਦਾ? ਸੋ ਮੈਂ ਤਾਂ ਖਾਣੇ ਤੋਂ ਪਹਿਲਾਂ ਨਹਾਉਣ ਚੱਲੀ ਹਾਂ। ਬੜੀ ਗਰਮੀ ਲੱਗ ਰਹੀ ਹੈ। ਸੁਮੀਤ ਨੇ ਮਜ਼ਾਕ ਵਾਂਗ ਦੋਵੇਂ ਹੱਥ ਜੋੜ ਕੇ ਮੱਥੇ ਨਾਲ ਲਾਉਂਦਿਆਂ ਆਖਿਆ ਤੇ ਉੱਠ ਕੇ ਨਹਾਉਣ ਚਲੀ ਗਈ। ਪ੍ਰੋਫੈਸਰ ਚੌਹਾਨ ਘੁੱਟ-ਘੁੱਟ ਵਿਸਕੀ ਪੀਂਦਾ ਪਤਾ ਨਹੀਂ ਕੀ ਸੋਚਦਾ ਗੁਣਗੁਣਾ ਰਿਹਾ ਸੀ ਕਿ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ। ਅਧਿਆਇ 23। ਸੁਮੀਤ ਨੇ ਬਹੁਤ ਵਰ੍ਹੇ ਪਹਿਲਾਂ ਕਦੇ ਪ੍ਰਿਥਵੀ ਰਾਜ ਚੌਹਾਨ ਤੇ ਸੰਯੋਗਤਾ ਦੀ ਪ੍ਰੇਮ ਕਹਾਣੀ ਤੇ ਉਹਨਾਂ ਦੇ ਵਿਆਹ ਬਾਰੇ ਪੜ੍ਹਿਆ ਸੀ। ਅਚੇਤ ਹੀ ਸ਼ਾਇਦ ਉਹਨੂੰ ਪ੍ਰੋਫੈਸਰ ਚੌਹਾਨ ਉਸੇ ਪ੍ਰਿਥਵੀ ਰਾਜ ਚੌਹਾਨ ਦਾ ਕੋਈ ਅਗਲਾ ਜਾਂ ਅਗਲੇ ਤੋਂ ਅਗਲੇ ਜਨਮ ਲੱਗਿਆ ਸੀ, ਤੇ ਆਪਣੀ ਸ਼ਕਲ ਸੂਰਤ ਉਹਨੂੰ ਕਿਸੇ ਤਰ੍ਹਾਂ ਵੀ ਰਾਜਕੁਮਾਰੀ ਸੰਯੋਗਤਾ ਨਾਲੋਂ ਘੱਟ ਨਹੀਂ ਸੀ ਲੱਗਦੀ। ਸ਼ਾਇਦ ਇਸੇ ਕਹਾਣੀ ਦੇ ਸੁਪਨੇ 'ਚ ਤੁਰਦੀ ਤੁਰਦੀ ਉਹ ਇੱਥੋਂ ਤੱਕ ਪਹੁੰਚ ਗਈ ਕਿ ਉਹਨੂੰ ਪ੍ਰੋਫੈਸਰ ਚੌਹਾਨ ਹੀ ਆਪਣੀ ਮੰਜ਼ਿਲ ਲੱਗੀ। ਉਹਨੇ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਉਹਨੇ ਪ੍ਰੋਫੈਸਰ ਚੌਹਾਨ ਨਾਲ ਵਿਆਹ ਕਰਕੇ ਜਾਣੀ ਅਣਜਾਣੀ ਕਿੱਡੀ ਵੱਡੀ ਗੱਲ ਕਰ ਲਈ ਸੀ। ਹੁਣ ਉਹਨੂੰ ਘਰਦਿਆਂ ਦੀ ਨਾਰਾਜ਼ਗੀ ਦੀ ਸਮਝ ਆਉਂਦੀ ਸੀ। ਪ੍ਰੋਫੈਸਰ ਚੌਹਾਨ ਦਾ ਇਹ ਕਹਿਣਾ ਕਿ ਸਰਦਾਰਾਂ ਦੀਆਂ ਕੁੜੀਆਂ ਬੇਵਕੂਫ ਹੁੰਦੀਆਂ ਨੇ, ਹੁਣ ਉਹਨੂੰ ਠੀਕ ਲੱਗਣ ਲੱਗ ਪਿਆ ਸੀ। ਪ੍ਰੋਫੈਸਰ ਚੌਹਾਨ ਆਖਦਾ ਸੀ ਕਿ ਇਹ ਕਦੇ ਕੁਝ ਸੋਚਦੀਆਂ ਹੀ ਨਹੀਂ। ਨੌਕਰਾਂ ਨੇ ਪਕਾ ਦਿੱਤੀਆਂ ਨੇ ਤੇ ਇਹਨਾਂ ਨੇ ਖਾ ਲਈਆਂ। ਇਹ ਤੋਂ ਅਗਾਂਹ ਘਰ-ਬਾਰ ਦਾ ਇਹਨਾਂ ਨੂੰ ਕੋਈ ਲੱਖਣ ਨਹੀਂ ਹੁੰਦਾ। ਉਹ ਤਾਂ ਇਹ ਵੀ ਆਖਦਾ ਸੀ ਕਿ ਸਰਦਾਰਾਂ ਦੀਆਂ ਕੁੜੀਆਂ ਨੂੰ ਜ਼ਿੰਦਗੀ ਦਾ ਪਤਾ ਨਹੀਂ ਹੁੰਦਾ। ਨਾ ਉਹ ਧਰਮ ਬਾਰੇ ਜਾਣਦੀਆਂ, ਨਾ ਉਹ ਅਰਥ ਬਾਰੇ, ਨਾ ਕਾਮ ਬਾਰੇ, ਨਾ ਮੋਕਸ਼ ਬਾਰੇ। ਕੁਝ ਵੀ ਸੋਚਣ ਦੀ ਉਹਨਾਂ ਨੂੰ ਲੋੜ ਹੀ ਨਹੀਂ ਹੁੰਦੀ। ਸੁੱਤੀਆਂ ਜ਼ਿੰਦਗੀ ਕੱਟ ਦਿੰਦੀਆਂ ਨੇ। ਪ੍ਰੋਫੈਸਰ ਚੌਹਾਨ ਦੀਆਂ ਇਹ ਸਭ ਗੱਲਾਂ ਹੌਲੀ-ਹੌਲੀ ਸੁਮੀਤ ਨੂੰ ਠੀਕ ਲੱਗਣ ਲੱਗ ਪਈਆਂ ਸਨ, ਤੇ ਉਹਨੂੰ ਇਹ ਵੀ ਲੱਗਦਾ ਕਿ ਪ੍ਰੋਫੈਸਰ ਚੌਹਾਨ ਇਹ ਸਭ ਗੱਲਾਂ ਅਸਲ 'ਚ ਤਾਂ ਉਸੇ ਬਾਰੇ ਆਖ ਰਿਹਾ ਹੁੰਦਾ ਹੈ। ਹੁਣ ਸੁਮੀਤ ਪ੍ਰੋਫੈਸਰ ਚੌਹਾਨ ਨਾਲ ਕਿਸੇ ਵੀ ਗੱਲ ਬਾਰੇ ਸਵਾਲ ਜਵਾਬ ਨਾ ਕਰਦੀ। ਸ਼ਾਇਦ ਵਿੱਚੋਂ ਉਸ ਤੋਂ ਝਿਪਣ ਲੱਗ ਪਈ ਸੀ, ਸ਼ਾਇਦ ਡਰਨ ਵੀ। ਇਸੇ ਕਾਰਨ ਕੋਸ਼ਿਸ਼ ਕਰਦੀ ਕਿ ਪ੍ਰੋਫੈਸਰ ਚੌਹਾਨ ਨੂੰ ਕਿਸੇ ਗੱਲ ਦੀ ਸ਼ਿਕਾਇਤ ਨਾ ਹੋਵੇ। ਰੋਟੀ ਵੀ ਬਣਾਉਂਦੀ, ਕੱਪੜੇ ਵੀ ਧੋਂਦੀ, ਘਰ ਦੀ ਸਫਾਈ ਵੀ ਕਰਦੀ, ਤੇ ਜਿਸ ਦਿਨ ਮਾਈ ਨਾ ਆਉਂਦੀ ਉਹ ਭਾਂਡੇ ਵੀ ਆਪ ਹੀ ਮਾਂਜ ਲੈਂਦੀ। ਉਹ ਬੜਾ ਚੌਕਸ ਰਹਿਣ ਦੀ ਕੋਸ਼ਿਸ਼ ਕਰਦੀ, ਪਰ ਗਲਤੀਆਂ ਫਿਰ ਵੀ ਹੋ ਜਾਂਦੀਆਂ। ਕਦੇ ਦੁੱਧ ਉਬਲ ਜਾਂਦਾ, ਕਦੇ ਦਾਲ ਹੇਠਾਂ ਲੱਗ ਜਾਂਦੀ, ਕਦੇ ਕੋਈ ਭਾਂਡਾ ਟੁੱਟ ਜਾਂਦਾ। ਉੱਪਰੋਂ ਜੇ ਪ੍ਰੋਫੈਸਰ ਚੌਹਾਨ ਆਖ ਦਿੰਦੇ, ਸਾਡੀ ਮਾਂ ਦਾਲ ਸਬਜ਼ੀ ਏਡੀ ਸਵਾਦ ਬਣਾਉਂਦੀ ਹੈ, ਮੂੰਹ ਨਹੀਂ ਲੈਂਦੀ। ਤੇ ਇੱਥੇ ਸੁਮੀਤ ਦੀ ਬਣਾਈ ਹਰ ਦਾਲ ਸਬਜ਼ੀ ਦਾ ਸਵਾਦ ਇੱਕੋ ਜਿਹਾ ਹੁੰਦਾ ਹੈ। ਸੁਮੀਤ ਨੂੰ ਲੱਗਦਾ ਸ਼ਾਇਦ ਉਹ ਸੱਚਮੁੱਚ ਹੀ ਬੁੱਧੂ। ਪ੍ਰੋਫੈਸਰ ਚੌਹਾਨ ਕਾਲਜ ਗਿਆ ਹੋਇਆ ਸੀ। ਗੁਰਨਾਮੋਂ ਤੇ ਉਹਦੀ ਕੁੜੀ ਨਹੀਂ ਸੀ ਆਈਆਂ। ਕੱਲ੍ਹ ਹੀ ਗੁਰਨਾਮੋਂ ਆ ਗਈ ਸੀ ਕਿ ਕੱਲ੍ਹ ਅਸੀਂ ਮਲੇਰਕੋਟਲੇ ਪੀਰ ਬਾਬੇ ਦੇ ਮੱਥਾ ਟੇਕਣ ਜਾਣਾ। ਸੋ ਜੱਕੋ ਤੱਕੀ ਕਰਦੀ ਸੁਮੀਤ ਰਾਤ ਵੇਲੇ ਭਾਂਡੇ ਮਾਂਜਣ ਲੱਗ ਪਈ ਸੀ ਕਿ ਬੈਲ ਵੱਜੀ। ਸੁਮੀਤ ਨੇ ਸੋਚਿਆ ਸ਼ਾਇਦ ਗੁਰਨਾਮੋਂ ਤੇ ਉਹਦੀ ਕੁੜੀ ਆ ਗਈਆਂ ਹੋਣ। ਉਹਨੇ ਰਸੋਈ ਵਿੱਚੋਂ ਹੀ ਆਖਿਆ, ਲੰਘ ਆਓ, ਮੈਂ ਤੁਹਾਨੂੰ ਹੀ ਉਡੀਕ ਰਹੀ ਸੀ। ਦਰਵਾਜ਼ਾ ਖੁੱਲ੍ਹਿਆ ਤਾਂ ਉਹ ਹੱਕੀ ਬੱਕੀ ਰਹਿ ਗਈ। ਉਹਦੀ ਮਾਂ ਆਈ ਸੀ। ਹੱਥ ਧੋ ਕੇ ਉਹ ਮਾਂ ਨੂੰ ਚੰਬੜ ਕੇ ਰੋਣ ਲੱਗ ਪਈ। ਫਿਰ ਝੱਟ ਹੀ ਅੰਦਰੋਂ ਦਰਵਾਜ਼ਾ ਬੰਦ ਕਰਨ ਚਲੀ ਗਈ ਕਿਤੇ ਪ੍ਰੋਫੈਸਰ ਚੌਹਾਨ ਨਾ ਆ ਜਾਏ। ਅੰਦਰ ਲਿਜਾ ਕੇ ਮਾਂ ਨੂੰ ਕੁਰਸੀ ਉੱਤੇ ਬੈਠਣ ਲਈ ਆਖਿਆ। ਆਲੇ ਦੁਆਲੇ ਖਾਲੀ ਜੇ ਘਰ ਵੱਲ ਝਾਕਦੀ ਉਹਦੀ ਮਾਂ ਨੇ ਮੁੜ ਕੇ ਸੁਮੀਤ ਦਾ ਮੋਢਾ ਪਲੋਸਿਆ। ਬੀਜੀ ਤੁਸੀਂ ਕਿਵੇਂ ਆ ਗਏ? ਸੁਮੀਤ ਨੇ ਅੱਖਾਂ ਭਰ ਕੇ ਆਖਿਆ। ਵੀਰਾ ਗੁੱਸੇ ਤਾਂ ਨਹੀਂ ਹੋਊਗਾ ਤੁਹਾਨੂੰ? ਆਪ ਹੀ ਅੱਗੋਂ ਪੁੱਛਣ ਲੱਗੀ। ਤੂੰ ਤਾਂ ਜਿਹੜਾ ਕਮਲ ਕੁੱਟਣਾ ਸੀ ਕੁੱਟ ਲਿਆ। ਮੇਰੀਆਂ ਤਾਂ ਅੰਦਰਾਂ ਭੁੱਜਦੀਆਂ ਸੀ। ਕਮਲੀਓ ਰਹੀ ਨਾ, ਕਿੱਥੇ ਆ ਡਿੱਗੀ। ਤੂੰ ਤਾਂ ਬਥੇਰੀ ਸਿਆਣੀ ਸੀ, ਪਰ ਲਿਖੀਆਂ ਨੂੰ ਕੌਣ ਮੋੜੇ। ਮੈਂ ਸੋਚਿਆ ਇਸ ਘਰੋਂ ਉਸ ਚੰਦਰੀ ਨੇ ਕੁਝ ਨਹੀਂ ਲਿਆ। ਕਾਕੇ ਤੋਂ ਚੋਰੀਓਂ ਮਾੜਾ ਮੋਟਾ ਕੁਛ ਦੇ ਆਵਾਂ। ਉਹਦੀ ਬੀਜੀ ਨੇ ਇੱਕ ਲਿਫਾਫੇ 'ਚੋਂ ਇੱਕ ਰੁਮਾਲ 'ਚ ਬੰਨੇ ਕਾਫੀ ਸਾਰੇ ਗਹਿਣੇ ਤੇ ਦੂਜੇ 'ਚ ਨੋਟਾਂ ਦੀਆਂ ਥਈਆਂ ਉਹਨੂੰ ਫੜਾਉਂਦੀ ਨੇ ਆਖਿਆ, ਗਹਿਣੇ ਕਿਹੜਾ ਮੈਂ ਪਾਉਣੇ ਨਹੀਂ, ਰਹਿਣ ਦਿਓ। ਸੁਮੀਤ ਤੋਂ ਪਤਾ ਨਹੀਂ ਕਿਵੇਂ ਆਖਿਆ ਗਿਆ, ਲੈ ਹੈ ਗਹਿਣੇ ਕਿਉਂ ਨਹੀਂ ਪਾਉਣੇ? ਘਰਦਿਆਂ ਦੀ ਰਜਾਮੰਦੀ ਨਾਲ ਹੁੰਦਾ ਸਭੋ ਕੁਛ ਦਿੰਦੇ। ਵੱਡੀ ਨੂੰ ਕਾਰ ਦਿੱਤੀ ਸੀ, 50 ਤੋਲੇ ਸੋਨਾ ਵੀ ਪਾਇਆ ਸੀ। ਬਾਕੀ ਲਟਰਮ ਪਟਰਮ ਦਾ ਅੰਤ ਨਹੀਂ ਛੱਡਿਆ ਤੇਰੇ ਪਾਪਾ ਨੇ। ਤੇਰੇ ਬਾਰੇ ਵੀ ਵਿਕਰਮ ਆਖਦਾ ਹੁੰਦਾ ਸੀ ਸਭ ਕੁਝ ਉਹੋ ਜਿਹਾ ਹੀ ਕਰਨਾ। ਮੈਂ ਚਾਹ ਦਾ ਕੱਪ ਬਣਾ ਕੇ ਲਿਆਵਾਂ? ਆਖਦੀ ਸੁਮੀਤ ਉੱਠ ਕੇ ਜਾਣ ਲੱਗੀ ਤਾਂ ਉਹਦੀ ਮਾਂ ਨੇ ਹੱਥ ਫੜ ਕੇ ਰੋਕ ਲਈ। ਆਖਣ ਲੱਗੀ, ਮੈਂ ਛੇਤੀ ਜਾਣਾ।
ਮੈਂ ਪ੍ਰੋਫੈਸਰ ਦੇ ਮੱਥੇ ਨਹੀਂ ਲੱਗਣਾ ਚਾਹੁੰਦੀ ਜਿਹਨੇ ਮੇਰੀ ਮੋਰਨੀ ਵਰਗੀ ਧੀ ਭਲੋ ਲਈ। ਨਹੀਂ ਬੀਜੀ, ਸਿਰਫ ਉਹਨਾਂ ਦਾ ਹੀ ਕਸੂਰ ਨਹੀਂ, ਮੈਂ ਸਭ ਜਾਣਦੀ ਹਾਂ। ਆਦਮੀ ਤਾਂ 100 ਪੱਤਣਾਂ ਦੇ ਤਾਰੂ ਹੁੰਦੇ ਨੇ, ਗੱਲਾਂ ਨਾਲ ਅਗਲੀ ਦੀ ਮੱਤ ਹੀ ਮਾਰ ਦਿੰਦੇ ਨੇ। ਨਹੀਂ ਬੀਜੀ, ਉਹ ਚਾਹੁੰਦੇ ਤਾਂ ਕਿਸੇ ਚੰਗੇ ਘਰ ਵੀ ਵਿਆਹ ਕਰਵਾ ਸਕਦੇ ਸੀ, ਨਾਲੇ ਅਗਲੇ ਦਿੰਦੇ ਬਥੇਰਾ ਕੁਝ। ਸੁਮੀਤ ਬੋਲੀ। ਕਰਵਾਇਆ ਕਿਉਂ ਨਾ ਫਿਰ? ਮੈਂ ਜੋ ਚੰਗੀ ਲੱਗਦੀ ਸੀ। ਸੁਮੀਤ ਨੇ ਹੱਸ ਕੇ ਕਿਹਾ। ਇਹ ਗੱਲ ਨਹੀਂ, ਵਿੱਚੋਂ ਕੋਈ ਹੋਰ ਗੱਲ ਹੋਊ, ਲੱਗ ਜੂ ਪਤਾ ਹੌਲੀ ਹੌਲੀ। ਇਉਂ ਕਰੋ, ਇਹ ਗਹਿਣੇ ਤੇ ਪੈਸੇ ਤੁਸੀਂ ਵਾਪਸ ਲੈ ਜਾਓ। ਹੋਰ ਨਾ ਮੈਨੂੰ ਗੁੱਸੇ ਹੋਣ ਵੀ ਉਹ ਜਦ ਸਾਡੇ ਨਾਲ ਬੋਲਦੇ ਵਰਤਦੇ ਹੀ ਨਹੀਂ, ਗਹਿਣੇ ਪੈਸੇ ਕਿਉਂ ਲਏ? ਸੁਮੀਤ ਬੋਲੀ। ਕਮਲੀਏ ਧੀਏ, ਉੱਪਰੋਂ ਅਗਲਾ ਜੋ ਮਰਜ਼ੀ ਆਖੀ ਜਾਏ, ਵਿੱਚੋਂ ਮਾਇਆ ਕਿਹਨੇ ਤਿਆਗੀ ਹੈ? ਚੰਗਾ ਫਿਰ ਮੈਂ ਚੱਲਦੀ ਹਾਂ, ਆਖਦੀ ਮਾਂ ਉਹਦੀ ਉੱਠ ਖੜੀ ਹੋਈ। ਫਿਰ ਉਸ ਵੱਲ ਸੰਵਾਰ ਕੇ ਝਾਕ ਕੇ ਬੋਲੀ, ਕਿੱਡੀ ਮਾੜੀ ਹੋ ਗਈ ਹੈ ਮੇਰੀ ਧੀ। ਕਦੇ ਕਿਸੇ ਚੀਜ਼ ਦੀ ਲੋੜ ਹੋਵੇ ਟੈਲੀਫੋਨ ਕਰ ਦਿੱਤਾ। ਵਿਕਰਮ ਕਿਹੜਾ ਸਾਰਾ ਦਿਨ ਘਰੇ ਬੈਠਾ ਰਹਿੰਦਾ? ਨਾਲੇ ਉਹ ਕਿਹੜਾ ਤੇਰਾ ਦੋਖੀ ਹੈ? ਰੱਖੜੀ ਵਾਲੇ ਦਿਨ ਊਂ ਫਿਰੇ ਉਦਾਸਿਆ ਜਿਹਾ, ਮਗਰੋਂ ਅੱਗੇ ਨਾ ਕਦੇ ਪਿੱਛੇ ਗੁਰਦੁਆਰੇ ਚਲਾ ਗਿਆ। ਮੈਂ ਜਾਣਦੀ ਸੀ ਖੋਹ ਪੈਂਦੀ ਹੋ ਵੀ ਭੈਣ ਮਰਿਆਂ ਬਰਾਬਰ ਹੋ ਗਈ। ਵੱਡੀ ਲਈ ਬਥੇਰਾ ਵੱਡਾ ਘਰ ਟੋਲਿਆ ਸੀ, ਉਹ ਕਿਹੜਾ ਸੁਖੀ ਹੈ? ਦਿਨ ਰਾਤ ਨਹੀਂ ਸੁਰਜਣ ਅੱਖ ਖੋਲ੍ਹਦਾ, ਪੇਟੀਆਂ ਸ਼ਰਾਬ ਦੀਆਂ ਮੰਗਵਾ ਲੈਂਦਾ। ਤੇਰਾ ਪ੍ਰੋਫੈਸਰ ਤਾਂ ਨਹੀਂ ਪੀਂਦਾ ਹੋਣਾ? ਨਾਲੇ ਪੀਊ ਵੀ ਕਿੱਥੋਂ? ਤਨਖਾਹ 'ਚ ਤਾਂ ਰੋਟੀ ਮਸਾਂ ਚੱਲਦੀ ਹੋਣੀ ਹੈ। ਚੱਲ ਉਹ ਜਾਣੇ, ਜੋ ਹੋ ਗਿਆ ਸੋ ਹੋ ਗਿਆ। ਹੁਣ ਰੱਬ ਤੈਨੂੰ ਭਾਗ ਲਾਵੇ, ਸੁਖੀ ਰੱਖੇ, ਆਖਦੀ ਮਾਂ ਉਹਦੀ ਸੁਮੀਤ ਦਾ ਮੋਢਾ ਪਲੋਸ ਕੇ ਅੱਖਾਂ ਪੂੰਝਦੀ ਮੁੜ ਗਈ। ਪਤਾ ਨਹੀਂ ਕਿਉਂ ਸੁਮੀਤ ਦੀਆਂ ਅੱਖਾਂ ਭਰ ਆਈਆਂ। ਕਿੰਨਾ ਚਿਰ ਬਾਰੀ ਵਿੱਚ ਖੜੀ ਉਹ ਆਪਣੀ ਮਾਂ ਨੂੰ ਕਾਰਤੀਕ ਜਾਂਦੀ ਨੂੰ ਵੇਖਦੀ ਰਹੀ। ਬੀਜੀ ਦੇ ਜਾਣ ਮਗਰੋਂ ਘਰ ਦੇ ਕੰਮ ਧੰਦੇ ਕਰਦੀ ਹੋਈ ਪਤਾ ਨਹੀਂ ਕਿਉਂ ਵਿੱਚੋਂ ਡਰ ਰਹੀ ਸੀ ਕਿ ਪ੍ਰੋਫੈਸਰ ਚੌਹਾਨ ਨੂੰ ਜਦੋਂ ਪਤਾ ਲੱਗਾ ਪਤਾ ਨਹੀਂ ਕੀ ਆਖਣਗੇ। ਫਿਰ ਉਹਨੂੰ ਆਪ ਹੀ ਖਿਆਲ ਆਇਆ ਕਿ ਉਹ ਪ੍ਰੋਫੈਸਰ ਚੌਹਾਨ ਤੋਂ ਇੰਨਾ ਡਰਨ ਕਿਉਂ ਲੱਗ ਪਈ ਸੀ।